ਝੋਲਣਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਗੁਰੂ ਗੁਰ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਣੀ। ਇੱਥੇ ਗੁਰੂ ਔਰ ਗੁਰ, ਜਿਹੜਾ ਗੁਰ ਹੈ ਨਾ ਦੂਆ, ਉਹਨੂੰ ਔਂਕੜ ਰਾਰੇ ਨੂੰ, ਅੱਗੇ ਨੂੰ ਤਾਂ ਔਂਕੜ ਹੁੰਦਾ ਹੀ ਹੈ। ਜਦੋਂ ਰਾਰੇ ਨੂੰ ਔਂਕੜ ਹੁੰਦਾ ਹੈ, ਜਿਹੜਾ ਗੁਰ ਚੇਤਨ ਗੁਰ ਹੈ, ਗਿਆਨ ਕਰਾਉਣ ਵਾਲਾ, ਰਹਿਬਰ ਜਿਹਨੂੰ ਆਪਾਂ ਕਹਿੰਦੇ ਰਹਿਬਰ, ਆਗੂ, ਆਗੂ ਵੀ ਕਿਹਾ, ਜਿਹਨਾਂ ਦੇ ਆਗੂ ਅੰਦਰਲੇ ਸਤਿਗੁਰੂ ਆਗੂ ਜਾਣੀਏ। ਹਾਂ, ਸਤਿਗੁਰ ਆਗੂ ਜਾਣੀ। ਉਹ ਜਿਹੜਾ ਰਹਿਬਰ ਹੈ, ਰਾਹ ਦੱਸਣ ਵਾਲਾ ਅੱਗੇ ਹੈ ਜਿਹੜਾ, ਉਹ ਗੁਰ ਹੈ। ਗੁਰਦੇਵ ਨੂੰ ਗੁਰ ਥੋੜ੍ਹਾ ਜਿਹਾ ਗੁਰੂ ਗੁਰ ਹੈ, ਗੁਰਦੇਵ ਨਹੀਂ। ਗੁਰਦੇਵ ਤਾਂ ਥੱਲੇ ਤੇ ਲੈ ਕੇ ਗੁਰ ਹੈ। ਜਦੋਂ ਇਹ ਆਤਮ ਗਿਆਨ ਦੀ ਐਂਟਰੀ ਹੁੰਦੀ ਹੈ, ਆਤਮ ਗਿਆਨ ਦਾ ਜਿਹੜਾ ਰਹਿਬਰ ਹੈ ਉਹ ਗੁਰ ਹੈ। ਆਤਮ ਗਿਆਨ ਜਦ ਕਰਾਉਂਦਾ ਉਹ ਗੁਰ ਹੈ। ਉਹ ਕੁਛ ਅਲੱਗ ਕਿਸਮ ਦਾ ਗਿਆ, ਉਹ ਆਦਮੀ ਦੇ ਜਨਮ 'ਚ ਹੁੰਦਾ, ਥੱਲੇ ਨਹੀਂ ਹੁੰਦਾ। ਗੁਰਦੇਵ ਥੱਲੇ ਦਾ ਗਿਆਨ ਸ਼ੁਰੂ ਤੋਂ ਹੀ ਕਰਾਉਂਦਾ, ਇੱਥੇ ਆ ਕੇ ਬਦਲ ਜਾਂਦਾ। ਫਿਰ ਇੱਥੇ ਸਤਿਗੁਰ ਦੀ ਲੋੜ ਪੈਂਦੀ ਹੈ। ਉਹ ਗੁਰਦੇਵ ਹੈ, ਸਤਿਗੁਰ ਹੈ। ਸਤਿਗੁਰ ਨੂੰ ਇਹ ਗੁਰ ਕਹਿੰਦੇ ਨੇ। ਸਤਿਗੁਰ ਵਾਂਝੋ ਗੁਰ ਨਹੀਂ ਕੋਈ, ਨਗੁਰੇ ਕਾ ਹੈ ਨੌ ਗੁਰ। ਜਿਹੜਾ ਚੇਤਨ ਆਗੂ ਹੈ ਸਾਡੇ ਕੋਲ, ਚੇਤਨ ਆਗੂ ਬਿਲਕੁਲ ਕੱਢਤਾ ਇੱਥੋਂ। ਚੇਤਨ ਆਗੂ ਬਿਲਕੁਲ ਕੱਢ ਦਿੱਤਾ। ਚੇਤਨ ਆਗੂ ਦਾ ਵੀ ਜੋ ਸ਼ਬਦ ਹੈ, ਉਪਦੇਸ਼ ਹੈ, ਗਿਆਨ ਹੈ, ਉਹੀ ਆਗੂ ਹੈ ਸਾਡਾ। ਉਹਨੂੰ ਆਗੂ, ਉਹਦੇ ਕਹੇ ਹੋਏ, ਕਹੀ ਹੋਈ ਗੱਲ ਨੂੰ, ਔਰ ਗੱਲ ਵਿੱਚ ਜੋ ਗਿਆਨ ਹੈ, ਉਹ ਸਾਡਾ ਰਹਿਬਰ ਹੈ। ਗੁਰੂ ਗੁਰ, ਗੁਰੂ ਗੁਰ, ਉਹ ਗੁਰੂ। ਜੇ ਅਸੀਂ ਆਦਮੀ ਨੂੰ ਇਹ ਰਹਿਬਰ ਮੰਨਦੇ, ਤਾਂ ਜਿਹੜੀ ਗੁਰਬਾਣੀ 'ਚ ਲਿਖੀ ਹੋਇਆ ਗਿਆਨ ਹੈ, ਉਹਦੀ ਕੋਈ ਵੈਲਿਊ ਨਹੀਂ ਰਹਿੰਦੀ। ਫਿਰ ਉਹ ਤਾਂ ਕੋਈ ਵੈਲਿਊ ਨਹੀਂ ਰਹਿਣੀ। ਆਦਮੀ ਬਿਨਾਂ ਤਾਂ ਉਹਦੀ ਕੋਈ ਵੈਲਿਊ ਨਹੀਂ। ਫਿਰ ਆਦਮੀ ਦੀ ਵੈਲਿਊ ਬਣ ਜਾਂਦੀ, ਲਿਖਤ ਦੀ ਵੈਲਿਊ ਨਿਲ ਹੋ ਜਾਂਦੀ। ਲਿਖਤ ਦੀ ਵੈਲਿਊ ਖਤਮ ਹੋ ਜਾਂਦੀ। ਲਿਖਤ ਦੀ ਵੀ ਵੈਲਿਊ ਨਹੀਂ ਹੈ ਸਾਡੇ ਕੋਲ, ਅੱਖਰਾਂ ਦੀ ਵੀ ਵੈਲਿਊ ਕੋਈ ਨਹੀਂ। ਆਦਮੀ ਦੀ ਵੀ ਸਰੀਰ ਕਰਕੇ ਜੋ ਦੀਂਦਾ ਉਹਦੀ ਕੋਈ ਵੈਲਿਊ ਨਹੀਂ। ਸਰੀਰ ਦੀਂਦਾ ਦੀ ਵੈਲਿਊ ਨਹੀਂ, ਆਤਮਾ ਦੀ ਨਹੀਂ, ਕੋਈ ਨਹੀਂ। ਅਸਲ 'ਚ ਆਤਮਾ ਵੀ ਜੇ ਬੋਲਦੀ ਹੈ ਦੂਈ, ਉਹਨੂੰ ਦੇਖਣ ਦੀ, ਉਹਦੀ ਦਰਸ਼ਨ ਦੀ ਲੋੜ ਨਹੀਂ ਸਾਨੂੰ ਹੈ। ਦੂਏ ਸਰੀਰ 'ਚ ਬੋਲਣ ਵਾਲੀ ਆਤਮਾ ਦੇ ਦਰਸ਼ਨ ਦੀ ਲੋੜ ਨਹੀਂ। ਇੱਥੇ ਦਰਸ਼ਨ ਦੀ ਇੱਛਾ ਜਾਗ ਆਊਗੀ। ਜੇ ਅਸੀਂ ਗਿਆਨ ਨੂੰ ਗੁਰੂ ਨਹੀਂ ਮੰਨਦੇ, ਤਾਂ ਉਹ ਜਿਹੜੀ ਦਰਸ਼ਨ ਦੀ ਇੱਛਾ ਹੈਗੀ, ਇਹ ਮਿਟ ਨਹੀਂ ਸਕਣੀ। ਦੂਏ ਦੀ, ਦੂਈ ਆਤਮਾ ਦੇ ਦਰਸ਼ਨ ਦੀ ਜਿਹੜੀ ਇੱਛਾ ਹੈ, ਉਹ ਕਦੋਂ ਨਹੀਂ ਹੋ ਸਕਦੀ। ਗੁਰੂ ਜਿਹੜਾ ਚੇਤਨ ਗੁਰੂ ਹੈ, ਜਿਵੇਂ ਆਪਾਂ ਇੱਥੇ ਕਹਿੰਦੇ ਰਹੇ ਹਾਂ ਵੀ ਜਿਹੜਾ ਗੁਰ ਲਫ਼ਜ਼ ਹੈ, ਰਾਜੇ ਨੂੰ ਔਂਕੜ ਵਾਲਾ, ਇਹ ਚੇਤਨ ਗੁਰ ਵਾਸਤੇ ਵਰਤਿਆ ਹੋਇਆ। ਉਹ ਕਹਿੰਦੇ ਚੇਤਨ ਗੁਰ ਦੀ ਜਗ੍ਹਾ ਤੁਸੀਂ ਗੁਰੂ ਲਫ਼ਜ਼ ਵਰਤ ਲਓ, ਜਿਹੜਾ ਗਿਆਨ ਗੁਰੂ ਹੈ। ਗੁਰ ਨਹੀਂ ਵਰਤ ਸਕਦੇ ਚੇਤਨ ਵਾਸਤੇ। ਜਿਹੜਾ ਗੁਰ ਲਫ਼ਜ਼ ਹੈ ਨਾ, ਗੁਰ, ਗੱਗੇ ਨੂੰ ਔਂਕੜ ਰਾਰਾ ਮੁਕਤਾ, ਉਹ ਨਹੀਂ ਵਰਤ ਸਕਦੇ ਤੁਸੀਂ। ਗੱਗੇ ਨੂੰ ਔਂਕੜ ਰਾਰਾ ਔਂਕੜ ਵਾਸਤੇ ਉਹ ਨਹੀਂ ਵਰਤ ਸਕਦੇ ਆਦਮੀ ਵਾਸਤੇ, ਕਿ ਉਹ ਤਾਂ ਪਾਰਟ ਨੇ। ਗਿਆਨ ਤਾਂ ਪਾਰਟਾਂ 'ਚ ਆ ਰਿਹਾ, ਟੁਕੜਿਆਂ 'ਚ ਆ ਰਿਹਾ। ਰੋਜ਼ ਗਿਆਨ ਆ ਰਿਹਾ, ਤਾਂ ਰੋਜ਼ ਵਾਲਾ ਗਿਆਨ ਗਿਆਨ ਹੈ। ਜੋ ਰੋਜ਼ ਮਿਲਦਾ ਉਹੀ ਤਾਂ ਗਿਆਨ ਹੈ। ਟੋਟਲ ਗਿਆਨ ਜਿੱਦਣ ਪੂਰਾ ਗਿਆਨ ਹੋ ਜੂ, ਜਿਹਨੂੰ ਅਸੀਂ ਕਹਿੰਦੇ ਹਾਂ ਰਾਜਾ ਰਾਮ ਨਾਮ ਉਹਦਾ ਬ੍ਰਹਮ ਗਿਆਨ, ਉਹਦਾ ਨਾਮ ਗੁਰੂ ਹੈ। ਜਿਹੜਾ ਭਵ ਸਾਗਰ 'ਚੋਂ ਬਾਹਰ ਕੱਢਣ 'ਚ ਸਮਰੱਥ ਹੈ, ਐਂ ਕਹਿ ਲਓ ਜਿਹੜਾ ਮਨ ਨੂੰ ਬੰਨਣ ਵਿੱਚ ਸਮਰੱਥ ਹੈ। ਗਿਆਨ ਕਾ ਵੱਧਾ ਮਨ ਰਹੇ। ਗੁਰਬਾਣੀ ਦਾ ਜਿਹੜਾ ਤਿੰਨ ਲੋਕ ਦਾ ਗਿਆਨ, ਟੋਟਲ ਗਿਆਨ ਹੈ, ਉਹ ਗੁਰੂ ਹੈ। ਉਹ ਨਹੀਂ ਗੱਲ, ਉਹ ਪੂਰਾ ਗੁਰ ਹੈ ਨਾ ਬਈ, ਉਹ ਤਾਂ ਗੁਰ ਦੀ ਗੱਲ ਹੈ। ਉਹ ਤਾਂ ਗਿਆਨ ਕਰਾਉਣ ਵਾਲੇ ਦੀ ਗੱਲ ਹੈ। ਜੋ ਉਹਨੇ ਗਿਆਨ ਕਰਾਇਆ, ਪੂਰਾ ਗਿਆਨ ਜਿਹੜਾ ਹੈਗਾ, ਪੂਰਾ ਗਿਆਨ, ਟੋਟਲ ਗਿਆਨ, ਉਹ ਗੁਰੂ ਹੈ। ਗਿਆਨ ਗੁਰੂ ਜਿਹਨੂੰ ਕਹਿੰਦੇ ਹਾਂ ਅਸੀਂ। ਪੂਰੇ ਗੁਰ ਦੇ ਉਪਦੇਸ਼ ਵਿੱਚੋਂ ਜ਼ਰੂਰ ਮਿਲਣਾ ਹੈ। ਉਹ ਪੂਰੇ ਗੁਰ ਦੇ ਉਪਦੇਸ਼ ਵਿੱਚੋਂ ਜ਼ਰੂਰ ਮਿਲਣਾ ਹੈ ਟੋਟਲ ਗਿਆਨ।
ਉਹਨੂੰ ਗੁਰੂ ਕਹਿੰਦੇ। ਗਿਆਨ ਗੁਰੂ, ਗਿਆਨ ਗੁਰੂ ਉਹ ਹੈ ਜਿਹੜਾ ਬਿਲਕੁਲ ਹਨੇਰੇ ਨੂੰ ਛੱਡਦਾ ਹੀ ਨਹੀਂ, ਜਿਹਦੀ ਕਿਰਪਾ ਨਾਲ ਭਰਮ ਦਾ ਨਾਸ ਹੁੰਦਾ। ਜਿਹਨੂੰ ਕਹਿੰਦੇ ਗੁਰਪ੍ਰਸਾਦ ਭਰਮ ਦਾ ਨਾਸ, ਉਹ ਗੁਰੂ ਹੈ ਜਿਹੜਾ ਭਰਮ ਦਾ ਨਾਸ ਕਰਦਾ, ਟੋਟਲ ਭਰਮ ਦਾ ਨਾਸ ਕਰਦਾ। ਉਹ ਗਿਆਨ ਗੁਰੂ ਹੈ। ਮਾਇਆ ਦੇ ਵਿੱਚ ਜਿੰਨਾ ਵੀ ਭਰਮ ਹੈ, ਸੰਸਾਰ ਦੇ ਵਿੱਚ ਜਿੰਨਾ ਸਾਨੂੰ ਭਰਮ ਹੈ, ਉਹ ਭਰਮ ਜਿਹੜਾ ਕਿ ਇੱਥੇ ਆ ਕੇ ਸਾਡਾ ਵਧਿਆ ਹੈ ਭਰਮ, ਉਹਦਾ ਹੀ ਨਾਸ ਕਰਦਾ। ਉਹ ਜੋ ਭਰਮ ਅਸੀਂ ਲੈ ਕੇ ਆਏ ਹਾਂ ਪਹਿਲਾਂ, ਉਹਦਾ ਨਾਸ ਹੋ ਨਹੀਂ, ਉਹਦਾ ਨਾਮ ਨੇ ਨਾਸ ਕਰਨਾ। ਫਿਰ ਯਾਨੀ ਸੱਚਖੰਡ ਦਾ ਜੋ ਬਾਣੀ ਆ ਰਹੀ ਹੈ, ਉਹਦੇ ਵਾਸਤੇ ਭਰਮ ਜੋ ਬਣਿਆ ਰਹਿਣਾ, ਉਹ ਉਦੋਂ ਹੀ ਦੂਰ ਹੋਣਾ ਜਦੋਂ ਮਿਲ ਜਾਣੀ ਹੈ। ਕਿਉਂਕਿ ਇਹਦੇ ਵਿੱਚ ਤਾਂ ਉਹ ਬਿਆਨ ਤੇ ਭਰੇ ਆ ਨਾ। ਖੈਰ, ਬਹੁਤ ਉਲਝਣ ਵਾਲਾ ਮਸਲਾ ਹੈ। ਜਿਹੜਾ ਗੁਰੂ ਹੈ ਉਹ ਕਹਿੰਦੇ ਬੰਦੇ ਨੂੰ ਤੁਸੀਂ ਗੁਰਦੇਵ ਮੰਨਣ ਦੀ ਲੋੜ ਨਹੀਂ ਹੈ, ਸਰੀਰ ਕਰਕੇ ਕਿਸੇ ਨੂੰ ਵੀ। ਕੌਣ ਕਹਿ ਗਏ? ਭੱਟ। ਜਿਹੜਾ ਗਿਆਨ ਪਾਤਾ ਬੰਦੇ ਨੇ ਗੁਰਬਾਣੀ 'ਚ, ਇਹ ਸਾਰਾ ਟੋਟਲ ਗਿਆਨ ਕੱਢ ਲਓ, ਉਹ ਤੇ ਅਗਵਾਈ ਲਓ। ਅਗਵਾਈ ਦੀ ਗੱਲ ਹੈ, ਗੁਰ ਅਗਵਾਈ ਕਰਨ ਵਾਲਾ ਹੈ। ਜਿਹੜਾ ਗੱਗੇ ਨੂੰ ਔਂਕੜ ਆਰਾ ਗੋਰਾ ਅਗਵਾਈ ਦੇਣ ਵਾਲਾ। ਇਹ ਪੂਰੇ ਗਿਆਨ ਦੀ ਰੋਸ਼ਨੀ 'ਚ ਚੱਲੋ, ਨਾ ਕਿ ਕਿਸੇ ਆਦਮੀ ਪਿੱਛੇ ਚੱਲੋ। ਆਦਮੀ ਪਿੱਛੇ ਤਾਂ ਚੱਲੀਏ ਜੇ ਰਸਤਾ ਧਰਤੀ ਦੇ ਉੱਤੇ ਹੋਵੇ। ਧਰਤੀ 'ਤੇ ਜਾਣਾ, ਪਹਾੜਾਂ 'ਚ ਹੀ ਜਾਣਾ, ਜੰਗਲਾਂ 'ਚ ਹੀ ਜਾਣਾ, ਉਹਦੇ ਪਿੱਛੇ ਪਿੱਛੇ ਹੋ ਲਈਏ। ਤੇ ਜੰਗਲਾਂ 'ਚ ਤਾਂ ਜਾਣਾ ਨਹੀਂ ਹੈ, ਜ਼ਮੀਨ 'ਤੇ ਤਾਂ ਜਾਣਾ ਨਹੀਂ। ਰਸਤਾ ਤਾਂ ਨਿਰਾਕਾਰੀ ਹੈ। ਅਤੇ ਉੱਥੇ ਸਮਝ ਜਿਹੜੀ ਹੈਗੀ, ਸਮਝ ਜਿਹੜੇ ਬੰਦੇ ਦੀ ਸਮਝ ਹੈ, ਜਿਹਨੇ ਗੁਰਬਾਣੀ ਲਿਖੀ ਹੈ, ਉਸ ਸਮਝ ਨੂੰ ਗੁਰਬਾਣੀ 'ਚੋਂ ਸਮਝ ਕੇ, ਉਸ ਗਿਆਨ ਨੂੰ ਗੁਰਬਾਣੀ 'ਚੋਂ ਪੂਰੇ ਨੂੰ ਸਮਝ ਕੇ, ਉਸ ਗਿਆਨ ਦੀ ਰੋਸ਼ਨੀ ਨੂੰ ਗੁਰਦੇਵ ਬਣਾਓ। ਉਸ ਗਿਆਨ ਦੀ, ਗੁਰਬਾਣੀ ਦੇ ਟੋਟਲ ਗਿਆਨ ਦੀ ਰੋਸ਼ਨੀ ਵਿੱਚ ਚੱਲੋ। ਟੋਟਲ ਗਿਆਨ ਦੀ, ਜੇ ਟੋਟਲ ਗਿਆਨ ਨਹੀਂ ਹੈ ਤੁਸੀਂ ਨਹੀਂ ਚੱਲ ਸਕਦੇ ਰੋਸ਼ਨੀ 'ਚ। ਇਸੇ ਕਰਕੇ ਖਿੰਡ ਗਏ ਸਿੱਖ। ਖਿੰਡ ਕਿਉਂਕਿ ਕਿਸੇ को ਗਿਆਨ ਹੈ ਹੀ ਨਹੀਂ। ਥੋੜ੍ਹਾ ਬਹੁਤਾ ਇੱਕ ਦੋ ਲਫ਼ਜ਼ ਲੈ ਲੈ, ਕੋਈ ਇੱਧਰ ਨੂੰ ਹੋ ਗਿਆ, ਕੋਈ ਇੱਧਰ ਨੂੰ ਹੋ ਗਿਆ। ਕਿਸੇ ਨੇ ਕਹਿ ਦਿੱਤਾ ਜੀ ਵਾਹਿਗੁਰੂ ਗੁਰਮੰਤਰ ਹੈ, ਉਹ ਮਾਸਟਰ ਜੀ ਇਹ ਨਾ ਕਰਿਆ ਕਰੋ ਤੁਸੀਂ। ਕੁਛ ਨਹੀਂ ਕਰਨਾ। ਨਾ ਤੁਸੀਂ ਸੁਣਦੇ ਹੀ ਨਹੀਂ। ਫਿਰ ਇਹ ਤੁਸੀਂ ਕਿੱਥੋਂ ਲੈ ਲਏ? ਇਹ ਕੱਢ ਕੇ ਬਹਿ ਜਾਂਦੇ ਹੋ ਤੁਸੀਂ ਕਲਾਸ ਦੇ ਵਿੱਚ। ਇਹੋ ਜਿਹਾ ਕੰਮ ਕਰੀ, ਮੇਰਾ ਵੀ ਧਿਆਨ ਜਾਂਦਾ ਨਾ, ਮੇਰਾ ਧਿਆਨ ਡਿਸਟਰਬ ਹੁੰਦਾ। ਸਮਝਿਆ ਨਹੀਂ? ਹਾਂਜੀ। ਗੁਰੂ ਗੁਰੂ ਜਪ ਸਤਿਗੁਰ। ਗੁਰੂ ਗੁਰ, ਜਿਹੜਾ ਗੁਰੂ ਹੈ, ਗਿਆਨ ਗੁਰੂ ਹੈ, ਉਹਨੂੰ ਆਦਮੀ ਦੇ ਥਾਂ ਉਹਨੂੰ ਖੜਾ ਕਰਨਾ, ਉਹਦੀ ਰੋਸ਼ਨੀ ਚੱਲਣਾ। ਜਿਹੜਾ ਗੁਰ ਲਫ਼ਜ਼ ਹੈ, ਗੱਗੇ ਨੂੰ ਕਰਾਰਾ, ਇਹ ਰਹਿਬਰ ਦੀ ਸੈਂਸ ਵਿੱਚ ਹੈ, ਆਦਮੀ ਦੀ ਸੈਂਸ ਵਿੱਚ ਹੈ। ਆਦਮੀ ਦੀ ਜਗ੍ਹਾ ਗਿਆਨ ਨੂੰ ਲੈਣਾ ਤੁਸੀਂ, ਨਾ ਕਿ ਆਦਮੀ ਨੂੰ ਲੈਣਾ। ਗਿਆਨ ਤੁਹਾਡੇ ਵਾਸਤੇ ਵਿੱਚ ਹੈ ਪ੍ਰਾਪਤ ਕਰਨਾ। ਜੇ ਤੁਸੀਂ ਗਿਆਨ ਪ੍ਰਾਪਤ ਨਹੀਂ ਕੀਤਾ, ਤੁਸੀਂ ਨਹੀਂ ਕਾਮਯਾਬ ਹੋ ਸਕਦੇ। ਕਾਮਯਾਬੀ ਹੋਣੀ ਹੈ ਇਹਦੇ ਵਿੱਚ। ਕੋਈ ਆਦਮੀ ਤੁਹਾਡੀ ਬਾਂਹ ਫੜ ਕੇ ਨਹੀਂ ਲਿਜਾ ਸਕਦਾ, ਗੱਲ ਝੂਠ ਹੈ। ਉਹ ਜਿਹੜੇ ਲੋਕ ਕਹਿੰਦੇ ਬਾਂਹ ਫੜ ਕੇ ਲੈ ਜੂ, ਸਾਰੇ ਇਕੱਠੇ ਗਏ ਇੱਥੇ ਆ ਕੇ। ਬਲੈਕਮੇਲਰ ਸੀ ਨਾ, ਸਾਡੇ ਗੁਰੂ ਨੇ ਬਾਂਹ ਫੜ ਕੇ ਲੈ ਜਾਣਾ। ਉਹ ਗੱਲਾਂ ਸਾਰੀਆਂ ਹੀ ਖਤਮ ਕਰਤੀਆਂ ਭੱਟ ਨੇ। ਕਿਸੇ ਨੇ ਬਾਂਹ ਨਹੀਂ ਕਿਸੇ ਦੀ ਫੜਨੀ, ਨਾ ਕੋਈ ਤੁਹਾਨੂੰ ਮੂਹਰੇ ਬੰਦਾ ਮਿਲਣਾ ਵੀ ਆ ਜਾਓ ਮੇਰੀ ਮਗਰ। ਤੁਹਾਨੂੰ ਤੁਹਾਡੇ ਗਿਆਨ ਨੇ ਲੈ ਕੇ ਜਾਣਾ ਸਿੱਧੇ ਰਸਤੇ। ਜਿਹਦਾ ਤੁਹਾਡੇ ਕੋਲ ਸਹੀ ਗਿਆਨ ਹੈ ਗੁਰਬਾਣੀ ਦਾ, ਤਾਂ ਸਿੱਧੇ ਰਸਤੇ ਤੁਰ ਪਓਗੇ। ਨਹੀਂ ਖਬਰੀ ਕਿਹੜੀ ਖੱਡੇ ਜਾ ਡਿੱਗੋ, ਕੋਈ ਪਤਾ ਨਹੀਂ। ਕੋਈ ਪਤਾ ਨਹੀਂ ਕਿਹੜੇ ਰਾਹ ਪੈ ਜਾਓ। ਇਸੇ ਐਵੇਂ ਪਏ ਹੋਏ ਨੇ ਸਾਰੇ ਰਾਹ। ਬੰਦਾ ਤਾਂ ਕੁਛ ਵੀ ਨਹੀਂ ਇਹਦੇ ਵਿੱਚ ਕਰ ਸਕਦਾ। ਮੁਕਤੀ ਦੇ ਮਾਰਗ 'ਚ ਬੰਦੇ ਦਾ ਕੋਈ ਰੋਲ ਨਹੀਂ। ਬੰਦਾ ਤੁਹਾਨੂੰ ਸਮਝਾ ਸਕਦਾ, ਗੱਲ ਕਰ ਸਕਦਾ, ਪਰ ਚੱਲਣਾ ਤਾਂ ਫਿਰ ਵੀ ਤੁਸੀਂ ਉਹ ਗਿਆਨ ਨੂੰ ਲੈ ਕੇ ਹੀ ਆ। ਬੰਦਾ ਕਿਹੜਾ 24 ਘੰਟੇ ਤੁਹਾਡੇ ਨਾਲ ਰਹੂ। ਉਹ ਜਿਹੜਾ ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹਦੇ ਕੋਲ ਦੀਵਾ ਕਿਹੜਾ ਹੈ? ਅੰਦਰਲੇ ਗੁਰਦੇਵ ਕੋ ਦੀਵਾ ਚਾਹੀਦਾ। ਜਿਹੜਾ ਅੰਦਰਲਾ ਗੁਰਦੇਵ ਹੈ ਬਿਨਾਂ ਦੀਵੇ ਤੇ ਆ ਉਹ ਪਹਿਲਾਂ, ਜਿਹਨੂੰ ਤੁਸੀਂ ਗੁਰਦੇਵ ਕਹਿੰਦੇ,
ਉਹ ਤਾਂ ਦੀਵਾ ਨਹੀਂ ਹੈਗਾ, ਹਨੇਰੇ ਚ ਉਹਨੂੰ ਦੀਵਾ ਕਿਹੜਾ ਦੇਣਾ? ਉਹਨੂੰ ਨਾਮ ਦਾ ਦੀਵਾ ਦੇਣਾ। ਦੀਵਾ ਮੇਰਾ ਉਹ ਨਾ ਉਹਦੇ ਦੀਵਾ ਜਿੰਨਾ ਚਿਰ ਉਹਨੂੰ ਨਹੀਂ ਦਿੰਦੇ ਉਹ ਜਾਊਗਾ ਕਿਵੇਂ? ਉਹ ਦੀਵੇ ਦੀ ਰੋਸ਼ਨੀ ਚੱਲਣਾ ਨਾਮ ਦੇ ਚ। ਉਹਨੇ ਮੂਹਰੇ ਗੁਰਦੇਵ ਨਹੀਂ ਜਾਣਾ, ਗੱਲ ਠੀਕ ਹੈ। ਗੁਰਦੇਵ ਤਾਂ ਆਪੇ ਹੈ, ਆਪੇ ਗੁਰਦੇਵ ਹੈ, ਆਪੇ ਚੇਲਾ ਹੈ, ਆਪੇ ਗੁਰ ਹੈ, ਆਪੇ ਗੁਰ ਚੇਲਾ। ਇਸ ਕਰਕੇ ਜਿਹੜਾ ਗਿਆਨ ਹੈਗਾ ਗੁਰਬਾਣੀ ਦਾ, ਜਿਹੜਾ ਜਿੰਨਾ ਚਿਰ ਗੁਰ ਗਿਆਨ ਘੱਟ ਬਲਦਾ ਨਹੀਂ ਹੈ, ਜਿੰਨਾ ਚਿਰ ਹਿਰਦੇ 'ਚ ਗਿਆਨ ਪਰ ਬਲਦਾ ਨਹੀਂ ਨਾ ਪੂਰਾ, ਦੀਵੇ ਵਾਂਗੂ ਰੋਸ਼ਨੀ ਨਹੀਂ ਕਰਦਾ, ਉਹਨਾਂ ਚਿਰ ਤੁਸੀਂ ਇੱਕ ਕਦਮ ਨਹੀਂ ਜਾ ਸਕਦੇ ਗਾਹਾਂ ਸਿੱਧੇ ਰਸਤੇ 'ਤੇ। ਜੋ ਮਰਜ਼ੀ ਕਹੀ ਜਾਵੇ ਕੋਈ ਕੁਛ ਹੋਏ ਨਹੀਂ, ਇੱਕ ਪੈਰ ਵੀ। ਫਿਰ ਕੀ ਹੈ? ਮਨਮੁਖ ਮੁੱਢੋਂ ਭੁੱਲਿਆ, ਪਹਿਲਾ ਸਟੈਪ ਇਹ ਗਲਤ ਹੋ ਜਾਊਗਾ ਤੁਹਾਡਾ। ਵਿੱਚ ਲੱਭ ਲੋਭ ਹੰਕਾਰ, ਜਿੰਨਾ ਚਿਰ ਲੱਭ ਲੋਭ ਹੰਕਾਰ ਹੈ, ਇੱਕ ਸਟੈਪ ਜੇ ਧਰਤਾ ਕਹਾਂ ਉਹੀ ਗਲਤ ਚਲੇ ਜਾਣਾ, ਮੁੜ ਕੇ ਠੀਕ ਹੋਣਾ ਹੀ ਨਹੀਂ। ਉਹ ਕਾਰਸੇ ਵਾਲਿਆਂ ਨੇ ਜਿੱਦਾਂ ਸਟੈਪ ਧਰਤਾ ਠੀਕ ਹੋਣਾ ਹੀ ਨਹੀਂ ਸਾਰੀ ਜ਼ਿੰਦਗੀ, ਚਾਹੇ ਜਿੰਨੀਆਂ ਮਰਜ਼ੀ ਪੁਸਤਾਂ ਚਲੇ ਜਾਣ, ਇਹਨਾਂ ਦਾ ਸਟੈਪ ਠੀਕ ਹੋਣਾ ਹੀ ਨਹੀਂ। ਗੁਰਬਾਣੀ ਦੇ ਗੁਰਮਤਿ ਦੇ ਦਾਇਰੇ 'ਚ ਇਹਨਾਂ ਨੇ ਆਉਣਾ ਹੀ ਨਹੀਂ, ਭੁਲੇਖੇ ਤੁਰੇ ਫਿਰਦੇ ਨੇ। ਮੁਕਤੀ ਨਹੀਂ ਮਿਲਣੀ ਇਹਨਾਂ ਨੂੰ, ਜ਼ੋਰ ਲਾ ਲੈਣ ਚਾਹੇ। ਮੁਕਤੀ ਵਾਲੀ ਗੱਲ ਨਹੀਂ, ਹੰਕਾਰ ਵਾਲੀ ਗੱਲ ਹੈ ਉੱਥੇ ਵੀ। ਅਸੀਂ ਇੰਨੇ ਗੁਰਦੁਆਰੇ ਬਣਾਤੇ, ਉਹ ਕਰਤਾ ਉਹ ਕਰਤਾ। ਇਹ ਜੇਬਾਂ 'ਚ ਪੈਸਿਆਂ ਦਾ ਨਸ਼ਾ ਹੈ, ਇਹ ਦੁਨੀਆ ਜਿਹੜੀ ਮੰਨਦੀ ਹੈ ਵਡਿਆਈਆਂ, ਉਹਦਾ ਨਸ਼ਾ ਹੈ। ਇਹ ਤਾਂ ਫਸਾਉਣ ਵਾਲੀਆਂ ਚੀਜ਼ਾਂ ਨੇ, ਮੁਕਤੀ ਵਾਲੀ ਚੀਜ਼ ਨਹੀਂ ਇਹਨਾਂ 'ਚ ਕੋਈ ਵੀ। ਮਨ ਮਾਰਨ ਵਾਲੀ ਚੀਜ਼ ਕੋਈ ਵੀ ਨਹੀਂ ਇਹਦੇ ਵਿੱਚ ਹੈਗੀ। ਸਾਰੇ ਹੀ ਉਲਟ ਫੁਲਟ ਹੋਏ ਪਏ ਨੇ। ਬਹੁਤ ਖਤਰਨਾਕ ਮਤਲਬ ਹੈ, ਸਪਸ਼ਟ ਗੱਲ ਕਰ ਰਿਹਾ ਭੱਟ ਇੱਥੇ। ਗੁਰੂ ਗੁਰ, ਜਿਹੜਾ ਗੁਰੂ ਗਿਆਨ ਗੁਰੂ ਹੈ ਨਾ, ਉਹਦੀ ਰੋਸ਼ਨੀ ਚੱਲਣਾ ਤੁਸੀਂ। ਉਹਦੀ ਰੋਸ਼ਨੀ ਦੇ ਬਿਨਾਂ ਕਦਮ ਜੇ ਪੱਟ ਲਿਆ, ਮੁੜ ਕੇ ਪਿੱਛੇ ਆਉਣਾ ਹੀ ਨਹੀਂ। ਉਹ ਕਦਮ ਪੱਟਣਾ ਹੀ ਨਹੀਂ ਜਿੰਨਾ ਚਿਰ ਰੋਸ਼ਨੀ ਪੂਰੀ ਨਾ ਹੋਵੇ। ਹਾਂਜੀ, ਗੁਰੂ ਜਪ ਸਤ ਕਰ। ਗੁਰੂ ਜਪ ਸਤ ਕਰ, ਜਿਹੜਾ ਗਿਆਨ ਹੈ ਨਾ, ਜਪਣਾ ਤਾਂ ਗਿਆਨ ਹੀ ਹੁੰਦਾ। ਜਿਹੜਾ ਗਿਆਨ ਗੁਰੂ ਆ, ਗੁਰਬਾਣੀ ਦੇ ਵਿੱਚ ਰੋਸ਼ਨੀ ਹੈ, ਰੋਸ਼ਨੀ ਕਰਨ ਵਾਲਾ ਗਿਆਨ ਹੈ। ਇਹਨੂੰ ਸਤ ਕਰਕੇ, ਸਤ ਕਰਕੇ ਜੇ ਮੰਨੋਗੇ ਗੁਰਬਾਣੀ ਨੂੰ, ਇਹ ਗੁਰ ਗਿਆਨ ਘੱਟ ਦੇ ਵਿੱਚ ਚਾਨਣ ਇਹਨੇ ਕਰ ਦੇਣਾ, ਬਲ ਜਾਣਾ। ਗੁਰ ਗਿਆਨ ਘੱਟ ਬਲਿਆ, ਜੇ ਗੁਰ ਗਿਆਨ ਘੱਟ ਬਲਿਆ, ਗੁਰੂ ਨਾਨਕ ਕਹਿੰਦਾ ਬਲ ਜਾਂਦਾ ਹੁੰਦਾ। ਇਹ ਤੇ ਭਰੋਸਾ ਕਰਕੇ ਚੱਲਣਾ। ਜੇ ਤੇ ਭਰੋਸਾ ਨਹੀਂ, ਫਿਰ ਤੁਸੀਂ ਨਾ ਗੁਰਬਾਣੀ ਦਾ ਗਿਆਨ ਲਵੋ ਨਾ ਜਾਣੋ ਦੀਵਾ। ਇਹਨੂੰ ਜਪੋ ਸਤ ਕਰਕੇ, ਜੋ ਲਿਖਿਆ ਹੋਇਆ ਸਤ ਕਰਕੇ ਮੰਨ ਕੇ ਜਿਹੜਾ ਕਰ ਲੂ ਉਹ ਕਾਮਯਾਬੀ ਹੈ। ਜੇ ਵਿੱਚ ਡਮਾਡੋਲ ਹੈ, ਕੁਝ ਗੱਲ ਤੇ ਭਰੋਸਾ ਹੈ ਕਿ ਤੇ ਨਹੀਂ ਹੈ, ਫਿਰ ਉਹਨਾਂ ਨਹੀਂ ਕਰਨਾ ਕੁਛ, ਉਹ ਤੇ ਹੋਣਾ ਵੀ ਹੈ ਨਹੀਂ, ਉਹਦੀ ਕਾਮਯਾਬੀ ਨਹੀਂ ਹੈ, ਉਹਨੂੰ ਭਰੋਸਾ ਹੀ ਨਹੀਂ ਹੈ। ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਪ੍ਰਾਨੀਓ। ਗੁਰੂ ਗੁਰ, ਗੁਰੂ ਗੁਰ, ਗੁਰੂ ਜਪ ਪ੍ਰਾਣੀਓ। ਹੇ ਪ੍ਰਾਣੀਓ, ਕਿਸੇ ਬੰਦੇ ਨੂੰ ਰਹਿਬਰ ਮੰਨਣ ਦੀ ਲੋੜ ਨਹੀਂ ਹੈ। ਹੁਣ ਜਦ ਬੰਦੇ ਨੂੰ ਰਹਿਬਰ ਮੰਨਣ ਦੀ ਲੋੜ ਨਹੀਂ, ਤਾਂ ਗੁਰੂ ਤਾਂ ਸਾਰੇ ਆਪੇ ਨਿਕਲ ਗਏ ਵਿੱਚੋਂ। ਵਿਅਕਤੀ ਤਾਂ ਆਪੇ ਨਿਕਲ ਗਏ। ਗੁਰੂ ਨਾਨਕ ਕੋਲ ਗੁਰਬਾਣੀ ਹੈ ਕਬੀਰ ਦੀ, ਭਗਤਾਂ ਦੀ, ਪਰ ਭਗਤ ਨੂੰ ਗੁਰਦੇਵ ਨਹੀਂ ਮੰਨ ਰਹੇ, ਉਹ ਰਹਿਬਰ ਨਹੀਂ ਮੰਨ ਰਹੇ, ਆਪਣਾ ਬਾਣੀ ਨੂੰ ਮੰਨ ਰਹੇ ਨੇ, ਸ਼ਬਦ ਨੂੰ ਮੰਨ ਰਹੇ ਨੇ। ਸਿੱਧਾ ਨੇ ਜਦ ਕਿਹਾ ਤੁਹਾਡਾ ਗੁਰੂ ਕੌਣ ਹੈ, ਉਹਨਾਂ ਨੇ ਕਿਹਾ ਸ਼ਬਦ ਉਪਦੇਸ਼ ਹੈ ਜਿਹੜਾ, ਇਹ ਮੇਰਾ ਗੁਰੂ ਹੈ, ਇਹਦੇ ਵਿੱਚ ਮੇਰਾ ਗਿਆਨ ਹੈ, ਇਹਦੇ 'ਚੋਂ ਗਿਆਨ ਹੈ, ਇਹੀ ਗੁਰੂ ਹੈ, ਸ਼ਬਦ ਗੁਰੂ ਹੈ ਮੇਰਾ। ਉਪਦੇਸ਼ ਹੈ ਕਿਉਂਕਿ ਉਪਦੇਸ਼ ਸਾਹਮਣੇ ਪਿਆ, ਸਾਡੇ ਅੱਖਾਂ ਨੂੰ ਦੀਂਦਾ ਅੱਖਰਾਂ 'ਚ, ਤੇ ਬਾਕੀ ਗੁਰੂ ਤਾਂ ਦਿਖਾਉਣ ਵਾਲੀ ਚੀਜ਼, ਗਿਆਨ ਗੁਰੂ ਦਾ ਦਿਖਾਉਣ ਵਾਲੀ ਚੀਜ਼ ਹੈ ਨਹੀਂ। ਫਿਰ ਗਾਹਾਂ ਜਾ ਕੇ ਗਿਆਨ ਗੁਰੂ ਆਤਮ ਉਪਦੇਸੋ ਕਹਿਤਾ ਦਸਮ ਪਾਤਸ਼ਾਹ ਨੇ ਭਾਵੇਂ, ਪਰ ਉਹ ਕਹਿੰਦੇ ਸ਼ਬਦ ਗੁਰੂ ਸੁਰਤ ਤੋਂ ਚੇਲਾ। ਸ਼ਬਦ ਅਸਲ 'ਚੋਂ ਜਿਹੜਾ ਤੁਰਕੀ ਬਾਣੀ ਹੈ ਸ਼ਬਦ, ਉਹ ਗੁਰੂ ਨਾਨਕ ਉਹਨੂੰ ਕਹਿ ਰਹੇ ਨੇ ਉਸ ਵੇਲੇ, ਇਹਨੂੰ ਨਹੀਂ ਕਹਿ ਰਹੇ, ਉਹਨੂੰ ਕਹਿ ਰਹੇ ਨੇ। ਸ਼ਬਦ ਜਾਂ ਗੁਰੂ ਲਫ਼ਜ਼ ਆ, ਉਹ ਕਹਿੰਦੇ ਸ਼ਬਦ ਗੁਰੂ। ਤੁਰਕੀ ਬਾਣੀ ਹੈ ਜਿਹੜੀ, ਉਹ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਉਹ ਮੇਰਾ ਗੁਰੂ ਹੈ ਹੁਣ ਇਸ ਵਕਤ। ਹਾਂਜੀ, ਸ਼ਬਦ ਹਰ ਹਰ ਜਪੈ।
ਨਾਮ ਨਮ ਨਿਧੀ ਆਪੈ। देखो शब्द हर, ये उपदेश हर का उपदेश है, गुरबाणी है ना। शब्द हर, ये हर दी बोली हुई बाणी है, उन्हें हर कहता उते गुर कहा है। गुर गुर हर हर, हर हर गुर गुर। जे गुरबाणी नूं हर की बाणी कहता कोई फर्क नहीं पैंदा इहदे नाल। ये जिहड़ा शब्द हर, हर जपै, ਜਿਹੜਾ ਹਰ ਕੀ ਹਰ ਕਾ ਸ਼ਬਦ ਹੈ ਨਾ, ਹਰ ਕਾ ਉਪਦੇਸ਼ ਹੈ, ਇਹਦੇ ਚੋਂ ਹਰੇ ਸਮਝਣ। ਹਰ ਨੇ ਆਪਣੀ ਜਾਣਕਾਰੀ ਆਪੇ ਦਿੱਤੀ ਹੋਈ ਹੈ। ਤੁਮਰੀ ਉਸਤਤ ਆਪਣੀ ਉਸਤਤ ਆਪੇ ਦਿੱਤੀ ਕੀਤੀ ਹੈ ਉਹਨੇ। ਇਹ ਹਰ ਦੇ ਜਿਹੜਾ ਹਰ ਨੇ ਉਪਦੇਸ਼ ਕੀਤਾ ਆਪਣੇ ਬਾਰੇ ਕੀਤਾ, ਹਰ ਨੇ ਕਿਸੇ ਬਾਰੇ ਨਹੀਂ ਕੀਤਾ ਹੈ। ਆਤਮ ਕਥਾ ਹੈ, ਆਤਮ ਗਿਆਨ ਹੈ ਇਹਦੇ 'ਚ। ਆਪਣੀ ਉਹ ਗੱਲ ਦੱਸੀ ਆ ਉਹਨੇ। ਜਦ ਕਹਿੰਦਾ ਹਾਂ ਆਇਆ ਦੂਰੋਂ ਚੱਲ ਕੇ, ਕਿਹਦੀ ਗੱਲ ਕਰਦਾ? ਆਪਣੀ। ਅਬ ਕਿਉਂ ਉਗਵੇ ਦਾਲ, ਕਿਹਦੀ ਗੱਲ ਕਰਦਾ? ਜੀਵ ਦੀ। ਜੇ ਕੋਹੇ ਤਾਂ ਉਗਵੇਂ, ਜੇ ਕੋਹਜ ਮੈਂ ਉਗਿਆ ਮੈਂ। ਜਿਹੜਾ ਉਗਿਆ ਹੋਇਆ ਉਹ ਕਹਿ ਰਿਹਾ ਦੂਏ ਨੂੰ, ਬਿਨਾਂ ਉਗੇ ਨੂੰ, ਵੀ ਤੂੰ ਇੱਕ ਹੋ ਜਾ ਉਗਿਆ ਹੈਗਾ। ਉਹ ਐਂ ਨਹੀਂ ਕਹਿਣਾ ਮੇਰਾ ਕੋਈ ਰੋਲ ਹੈ। ਤੇ ਇੱਥੇ ਕੋਈ ਰੋਲ ਨਹੀਂ ਕਹਿ ਰਿਹਾ। ਇੱਕ ਹੋਏ ਤੂੰ ਆਪ ਇੱਕ ਹੋ, ਮੈਂ ਨਹੀਂ ਤੈਨੂੰ ਇੱਕ ਕਰ ਸਕਦਾ। ਤਾਂ ਉਗਵੇਂ, ਉਗਿਆਏਗਾ ਤੂੰ ਵੀ। ਉਗਣ ਦੇ ਵਿੱਚ ਮਦਦ ਕਰਨ ਵਾਲਾ ਪਰਮੇਸ਼ਰ ਹੈ। ਮੈਂ ਤੈਨੂੰ ਦੱਸਣ ਵਾਲਾ ਵੀ ਇੱਕ ਹੋ ਜਾ, ਇੱਕ ਮਨ ਇੱਕ ਚਿੱਤ ਹੋ ਜਾ। ਫੈਸਲਾ ਕਰ ਲੈ ਵੀ ਇੱਧਰ ਨੂੰ ਜਾਣਾ, ਸੰਸਾਰ ਤਿਆਗਣਾ, ਫਿਰ ਉਗਿਆਏਗਾ। ਵਰਨਾ ਨਹੀਂ ਉਗਦਾ। ਦੋ ਚਿੱਤੀ 'ਚ ਨਹੀਂ ਉਗਿਆ ਕੋਈ ਨਾ ਉਗੇ। ਤੇ ਆਪਣਾ ਤਾਂ ਕੋਈ ਰੋਲ ਨਹੀਂ ਦੱਸਿਆ ਰਾਮ ਕਰਨ ਵਿੱਚ, ਮੇਰਾ ਕੋਈ ਰੋਲ ਹੈ। ਆਪਣੀ ਤਾਂ ਕੋਈ ਗੱਲ ਨਹੀਂ ਕੀਤੀ ਹੈ। ਤੇ ਅਸੀਂ ਕਿਵੇਂ ਬਾੜ ਲਏ ਆ ਕੇ? ਇਹ ਸਭ ਹਿੰਦੂ ਮਤ ਹੈ ਜੋ ਅਸੀਂ ਬਾੜਿਆ ਹੈ। ਗੁਰਬਾਣੀ ਬਿਲਕੁਲ ਸਪਸ਼ਟ ਹੈ, ਬਿਲਕੁਲ ਸਪਸ਼ਟ ਹੈ। ਕਿਸੇ ਨੇ ਨਹੀਂ ਗੱਲ ਕਹੀ। ਇਹ ਡੁੱਬੇ ਕਾਤੇ ਅਸੀਂ ਡੁੱਬੇ ਇਸ ਕਰਕੇ ਆਦਮੀ ਦਾ ਸਹਾਰਾ ਪੜਦੇ ਹਾਂ। ਆਪਣੇ ਪੈਰਾਂ ਦੇ, ਆਪਣੇ ਹੱਥੀਂ ਆਪਣਾ ਕਾਜ ਸਵਾਰਨ ਦੇ ਮਤਲਬ ਹੈ ਪਾਸੇ ਅਸੀਂ ਗਏ ਹੀ ਨਹੀਂ। ਉਹ ਕਹਿੰਦੇ ਨੇ ਸਾਨੂੰ ਆਪ ਖੀਰ ਬਣਾ ਕੇ ਖਾਣ ਦੀ ਬਜਾਏ ਸਾਨੂੰ ਤਾਂ ਬਣੀ ਬਣਾਈ ਮਿਲ ਜਾਵੇ। ਆਦਤ ਪਈ ਹੋਈ ਹੈ, ਸਾਰੇ ਧਰਮਾਂ 'ਚ ਇਹੀ ਆਦਤ ਹੈ। ਉਹਨਾਂ ਦਾ ਲਾਰਾ ਲਾਇਆ ਝੂਠਾ ਸਾਰੀਆਂ ਮੱਤਾਂ ਨੇ। ਇੱਥੇ ਲਾਰਾ ਕੋਈ ਝੂਠਾ ਹੈ ਨਹੀਂ। ਕਾਮਯਾਬੀ ਆਪਣੇ ਪੈਰਾਂ 'ਤੇ ਖੜੇ ਹੋ ਕੇ। ਆਪ ਮਰੇ ਬਿਨਾ ਸੁਰਗ ਨਹੀਂ ਜਾਇਆ ਜਾ ਸਕਦਾ। ਇਹ ਨਹੀਂ ਹੋ ਸਕਦਾ ਕਿ ਮੁਰਗਾ ਦੇ ਦਿਓ ਸੁਰਗ ਤੁਸੀਂ ਚਲੇ ਜਾਓਗੇ, ਚੜਾ ਦਿਓ ਦੇਵੀ ਦੇ ਜਾ ਕੇ, ਜਾਂ ਬੱਕਰਾ ਚੜਾ ਦਿਓ। ਇੱਥੇ ਤਾਂ ਆਪਣੀਆਂ ਬਲੀ ਹੈ। ਦਸ ਪਾਤਸ਼ਾਹ ਨੇ ਆਪਣੀਆਂ ਮੰਗੀ ਆ ਵੀ ਆਪਣਾ ਸਿਰ ਦੇਣਾ ਜਿਹਨੇ ਦੇਣਾ। ਆਹੋ ਇੱਥੇ ਬੱਕਰੇ ਦਾ ਸਿਰ ਦਿੱਤੇ ਤੇ ਨਹੀਂ ਕਹਾ ਤੇਰੀ ਮੁਕਤੀ ਹੋਣੀ। ਆਪਣੇ ਤੋਂ ਬੱਕਰੇ ਦਾ ਸਿਰ ਦੇ ਦਿੱਤਾ, ਨਾਰੀਅਲ ਦੇ ਦਿੱਤਾ। ਉਹ ਸੰਕੇਤ ਦਿੱਤਾ ਸੀ ਵੀ ਆਪ ਮਰੇ ਤੇ ਹੀ ਗੱਲ ਬਣਨੀ ਹੈ, ਮਰਨ ਕਬੂਲ। ਇਹ ਸੰਸਾਰ ਛੱਡਣਾ ਕਬੂਲ ਨਹੀਂ ਤੇ ਨਿਰਾਕਾਰ ਤੇ ਦੇਸ਼ ਜਾਣਾ ਤੈਨੂੰ ਇੱਛਾ ਹੀ ਨਹੀਂ। ਜਿਹਨੂੰ ਸੰਸਾਰ ਛੱਡਣਾ ਕਬੂਲ ਨਹੀਂ ਤਾਂ ਨਿਰਾਕਾਰ ਦੇ ਦੇਸ਼ ਜਾਣ ਦੀਆਂ ਗੱਲਾਂ ਮੂੰਹ 'ਚ ਨੇ, ਅੰਦਰੋਂ ਨਹੀਂ ਹੈ। ਅੰਦਰ ਨਹੀਂ ਛੱਡਣਾ ਚਾਹੁੰਦਾ ਸੰਸਾਰ ਨੂੰ, ਗੱਲਾਂ ਮੂੰਹ ਦੇ ਵਿੱਚ ਹੀ ਕਰਦਾ ਹੈ। ਹਾਂਜੀ, ਸ਼ਬਦ ਹਰ, ਹਰ ਜਪੈ। ਸ਼ਬਦ ਹਰ, ਗੁਰਬਾਣੀ ਹਰ ਕਾ ਸ਼ਬਦ ਹੈ, ਗੁਰ ਕੀ ਬਾਣੀ ਹੈ। ਇਹ ਜੋ ਹਰੇ ਜਪਣਾ, ਹਰ ਕੀ ਹੈ ਇਹੀ ਸਮਝਣਾ। ਹਰ ਸਭ ਦੇ ਅੰਦਰ ਹੈ, ਆਪਣੇ ਵੀ ਅੰਦਰ ਹੈ। ਹਰ ਟੋਲਦਾ ਬਾਹਰ ਮੂਰਤੀ 'ਚੋਂ। ਉਹ ਜਿਹੜੀ ਤੇਰਾ ਸਰੀਰ ਮੂਰਤੀ ਇਹਦੇ ਵਿੱਚ ਹੈਗਾ, ਇਹਦੇ ਵਿੱਚ ਵੀ ਨਹੀਂ ਹਰ ਅਸਲ 'ਚ। ਹਰ ਤੇਰੇ ਮਨ ਦੇ ਵਿੱਚ ਹੈ। ਉਹ ਜਿਹੜਾ ਟੋਲਦਾ ਉਹਦੇ ਆਪਣੇ ਅੰਦਰ ਮਨ ਹਰ ਹੈ। ਜਿਹੜਾ ਮਨ ਟੋਲਦਾ ਫਿਰਦਾ ਨਾ ਤੀਰਥਾਂ ਦੇ, ਉਹਦੇ ਆਪਣੇ ਵਿੱਚ ਹੈ ਹਰ। ਆਪਣਾ ਅੰਦਰ ਫਰੋਲਦਾ ਨਹੀਂ, ਬਾਹਰ ਟੋਲਦਾ ਫਿਰਦਾ। ਆਪਣੇ ਅੰਦਰ ਫਰੋਲ ਲੈ। ਪਰ ਗੁਰਮੁਖਾਂ ਨੇ ਕੀ ਕੀਤਾ? ਗੁਰਮੁਖ ਢੂੰਡ ਢੁੰਡਿਆ ਹਰ ਸੱਜਣ ਲੱਦਾ ਰਾਮ ਰਾਜ, ਐਂ ਲੱਦਾ। ਉਹ ਗੱਲ ਕਹਿ ਰਿਹਾ ਪੱਟ ਖੋਲ ਕੇ। ਗੁਰਬਾਣੀ ਹਰ ਕੀ ਬਾਣੀ ਹੈ। ਇਹਦੇ 'ਚੋਂ ਸਮਝਣਾ ਕੀ ਹੈ, ਜਾਣਨਾ ਕੀ ਹੈ? ਹਰ ਨੂੰ ਜਾਣਨਾ। ਹਰ ਨੇ ਜੋ ਹਰ ਕੀ ਕਥਾ ਹੈ ਸਭ ਤੋਂ ਉੱਤਮ ਹਰ ਕੀ ਕਥਾ। ਇਹ ਹਰ ਨੇ ਆਪਣੀ ਉਹ ਕਥਾ ਕੀਤੀ ਹੈ, ਕਿਸੇ ਦੀ ਨਹੀਂ ਕੀਤੀ ਹੈ। ਕਿਸੇ ਪਰਮੇਸ਼ਰ ਦੀ ਕਥਾ ਥੋੜ੍ਹੀ ਹੈ। ਹਰ ਕੀ ਆਪਣੀ ਉਹ ਕਥਾ। ਇਹ ਹਰ ਕੀ ਕਥਾ ਹੈ। ਹਰ ਕੀ ਕਥਾ ਜੋ ਸਮਝ ਕਿਹਦੀ ਆਊ? ਹਰ ਦੀ ਉਹ ਸਮਝ ਆਉਣੀ ਹੈ। ਜਿਹਦੀ ਕਥਾ ਹੈ। ਜੇ ਰਾਮਾਇਣ ਦੀ ਕਥਾ ਸੁਣਾਂਗੇ, ਰਾਮ ਦੀ ਉਹ ਸਮਝ ਆਊ ਵਿੱਚੋਂ।
ਰਾਮ ਦੇ ਜੀਵਨ ਬਾਰੇ ਜਨਮ ਤੋਂ ਲੈ ਕੇ ਅਖੀਰ ਤੱਕ ਸਾਰੀ ਉਹੀ ਪਤਾ ਲੱਗੂਗਾ ਸਾਨੂੰ, ਤੇ ਹਰ ਕੀ ਕਥਾ ਜੋ ਹਰ ਦਾ ਪਤਾ ਲੱਗੂਗਾ। ਇਹ ਹਰ ਕੀ ਬਾਣੀ ਵਿੱਚੋਂ ਦੇਖੋ, ਗੁਰਬਾਣੀ ਨਹੀਂ ਵਰਤਿਆ ਲਫ਼ਜ਼ ਹਰ ਕੀ, ਹਰ ਗੁਰ ਸ਼ਬਦ ਨਹੀਂ ਵਰਤਿਆ, ਹਰ ਸ਼ਬਦ ਕਰਤਾ, ਗੱਲ ਇੱਕੋ ਹੀ ਹੈ। ਇਹ ਤਾਂ ਉਹਨਾਂ ਭਾਸ਼ਾ ਦਾ ਗਿਆਨ ਹੈ, ਉਹਨੂੰ ਭੱਟ ਨੂੰ ਭਾਸ਼ਾ ਦਾ ਗਿਆਨ ਹੈ। ਜਿਹੜੀ ਗੁਰਮੁਖੀ ਭਾਸ਼ਾ ਹੈ ਇਹ ਵੇਦ ਮਤਲਬ ਹੈ, ਸਮਝ ਲਓ ਬ੍ਰਹਮ ਵਿਦਿਆ ਹੈ, ਬ੍ਰਹਮ ਵਿਦਿਆ ਦਾ ਗਿਆਨ ਹੈ ਭੱਟ ਨੂੰ, ਇਹ ਬ੍ਰਹਮ ਵਿਦਿਆ ਹੈ। ਹਰ ਗੁਰ ਇੱਕੋ ਹੀ ਹੈ। ਹਰ ਕੀ ਕਥਾ ਚੋਂ, ਹਰ ਕੇ ਉਪਦੇਸ਼ ਦੇ ਵਿੱਚੋਂ, ਹਰ ਕੇ ਸ਼ਬਦ ਦੇ ਵਿੱਚੋਂ ਹਰ ਦਾ ਹੀ ਗਿਆਨ ਮਿਲਣਾ। ਹਰ ਜਪੈ ਨਾਮ ਨਮ ਨਿਧੀ ਅਪੈ। ਹਰ ਜਪੈ, ਜਪਣ ਲਫ਼ਜ਼ ਦਾ ਅਰਥ ਆ ਗਿਆ ਹਰ ਨੂੰ ਜਾਣੇ, ਜਪਣਾ ਜਾਣਨਾ। ਅੱਜ ਜੇ ਜਾਣ ਲਿਆ ਨਾ, ਜਾਣਦੇ ਨੂੰ ਮਿਲਣਾ ਕੀ ਹੈ? ਨਾਮ ਨਮ ਨਿਧੀ ਅਪੈ। ਨਾਮ ਜਿਹੜਾ ਗਿਆਨ ਹੈ, ਨੌ ਨਦੀਆਂ ਦਾ ਗਿਆਨ ਹੈ ਨਾ, ਉਹ ਅਰਪਣ ਕਰਦੀ ਹੈ। ਇਹ ਸ਼ਬਦ ਉਹ ਅਰਪਣ ਕਰਦਾ, ਉਹ ਪ੍ਰਾਪਤ ਹੁੰਦਾ ਉੱਥੋਂ, ਉਹ ਮਿਲਦਾ ਹੈ। ਨਾਨਕ ਅੰਮ੍ਰਿਤ ਪ੍ਰਭ ਕਾ ਨਾਮ, ਉੱਥੇ ਤੱਕ ਲੈ ਜਾਂਦਾ। ਫਿਰ ਇਹ ਨਵਾਂ ਖਜ਼ਾਨਾ, ਨਾਨਕ ਦੇ ਮਤਲਬ ਨਵਾਂ ਖਜ਼ਾਨਾ ਗਿਆਨ ਦਾ ਇਹਦੇ ਵਿੱਚ ਪਾਇਆ ਹੋਇਆ। ਗੁਰਬਾਣੀ ਦਾ ਖਜ਼ਾਨਾ, ਜੇ ਗੁਰਬਾਣੀ ਦੀ ਸੋਝੀ ਨਵੀਂ ਹੈ, ਇਹ ਕਿਸੇ ਗ੍ਰੰਥ 'ਚ ਨਹੀਂ ਇਹ ਹੈਗੀ, ਹੋਰ ਕਿਸੇ ਵਿਚਾਰਧਾਰਾ 'ਚੋਂ ਨਹੀਂ ਮਿਲਣੀ ਤੁਹਾਨੂੰ। ਇਹ ਨਵਨਿਧੀ ਹੈ, ਨਵਾਂ ਖਜ਼ਾਨਾ ਹੀ ਹੈ। ਇਹ ਅਰਪਣ ਕਰਦਾ ਹੈ। ਇਹ ਸ਼ਬਦ ਆਪਾ ਦਾ ਮਤਲਬ ਅਰਪਣ ਹੁੰਦਾ, ਪ੍ਰਾਪਤ ਹੁੰਦਾ ਹੈ। ਆਪਾ ਰਸਨ ਅਹਨਿਸ ਰਸ ਹੈ। ਰਸਨ ਐਸਾ ਰਸ, ਰਸਨ ਦੇ ਵਿੱਚ ਆਉਂਦਾ ਹੈ, ਦਿਨ ਰਾਤ ਰਸ ਆਉਂਦਾ ਫਿਰ ਇਹ 'ਚੋਂ। ਰਸਨ ਅਹਨਿਸ ਰਸ ਹੈ, ਇਸ ਰਸ ਦੇ ਵਿੱਚ ਦਿਨ ਰਾਤ ਮਗਨ ਹੋ ਜਾਂਦਾ। ਫਿਰ ਸ਼ਬਦ ਵਿਚਾਰ ਕਰਦਾ ਰਹਿੰਦਾ ਹੈ, ਗੁਰਬਾਣੀ ਦੀ ਸਮਝ ਆਉਂਦੀ ਰਹਿੰਦੀ ਹੈ, ਉਹਨੂੰ ਲੋੜ ਹੀ ਨਹੀਂ ਰਹਿੰਦੀ, ਸੰਸਾਰ ਨੂੰ ਭੁੱਲ ਜਾਂਦਾ। ਐਸਾ ਖਜ਼ਾਨਾ ਪ੍ਰਾਪਤ ਹੁੰਦਾ ਹੈ, ਸੰਸਾਰ ਦੀ ਕੀਮਤ ਇਹਦੇ ਬਰਾਬਰ ਕੁਛ ਨਹੀਂ ਹੈ। ਸੰਸਾਰ ਦੀ ਕੋਈ ਵੱਡੀ ਤੋਂ ਵੱਡੀ ਪੋਸਟ, ਵੱਡੀ ਤੋਂ ਵੱਡੀ ਕੋਈ ਉਹਦਾ, ਵੱਡੇ ਤੋਂ ਵੱਡਾ ਕੋਈ ਧਨ ਦੌਲਤ, ਕੋਈ ਇਹਦੇ ਮੁਕਾਬਲੇ 'ਚ ਨਹੀਂ ਹੈ। ਸੰਸਾਰ ਇਹਦੇ ਮੁਕਾਬਲੇ 'ਚ ਕੌਡੀ ਹੈ। ਸੰਸਾਰ ਦਾ ਕੋਈ ਮਾਨ ਸਨਮਾਨ ਇੱਜ਼ਤ ਇਹਦੇ ਤੁੱਲ ਕੀ ਹੈ? ਤਾਂ ਇਹਦੇ ਬਿਲਕੁਲ ਇੱਕ ਕਰਨ ਬਰਾਬਰ ਨਹੀਂ ਇਹਦੇ ਕੁਛ ਵੀ। ਸੰਸਾਰ ਨਾਸਵੰਤ, ਨਾਸਵੰਤ 'ਚ ਰੱਖਿਆ ਕੀ ਹੈ? ਸੰਸਾਰ ਤਾਂ ਸਾਰੇ ਨਾਸਵੰਤ ਹੈ। ਇਹ ਤਾਂ ਐਵੇਂ ਥੋੜ੍ਹੀ ਦੇਰ ਦੀਆਂ ਇੱਜ਼ਤਾਂ ਨੇ ਸੰਸਾਰ ਦੀਆਂ, ਪਿੱਛੋਂ ਕੋਈ ਜਾਣਦਾ ਵੀ ਨਹੀਂ। ਕੌਣ ਸਿਆਣਦਾ ਕਿੰਨੇ ਰਾਜੇ ਤੇ ਹੋ ਕੇ ਚਲੇ ਗਏ, ਨੌ ਵੀ ਨਹੀਂ ਜਾਣਦੇ ਲੋਕ ਉਹਨਾਂ ਦਾ ਕੀ ਹੈ। ਹਾਂਜੀ, ਰਸਨ ਅਹਨਿਸ ਰਸ ਹੈ ਸਤ ਕਰ ਜਾਣਿਓ। ਰਸਨ ਅਹਨਿਸ ਰਸ ਹੈ ਸਤ ਕਰ ਜਾਣਿਓ, ਕਿਉਂਕਿ ਉਹ ਆਪ ਭੱਟ ਨੂੰ ਇਹ ਆ ਰਿਹਾ ਰਸ। ਕਹਿੰਦਾ ਆਪਣੀ ਗੱਲ ਦੱਸ ਲਿਆ ਵੀ ਸੱਚੀ ਗੱਲ ਕਹਿਣਾ, ਮੈਨੂੰ ਆ ਰਿਹਾ, ਆਉਂਦਾ ਹੀ ਹੁੰਦਾ ਸਾਰਿਆਂ ਨੂੰ। ਹੈਂ, ਸਤ ਕਰ ਜਾਣਿਓ, ਇਹ ਗੱਲ ਵੀ ਸੱਚ ਮੰਨ ਲਿਓ, ਕਦੇ ਮੈਂ ਝੂਠ ਨਹੀਂ ਬੋਲਦਾ। ਸੱਚ ਕਰਕੇ ਮੰਨਿਓ ਇਹਨੂੰ। ਸੱਚ ਕਰਕੇ ਮੰਨਦਾ ਕੌਣ ਹੈ? ਜੇ ਸੱਚ ਕਰਕੇ ਜਿਹੜਾ ਮੰਨਦਾ ਉਹਨੂੰ ਰਸ ਆ ਵੀ ਜਾਂਦਾ। ਉਸੇ ਨੂੰ ਆਇਆ ਜਿਹਨੇ ਸੱਚ ਕਰਕੇ ਮੰਨਿਆ। ਜੇ ਕਿਸੇ ਨੂੰ ਪਤਾ ਵੀ ਧਰਤੀ ਹੇਠ ਪਾਣੀ ਹੈ, ਤਾਂ ਚਾਹੇ 200 ਫੁੱਟ ਤੇ ਹੈ, ਚਾਹੇ 100 ਫੁੱਟ ਤੇ ਹੈ, ਚਾਹੇ 50 ਫੁੱਟ ਤੇ ਹੈ। ਜਿਹਨੂੰ ਪਤਾ ਵੀ ਇੱਥੇ 250 ਫੁੱਟ ਤੇ ਪਾਣੀ ਹੈ, ਚੁੱਪ ਕਰਕੇ 250 ਫੁੱਟ ਦੀ ਉਹਨੇ ਪੱਟਣਾ ਹੀ ਪੱਟਣਾ ਵੀ ਭਾਈ ਉੱਥੋਂ ਹੀ ਮਿਲਣਾ, ਪਹਿਲਾਂ ਨਹੀਂ ਮਿਲਣਾ। ਤੇ ਜਿਹਨੂੰ ਪਤਾ ਨਹੀਂ ਆ ਉਹ ਕਹਿੰਦਾ ਉੱਥੇ ਤਾਂ 10 ਫੁੱਟ ਤੇ ਪਾਣੀ ਸੀ, ਆਪਾਂ 50 ਫੁੱਟ ਪੱਟ ਲਿਆ, ਛੱਡੋ ਪਰੇ, ਇੱਥੇ ਨਹੀਂ ਮਿਲਣਾ ਪਾਣੀ, ਉੱਥੇ ਛੱਡ ਦੂਗਾ, ਕਿਉਂਕਿ ਉਹਨੂੰ ਭਰੋਸਾ ਕੋਈ ਨਹੀਂ, ਪਤਾ ਕੋਈ ਨਹੀਂ, ਗਿਆਨ ਕੋਈ ਨਹੀਂ। ਇਸ ਕਰਕੇ ਪੱਟ ਕਹਿ ਰਿਹਾ ਵੀ ਇਹ ਆਊਗਾ ਰਸ, ਆਉਂਦਾ ਹੈ ਸੱਚ ਕਰਕੇ ਮੰਨਿਓ, ਪਰ ਛੇਤੀ ਉਹ ਨਹੀਂ ਆ ਜਾਂਦਾ। 4 ਕੁ ਦਿਨ 'ਚ ਕਹਿ ਦੋ ਵੀ ਰਸ ਨਹੀਂ ਆਇਆ, ਛੱਡ ਦੋ, ਆਊਗਾ ਜ਼ਰੂਰ। ਹਾਂਜੀ, ਹੁਣ ਪ੍ਰੇਮ ਰੰਗ ਪਾਈ ਹੈ ਗੁਰਮੁਖ ਹੈ ਧਿਆਈ ਹੈ। ਹੁਣ ਪ੍ਰੇਮ ਰੰਗ ਪਾਈ ਹੈ, ਫਿਰ ਕੀ ਹੈ? ਫਿਰ ਕਹਿੰਦੇ ਪ੍ਰੇਮ ਦਾ ਰੰਗ ਚੜ ਜਾਂਦਾ, ਸੁਭਾਅ ਬਦਲ ਜਾਂਦਾ।
ਸੁਭਾਅ ਬਦਲ ਜਾਂਦਾ। ਪ੍ਰੇਮ ਮੋਹ ਦੀ ਜਗ੍ਹਾ ਪ੍ਰੇਮ ਹੋ ਜਾਂਦਾ। ਮੋਹ ਹੈ ਨਾ, ਮੋਹ 'ਚ ਆਪਣਾ ਪਰਾਇਆ, ਬੈਰੀ ਬਗਾਨਾ, ਤੇਰਾ ਮੇਰਾ ਸਭ ਛੁੱਟ ਜਾਂਦਾ ਹੈ। ਜਦ ਪ੍ਰੇਮ ਰੰਗ ਹੁੰਦਾ ਸਾਰਾ ਹੀ ਛੁੱਟ ਜਾਂਦਾ। ਪ੍ਰਾਣੀ ਨਾ ਤੇਰਾ ਨਾ ਮੇਰਾ, ਕਿਆ ਤੇਰਾ ਕਿਆ ਮੇਰਾ, ਸਭ ਕੋ ਮੀਤ ਹਨ ਆਪਨ ਕੀ ਨਾ ਹਮ ਸਭ ਹੂੰ ਕੇ ਸਾਜਨ। ਐ ਸੁਭਾਅ ਬਦਲਦਾ ਫਿਰ ਇਹ। ਫਿਰ ਇਹਨੂੰ ਪ੍ਰੇਮ ਰੰਗ ਕਹਿੰਦੇ ਨੇ। ਮੂੰਹ ਨਾਲ ਪ੍ਰੇਮ ਰੰਗ ਨਹੀਂ ਹੈਗਾ। ਪਰ ਸਿੱਖੀ ਦਾ ਪ੍ਰਚਾਰ ਨਫ਼ਰਤ ਦਾ ਪ੍ਰਚਾਰ ਇਸ ਵਕਤ ਵੀ ਨਫ਼ਰਤ ਹੈ। ਜੋ ਮਰਜੀ ਕਹੇ ਜਾਣ ਨਫ਼ਰਤ ਹੈ ਇਹਨਾਂ 'ਚ। ਨਫ਼ਰਤ ਕਰਕੇ ਅਸੀਂ ਦੁਸ਼ਮਣੀ ਪੈਦਾ ਕੀਤੀ ਹੈ। ਦੁਸ਼ਮਣੀਆਂ ਪੈਦਾ ਕੀਤੀ ਹੈ ਸੰਸਾਰ 'ਚ ਅਸੀਂ। ਉਹ ਗੱਲ ਇਸੇ ਕਰਕੇ ਸਾਡੀ ਇੱਜ਼ਤ ਹੈ ਨਹੀਂ। ਇੱਜ਼ਤ ਕਿੱਥੋਂ ਹੋਵੇ? ਅਸੀਂ ਤਾਂ ਦੁਸ਼ਮਣੀ ਪੈਰ ਪੈਰ 'ਤੇ ਪੈਦਾ ਕਰ ਲਈ। ਜੋ ਮਾਇਆ ਦੀ ਦੌੜ 'ਚ ਪਊਗਾ ਦੁਸ਼ਮਣ ਉਹਦੇ ਬਦਲਣਗੇ। ਮਾਇਆ ਦੀ ਦੌੜ 'ਚ ਦੁਸ਼ਮਣ ਨੇ ਇੱਥੇ ਇੱਕ ਦੂਏ ਦੇ। ਭਾਈ ਦਾ ਭਾਈ ਦੁਸ਼ਮਣ ਹੋ ਜਾਂਦਾ ਇੱਥੇ। ਤਾਂ ਮਾਇਆ ਦੀ ਦੌੜ 'ਚ, ਮਾਇਆ ਦੀ ਦੌੜ ਜਿਹੜਾ ਉਹ ਦੁਸ਼ਮਣ ਪੈਦਾ ਕਰੂਗਾ। ਹੋਣਗੇ ਹੀ ਜੋਰ ਲਾਲ ਵਿੱਚ ਹੈ। ਜਿੰਨੇ ਬੜੇ ਬੜੇ ਮਾਇਆ ਦੀ ਦੌੜ 'ਚ ਮਿਨਿਸਟਰ ਨੇ ਦੁਸ਼ਮਣ ਉਹਨਾਂ ਦੇ ਜ਼ਿਆਦਾ ਨੇ। ਉਹ ਫੌਜ ਜਿਹੜੀ ਆਲੇ ਦੁਆਲੇ ਫਿਰਦੀ ਰਹਿੰਦੀ ਹੈ ਸਿਕਿਉਰਿਟੀ ਗਾਰਡਾਂ ਦੀ, ਕਾਹਤੇ ਫਿਰਦੀ ਹੈ? ਦੁਸ਼ਮਣ ਜ਼ਿਆਦਾ ਨੇ। ਜਿੰਨਾ ਬੜਾ ਹੁੰਦਾ ਚਲੇ ਜੋ ਉਹਨਾਂ ਦੁਸ਼ਮਣ ਵੱਧਦੇ ਚਲੇ ਜਾਣੇ ਨੇ। ਜ਼ਰੂਰੀ ਉਹ ਕੰਮ ਕਰਨਾ ਜਿੱਥੇ ਦੁਸ਼ਮਣੀ ਵਧੇ, ਉਦੋਂ ਨੂੰ ਜ਼ਰੂਰ ਜਾਣਾ। ਪਰ ਨਸ਼ਾ ਲੋਕਾਂ ਨੂੰ ਜਾਂਦੇ ਨੇ, ਉਹ ਵੀ ਨਸ਼ਾ ਇੱਕ, ਉਹ ਜਾਂਦੇ ਨੇ। ਇੱਧਰ ਵੀ ਨਸ਼ਾ, ਉੱਧਰ ਵੀ ਨਸ਼ਾ। ਇੱਧਰ ਨਿਮਰਤਾ ਦਾ ਨਸ਼ਾ, ਉੱਧਰ ਹੰਕਾਰ ਦਾ ਨਸ਼ਾ। ਸਮੁੰਦਰ ਜਗ੍ਹਾ ਸਾਰਿਆਂ ਨੂੰ ਨੀਵਾਂ, ਪਰ ਪਾਣੀ ਉੱਥੇ ਹੀ ਰਹਿੰਦਾ, ਸਾਰੇ ਸੁੱਕ ਜਾਂਦਾ। ਦੁਨੀਆ 'ਚ ਪਾਣੀ ਨਾ ਰਹੇ ਕਿਤੇ ਸਮੁੰਦਰ 'ਚ ਰਹੂਗਾ। ਸਾਡੇ ਸੁੱਕ ਜਵੇ, ਧਰਤੀ ਦਾ ਪਾਣੀ ਥੱਲੇ ਚਲੇ ਜਾਵੇ, ਸਮੁੰਦਰ 'ਚ ਫਿਰ ਵੀ ਰਹਿੰਦਾ। ਮੀਂਹ ਨਾ ਪਵੇ, ਛੱਪੜ ਸਰੋਵਰ ਸੁੱਕ ਜਾਣ, ਨਦੀਆਂ ਸੁੱਕ ਜਾਣ, ਹੋ ਸਕਦਾ, ਪਰ ਸਮੁੰਦਰ 'ਚ ਪਾਣੀ ਫਿਰ ਵੀ ਰਹੂਗਾ। ਸਮੁੰਦਰ 'ਚ ਆਉਣਾ ਪਾਣੀ ਨਾ। ਕਿਉਂ? ਨੀਵੇਂ ਹੋ ਨਿਵੇਂ ਸੋ ਗੌਰਾ ਹੋਏ। ਜਿਹਦਾ ਹਿਰਦਾ ਨੀਵਾਂ ਸਾਰਾ ਉੱਥੇ ਹੀ ਆ ਜਾਣਾ, ਇਕੱਠਾ ਹੋ ਗਿਆ ਸਭ ਕੁਛ। ਉੱਥੇ ਨੂੰ ਨੀਵੇਂ ਹੁੰਦੇ ਨੇ, ਫਿਰ ਉੱਥੇ ਨੂੰ ਨੀਵੇਂ ਹੁੰਦੇ ਨੇ। ਉਹਦੇ ਵੱਲ ਝਾਕਦੇ ਨੇ ਵੀ ਇਹ ਕੁਛ ਕਰੂਗਾ, ਹੁਣ ਉੱਥੋਂ ਵੀ ਪਊਗਾ। ਤੇ ਦੁਖੀ ਹੁੰਦੇ ਨੇ, ਫਿਰ ਪਰਮੇਸ਼ਰ ਵੱਲ ਝਾਕਦੇ ਨੇ ਵੀ ਇਹੀ ਕੁਛ ਕਰੂਗਾ ਹੁਣ। ਗਰੀਬ ਦੁਖੀ ਹੁੰਦਾ, ਉਹ ਵੀ ਉੱਥੇ ਝਾਕਦਾ। ਹਾਂਜੀ। ਹੁਣ ਪ੍ਰੇਮ ਰੰਗ ਪਾਈ ਹੈ, ਗੁਰਮੁਖਾ ਹੈ ਧਿਆਈ ਹੈ। ਫਿਰ ਪ੍ਰੇਮ ਰੰਗ ਪਾਈ ਹੈ, ਫਿਰ ਪ੍ਰੇਮ ਰੰਗ ਦੇ ਵਿੱਚ ਰੰਗਿਆ ਜਾਂਦਾ ਮਨ। ਮਨ ਪ੍ਰੇਮ ਰੰਗ ਦੀ ਨਾ, ਮਨ ਤਾਂ ਨਫ਼ਰਤ ਦੇ ਰੰਗ 'ਚ ਰੰਗਿਆ ਹੋਇਆ। ਕਾਲਾ ਰੰਗ ਨਫ਼ਰਤ ਹੈ, ਪ੍ਰੇਮ ਦਾ ਰੰਗ ਲਾਲ ਹੈ। ਜਿਹੜਾ ਲਾਲ ਰੰਗ ਹੈ ਨਾ, ਉਹ ਪ੍ਰੇਮ ਦਾ ਹੈ, ਤੇ ਕਾਲਾ ਰੰਗ ਨਫ਼ਰਤ ਦਾ। ਹੁਣ ਪ੍ਰੇਮ ਰੰਗ ਪਾਈਆ, ਫਿਰ ਪ੍ਰੇਮ, ਉਹਦੇ ਬਾਅਦ ਕਹਿੰਦੇ ਪ੍ਰੇਮ ਰੰਗ ਚੜ੍ਹਦਾ। ਹੁਣ ਹਾਂ, ਪਿੱਛੋਂ ਚੜ੍ਹਦਾ ਸਾਰਿਆਂ ਤੋਂ। ਜਿਹਨੇ ਪ੍ਰੇਮ ਕੀਓ ਤਾਂ ਪ੍ਰਭ ਪਾ ਲਿਆ, ਪਿੱਛੋਂ ਹੀ ਚੜੂਗਾ। ਜੇ ਪ੍ਰਭ ਪਹਿਲਾਂ ਹੀ ਪਾ ਲਿਆ, ਪਿੱਛੇ ਕੀ ਕਰਨਾ? ਇਹ ਸਾਰੀ ਗੱਲ ਸਿਸਟਮੈਟਿਕ ਤਰੀਕੇ ਨਾਲ ਚੱਲਦੀ ਹੈ। ਪੂਰੀ ਗੱਲ ਸਮਝੀ ਹੋਈ ਲੈ, ਸਮਝੀ ਬਿਨਾਂ ਸਮਝੀ ਤੇ ਐਂਟਰੀ ਹੋ ਜਾਂਦੀ ਇੱਥੇ। ਪ੍ਰੇਮ ਕਿਉਂ ਤੇ ਨਹੀਂ, ਫਿਰ ਤਾਂ ਪ੍ਰਭ ਪਾ ਲਿਆ, ਫਿਰ ਕੀ ਕਰਨਾ ਸੀ? ਜਾਂ ਪ੍ਰਭ ਹੀ ਪਾ ਲਿਆ, ਬਾਕੀ ਕੀ ਕਰਨਾ ਰਹਿ ਗਿਆ ਸੀ? ਇਸ ਤਰੀਕੇ ਨਾਲ ਜੇ ਬਾਣੀ ਨਹੀਂ ਸਮਝ ਆਈ, ਇਹ ਸਾਨੂੰ ਸਮਝ 'ਚ ਨਹੀਂ ਆਉਣੀ, ਫਿਰ ਅਰਥ ਨਹੀਂ ਹੋ ਸਕਣੇ। ਅਹਨਿਸ ਰਸਨ, ਅਹਨਿਸ ਰਸ ਹੈ ਸਤ ਕਰ ਜਾਨੀ ਹੋ। ਰਸਨ ਅਹਨਿਸ ਰਸ ਹੈ ਸਤ ਕਰ ਜਾਨੀ ਹੋ। ਜਿਆਦਾ ਅਹਨਿਸ ਰਸ ਹੈ, ਫਿਰ ਉਹਦੇ ਬਾਅਦ ਪ੍ਰੇਮ ਰੰਗ ਚੜ੍ਹਨਾ। ਹੁਣ ਪ੍ਰੇਮ ਰੰਗ ਪਾਈ ਹੈ। ਜਦ ਦਿਨ ਰਾਤ ਜੁੜਿਆ ਹੀ ਨਹੀਂ ਹੋਇਆ ਉਹਦੇ ਨਾਲ। ਗੁਰਬਾਣੀ ਨਾਲੇ ਪਹਿਲਾਂ ਤਾਂ ਪ੍ਰੇਮ ਵੱਜਣਾ ਉਹਦਾ। ਇਹ ਰਸ ਨਾਲੇ ਪ੍ਰੇਮ ਵੱਜਣਾ ਪਹਿਲਾਂ ਤਾਂ। ਪਹਿਲਾਂ ਤਾਂ ਰਸੇ ਗੁਰਬਾਣੀ ਦੇ ਅਰਥ ਨਹੀਂ ਚੰਗੇ ਲੱਗਦੇ, ਇਹੀ ਭੈੜੇ ਲੱਗਦੇ ਨੇ। ਅੰਮ੍ਰਿਤ ਤਾਂ ਕੌੜਾ ਲੱਗਦਾ, ਉਹ ਅੰਮ੍ਰਿਤ ਕੌੜਾ ਲੱਗਦਾ, ਭਿੱਖਿਆ ਮਿੱਠੀ ਲੱਗਦੀ ਹੈ। ਪ੍ਰੇਮ ਇੱਥੇ ਕਿੱਥੇ? ਇਹਦੇ ਨਾਲ ਗੁਰਬਾਣੀ ਨਾਲ। ਜੇ ਗੁਰਬਾਣੀ ਨਾਲ ਪ੍ਰੇਮ ਆਊਗਾ ਤਾਂ ਪ੍ਰੇਮ ਦਾ ਰੰਗ ਚੜ੍ਹਨ ਲੱਗਣਾ। ਫਿਰ ਜੋ ਗੁਰਬਾਣੀ ਕਹਿੰਦੇ ਉਹਨੂੰ ਮੰਨਣ ਲੱਗਣਾ। ਮੰਨਣ ਲੱਗਣਾ, ਸੁਭਾਅ ਬਦਲਣਾ। ਮੰਨੇ ਤੋਂ ਹੀ ਬਦਲਾਅ ਹੋਣਾ, ਮੰਨੇ ਤੋਂ ਬਿਨਾਂ ਬਦਲਾਅ ਹੋਣਾ ਹੀ ਨਹੀਂ। ਜਿੰਨੇ ਮਰਜ਼ੀ ਲੜੀਆਂ ਦੇ ਪਾਠ ਕਰਾਈ ਜਾਓ,
ਲੜੀਆਂ ਦੇ ਪਾਠ ਕਰਾਉਣ ਦਾ ਤਾਂ ਮਤਲਬ ਇਹ ਵੀ ਅਸੀਂ ਮੰਨਦੇ ਨਹੀਂ। ਲੜੀਆਂ ਦੇ ਬਹੁਤੇ ਪਾਠਾਂ ਨਾਲੇ ਸਾਡੇ ਤੇ ਰੰਗ ਚੜ੍ਹ ਜਾਵੇ, ਮੰਨਣਾ ਤਾਂ ਅਸੀਂ ਹੈ ਨਹੀਂ। ਕੋਈ ਜਾਦੂ ਹੋ ਜਾਵੇ, ਜਾਂ ਫਿਰ ਬਈ ਬਿਜ਼ਨਸ ਹੈ ਉਹਨਾਂ ਦਾ। ਜ਼ਿਆਦਾ ਪਾਠ ਕਰਨੇ ਇਕੱਠੇ, ਉਹ ਪਾਠੀਆਂ ਨੂੰ ਥੋੜ੍ਹੇ ਪੈਸੇ ਦੇਣੇ, ਦੂਜਿਆਂ ਤੋਂ ਜ਼ਿਆਦਾ ਲੈਣੇ, ਇਹ ਬਿਜ਼ਨਸ ਹੈ ਉਹਨਾਂ ਦਾ। ਹੋਰ ਇਹਦਾ ਫਾਇਦਾ ਫੂਦਾ ਤਾਂ ਕੋਈ ਨਹੀਂ। ਹਾਂ, ਹੁਣ ਪ੍ਰੇਮ ਰੰਗ ਪਾਈ ਹੈ, ਗੁਰਮੁਖ ਹੈ ਧਿਆਈ ਹੈ। ਜਾਂ ਪ੍ਰੇਮ ਰੰਗ ਪਾਈਏ, ਇਹ ਕਿਹਨੂੰ ਹੈ? ਉਹ ਗੁਰਮੁਖ ਬਣ ਜਾਂਦਾ, ਫੇਰ ਗੁਰਮੁਖ ਹੈ ਉਹ। ਗੁਰਮੁਖ ਹੈ ਧਿਆਈ ਹੈ, ਬਸ ਫਿਰ ਗੁਰਮੁਖ ਹੈ ਜਿਹੜਾ, ਉਹਦਾ ਧਿਆਨ ਟਿਕ ਜਾਂਦਾ ਹੈ, ਫਿਰ ਅੰਦਰ ਧਿਆਨ ਹੋ ਜਾਂਦਾ ਹੈ। ਜਦ ਪ੍ਰੇਮ ਰੰਗ ਆ ਫਿਰ ਅੰਦਰ ਧਿਆਨ, ਫਿਰ ਬਾਹਰ ਕੋਈ ਦੁਸ਼ਮਣ ਹੈ ਨਹੀਂ, ਬੈਰੀ ਵਗਾਨਾ ਨਹੀਂ, ਕੋਈ ਬਾਹਰੋਂ ਉਹਨੇ ਕੁਝ ਲੈਣਾ ਹੀ ਨਹੀਂ। ਉਹ ਦੇਖੋ ਆ ਸਾਰਾ ਸੰਸਾਰ ਹੈ, ਇੱਕ ਬਾਪ ਹੈ, ਉਹਦਾ 4-5 ਉਹਦੇ ਮੁੰਡੇ ਨੇ, ਗਾਂ ਮੁੰਡਿਆਂ ਦੇ 4-4 ਨੇ, ਬੜਾ ਬਹੁਤ ਬੜਾ ਪਰਿਵਾਰ ਹੈ, ਪੋਤੇ ਨੇ, ਦੋਤੇ ਨੇ, ਬਹੁਤ ਬੜਾ ਪਰਿਵਾਰ। ਉਹ ਕਹਿੰਦੇ ਨੇ ਜਾਂ ਮਰਦਾ ਬੜਾ ਖੁਸ਼, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ ਵੀ ਮੇਰੀ ਬਹੁਤ ਬੜੀ ਜਾਇਦਾਦ ਸੀ, ਸਾਂਭਣ ਵਾਲੇ ਹੈਗੇ ਨੇ। ਪਰ ਜੇ ਕੋਈ ਨਾ ਹੋਵੇ ਉਹਦੇ ਸਾਂਭਣ ਵਾਲਾ, ਫਿਰ ਉਹ ਇਹਨਾਂ ਦੇ ਗ੍ਰੰਥ ਵੀ ਕਹਿੰਦੇ ਨੇ ਵੀ ਉਹਦੀ ਮੁਕਤੀ ਨਹੀਂ ਹੁੰਦੀ ਪੁੱਤਰ ਬਿਨਾਂ। ਉਹ ਭਟਕਦਾ ਵੀ ਮੇਰੀ ਜਾਇਦਾਦ ਨੂੰ ਕੌਣ ਸਾਂਭੂ, ਕਿਉਂਕਿ ਪੁੱਤਰਾਂ ਨਾਲ ਦਾ ਪ੍ਰੇਮ ਉਹਦਾ ਮੋਹ ਹੈ, ਚਾਹੇ ਮੋਹ ਹੈ, ਬਾਕੀਆਂ ਦਾ ਮੋਹ ਹੈ ਨਹੀਂ। ਇਹ ਪ੍ਰੇਮ ਸਾਰੇ ਸੰਸਾਰ ਨਾਲ ਹੈ। ਸੰਸਾਰ ਛੱਡਣਾ ਤਾਂ ਸੌਖਾ ਕਿਉਂਕਿ ਪ੍ਰੇਮ ਹੈ ਵੀ ਆਪਣੇ ਹੀ ਬੰਦੇ ਨੇ, ਆਪਣੇ ਨੇ ਉਹਦੇ ਸਾਰੇ ਹੀ, ਆਪਣੇ ਨੂੰ ਛੱਡ ਕੇ ਗਿਆ, ਕਿਹਨੂੰ ਛੱਡ ਕੇ ਗਿਆ? ਸੰਸਾਰ ਛੱਡਣਾ ਤਾਂ ਸੌਖਾ, ਛੱਡੇ ਤਾਂ ਹੁੰਦਾ, ਸੰਸਾਰ ਨਹੀਂ ਛੱਡ ਕਿਵੇਂ ਹੋ ਜੂ? ਆਪਣਿਆਂ ਨੂੰ ਦੇ ਕੇ ਜਾਂਦਾ ਕੋਈ ਚੀਜ਼, ਫਿਰ ਜੇ ਸਾਰੇ ਹੀ ਆਪਣੇ, ਜੇ ਸਾਰੇ ਆਪਣੇ ਨੇ, ਸੰਸਾਰ ਵੀ ਇਹਨਾਂ ਨੂੰ ਦੇ ਦਿੱਤਾ ਵੀ ਭਾਈ ਤੁਸੀਂ ਵਰਤੋ, ਪਿੱਛੇ ਪਿੱਛੇ ਆਉਣਾ ਆ ਜਾਓ, ਨਹੀਂ ਇੱਥੇ ਵਰਤੋ। ਰਹੋਗੇ ਔਖੇ, ਰਹੋਗੇ ਤਾਂ ਔਖੇ ਹੀ ਸੰਸਾਰ 'ਚ, ਪਰ ਤੁਹਾਡੀ ਮਰਜ਼ੀ ਹੈ, ਜੇ ਨਹੀਂ ਗੱਲ ਬਣਨੀ ਤਾਂ ਵਰਤੀ ਜਾਓ, ਇੱਥੇ ਰਹੋ। ਜੇ ਆਪਣੇ ਨਹੀਂ ਮੰਨਦਾ ਸੰਸਾਰ ਛੱਡਣਾ ਔਖਾ, ਤਿਆਗ ਔਖਾ। ਤਿਆਗ ਉਹ ਚੀਜ਼ ਹੈ ਜਿਹੜੀ ਆਪਣੇ ਕੋਲ ਚਲੀ ਜਾਵੇ। ਇਹ ਪ੍ਰੇਮ ਰੰਗ ਦਾ ਕਾਰਨ ਹੈ। ਕੋਈ ਹਰ ਗੱਲ ਦੇ ਡੀਪ ਕਾਰਨ ਨੇ। ਹੁਣ ਡੀਪ ਕਾਰਨ ਨੇ ਜਿਹੜੇ, ਉਹਨਾਂ ਦੀ ਗੱਲ ਕਰਦੇ ਆ, ਉਹ ਅਰਥ ਤਾਂ ਬਹੁਤ ਪਿੱਛੇ ਦੀ ਗੱਲ ਰਹਿ ਗਈ। ਹਾਂਜੀ, ਅਨਮਾਰਗ ਤਜੋ ਭਜੋ ਹਰ ਗਿਆਨੀਓ। ਅਨਮਾਰਗ ਤਜੋ, ਬਾਕੀ ਸਾਰੇ ਮਾਰਗ ਛੱਡ ਦੋ ਸੰਸਾਰ ਦੇ, ਜਿੰਨੀਆਂ ਵੀ ਮੱਤਾਂ ਨੇ ਸਭ ਦਾ ਤਿਆਗ ਕਰ ਦੋ। ਅਨਮਾਰਗ ਤਜੋ, ਬਾਕੀ ਸਾਰੇ ਮਾਰਗ ਛੱਡ ਦਿਓ, ਤਿਆਗ ਦਿਓ। ਹਰ ਭਜੋ ਗਿਆਨੀਓ, ਹਰ ਭਜੋ ਗਿਆਨੀਓ, ਆਪਣੇ ਅੰਦਰ ਹਰ ਹੈ ਜਿਹੜਾ, ਉਹਦੇ ਨਾਲ ਜੁੜ ਜਾਓ। ਅੰਦਰ ਹਰ ਦੇ ਨਾਲ ਜੁੜੇ ਰਹੋ, ਬਾਕੀ ਮਾਰਗ ਛੱਡ ਦਿਓ। ਬਾਕੀ ਮਾਰਗ ਤਾਂ ਹਰ ਤੋਂ ਦੂਰ ਕਰਨ ਵਾਲੇ ਨੇ, ਮਾਇਆ ਨਾਲ ਜੋੜਨ ਵਾਲੇ ਨੇ, ਉਹ ਮਾਇਆ ਨਾਲ ਜੋੜ ਕੇ ਰੱਖਣ ਵਾਲੇ ਨੇ। ਹਰ ਜਿੰਨੇ ਮਾਰਗ ਨੇ ਸਾਰਿਆਂ ਨੇ ਕੀ ਕੀਤਾ? ਸਾਰਿਆਂ ਨੇ ਸੰਸਾਰ ਤੇ ਰਾਜ ਦੀ ਇੱਛਾ ਕੀਤੀ ਹੈ। ਇਸਲਾਮ ਪੈਦਾ ਹੋਇਆ, ਉਹਨੇ ਦੂ ਕਰਕੇ ਸਾਰੀ ਦੁਨੀਆ ਤੇ ਰਾਜ ਕਰਨਾ। ਹੁਣ ਵੀ ਕਹਿੰਦੇ ਨੇ ਸਾਰੀ ਦੁਨੀਆ ਤੇ ਅਸੀਂ ਇਸਲਾਮ ਪੈਦਾ ਕਰਨਾ, ਰਾਜ। ਅਸਲ ਇਸਲਾਮ ਕਾਹਨੂੰ ਪੈਦਾ ਕਰਨਾ? ਰਾਜ ਪੈਦਾ ਕਰਨਾ। ਇਸਲਾਮ ਤਾਂ ਉਹ ਆਪ ਨਹੀਂ ਮੰਨਦੇ, ਇਸਲਾਮ ਨੂੰ ਤਾਂ ਆਪ ਨਹੀਂ ਮੰਨਦੇ। ਉਹ ਇਸਲਾਮ ਦਾ ਤਾਂ ਬਹਾਨਾ ਹੈ, ਐਵੇਂ ਇਹਨਾਂ ਦਾ ਖਾਲਿਸਤਾਨ ਵਾਲਿਆਂ ਦਾ ਬਹਾਨਾ। ਇਹ ਤਾਂ ਇਹ ਰਾਜ ਦੀ ਇੱਛਾ ਹੁੰਦੀ ਹੈ ਨਾ ਲੋਕਾਂ ਦੇ, ਆਪਣੇ ਅੰਦਰ ਧਰਮ ਦਾ ਬਹਾਨਾ ਬਣਾ ਲੈਂਦੇ ਨੇ। ਇਹ ਜੇ ਹਿੰਦੂਤ ਵਾਲੇ ਨੇ ਬਹਾਨਾ ਧਰਮ ਦਾ ਕੱਢਦੇ ਨੇ, ਅੰਦਰ ਕੁਝ ਹੋਰ ਹੁੰਦਾ। ਜਿਨ ਮਨ ਹੋਰ ਮੁਖ ਹੋਰ, ਮੂੰਹ 'ਚ ਕੁਛ ਹੁੰਦਾ, ਮਨ 'ਚ ਕੁਛ ਹੁੰਦਾ। ਇਹ ਜੇ ਮਾਰਗ ਸਾਰੇ ਛੱਡ ਦਿਓ। ਹਰ ਭਜੋ ਗਿਆਨੀਓ, ਹਰ ਭਜੋ ਗਿਆਨੀਓ, ਭਜੋ ਹਰ ਗਿਆਨੀਓ, ਭਜੋ ਹਰ ਗਿਆਨੀਓ। ਘੱਟ ਜੇ ਹਰਜੂ ਬਸਦਾ, ਆਪਣੇ ਸਾਰਿਆਂ ਨਾਲੇ ਜੁੜ ਗਏ, ਸਾਰੇ ਹਰ ਨਾਲੇ ਜੁੜ ਗਏ, ਤਾਂ ਹੀ ਪ੍ਰੇਮ ਹੈ ਨਾ। ਹਰ ਨਾਲ ਜੁੜ ਜਾਓ, ਪ੍ਰੇਮ ਸਾਰਿਆਂ ਨਾਲੇ। ਜੇ ਹਰ ਨਾਲ ਜੁੜੋਗੇ ਸਾਰਿਆਂ ਨਾਲ ਆਪੇ ਪ੍ਰੇਮ ਹੋ ਗਿਆ। ਘੱਟ ਚ ਹਰ ਜੂਗਾ। ਕਿਹੜੇ ਹਰ ਨਾਲ ਨਹੀਂ ਜੁੜੇ ਹੋਏ ਤੁਸੀਂ? ਕਿਹੜਾ ਹਰ ਹੈ ਜਿਹਦੇ ਨਾਲ ਨਹੀਂ ਜੁੜੇ ਹੋਏ? ਹਰ ਤਾਂ ਘੱਟ ਮੈਂ ਹਰ ਜੂ ਬਸ ਹੈ। ਜੇ ਹਰ ਨਾਲ ਜੁੜ ਗਏ, ਸਾਰੀ ਜਗ੍ਹਾ ਜੁੜ ਗਏ। ਬਚਨ ਗੁਰ ਰਿਦ ਧਰੋ
ਪੰਚ ਭੂ ਬਸ ਕਰੋ। ਬਚਨ ਗੁਰ ਰਿਦ ਧਰੋ। ਗੁਰਬਾਣੀ ਦੇ ਜਿਹੜੇ ਬਚਨ ਨੇ ਨਾ, ਬਚਨ ਗੁਰ ਆ ਗਿਆ ਹੁਣ, ਪਹਿਲਾਂ ਹਰ ਕੀ ਸ਼ਬਦ ਹਾਰਾਇਆ ਸੀ, ਸ਼ਬਦ ਹਾਰਾਇਆ ਤਾਂ ਹੁਣ ਗੁਰ ਬਚਨ ਆ ਗਿਆ। ਉਹੀ ਗੱਲ ਗੁਰ ਰਿਦ ਧਰੋ। ਬਚਨ ਗੁਰ ਰਿਦ ਧਰੋ। ਗੁਰਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ, ਇੱਕ ਇੱਕ ਲਫ਼ਜ਼ ਹਿਰਦੇ 'ਚ ਵਸਾ ਲਓ। ਬਚਨ ਗੁਰ ਰਿਦ ਧਰੋ। ਭੱਟ ਕਹਿ ਰਿਹਾ ਹੈ, ਸਿੱਖਾਂ ਨੂੰ ਕਹਿ ਰਿਹਾ ਵੀ ਸਮਝੋ, ਇੱਕ ਇੱਕ ਲਫ਼ਜ਼ ਨੂੰ ਅੰਦਰ ਵਸਾ ਲਓ। ਪੰਚ ਭੂ ਬਸ ਕਰੋ। ਪੰਚ ਭੂ ਬਸ ਕਰੋ। ਆ ਜਿਹੜੇ ਸਾਰੇ ਬੜੇ ਬੜੇ ਵਕਾਰ ਨੇ ਨਾ ਤੁਹਾਡੇ, ਪੰਚ ਭੂ, ਪੰਚ ਭੂ ਅਸਲ ਦੇ ਵਿੱਚ ਤਾਂ ਪੰਜ ਭੂ ਇਹੀ ਨੇ, ਗਿਆਨ ਇੰਦਰੇ ਨੇ। ਜੇ ਗਿਆਨ ਇੰਦਰੇ ਕਾਬੂ 'ਚ ਨੇ, ਸਭ ਕੁਝ ਕਾਬੂ 'ਚ। ਉਹ ਲੋਭ ਕੀ ਕਹਿੰਦਾ, ਜਾਂ ਦੇਖਣਾ ਹੀ ਨਹੀਂ ਹੈ, ਦ੍ਰਿਸ਼ਟੀ ਬਦਲ ਗਈ ਦੇਖਣ ਦੀ। ਲੋਭ ਤਾਂ ਹੋਊ ਜੇ ਲੋਭ ਵਾਲੀ ਕੋਈ ਚੀਜ਼ ਦੇਖੂ। ਉਹ ਤਾਂ ਦੇਖਦਾ ਹੀ ਨਹੀਂ ਹੈ, ਮਾਇਆ ਤਾਂ ਦੇਖਦਾ ਹੀ ਨਹੀਂ। ਜਾਂ ਮਾਇਆ ਨਹੀਂ ਦੇਖਦਾ, ਜਿਹੜੀ ਚੀਜ਼ ਮਾਇਆ ਦੇਖਦਾ ਹੀ ਨਹੀਂ, ਇੱਛਾ ਕਿਵੇਂ ਪੈਦਾ ਹੋਊ? ਇੱਛਾ ਉਹਦੀ ਪੈਦਾ ਹੋਈ ਜਿਹੜੀ ਚੀਜ਼ ਦੇਖੂਗਾ। ਬਿਨ ਦੇਖੇ ਉਪਜੇ ਨਹੀਂ। ਉਹ ਤਾਂ ਹਰ ਤੇ ਬਿਨਾਂ ਕੋਈ ਦੀਂਦਾ ਹੀ ਨਹੀਂ ਉਹਨੂੰ। ਘੜ ਘੜ ਮੈਂ ਹਰ ਜੂਏ ਦੀਂਦਾ, ਹੋਰ ਦੀਂਦਾ ਹੀ ਕੁਛ ਨਹੀਂ। ਤੇ ਫਿਰ ਉਹ ਬਿਮਾਰ, ਯਾਨੀ ਦੇਖਣਾ ਨਹੀਂ ਕੁਛ ਹੈ, ਤਿਰਕੁਟੀ 'ਚ ਨਹੀਂ ਜਾਣਾ। ਦੇਖਣ ਵਾਸਤੇ ਅੱਖਾਂ ਨਹੀਂ ਦੇਖਣ ਵਾਸਤੇ, ਮਾਇਆ ਨੂੰ ਦੇਖਣ ਵਾਸਤੇ ਤਿਰਕੁਟੀ 'ਚ ਨਹੀਂ ਜਾਣਾ। ਮਾਇਆ ਦੀ ਕੋਈ ਗੱਲ ਸੁਣਨ ਵਾਸਤੇ ਤਿਰਕੁਟੀ 'ਚ ਨਹੀਂ ਜਾਣਾ। ਮਾਇਆ ਦੇ ਜਿਹੜੇ ਰਸ-ਕਸ ਨੇ, ਇਹਨਾਂ ਦਾ ਟੇਸਟ ਲੈਣ ਵਾਸਤੇ ਤਿਰਕੁਟੀ 'ਚ ਨਹੀਂ ਜਾਣਾ। ਆ ਜਿਹੜੀ ਨੱਕ ਨਹੀਂ ਵਾਸ ਆਉਂਦੀ ਹੈ, ਸੁਗੰਧ ਦੁਰਗੰਧ, ਇਹਦਾ ਅਨੁਭਵ ਭੂਤੀ ਵਾਸਤੇ ਤਿਰਕੁਟੀ 'ਚ ਨਹੀਂ ਜਾਣਾ। ਇਹ ਰਸਾਂ, ਮਾਇਆ ਦੇ ਰਸਾਂ ਵਾਸਤੇ ਤਿਰਕੁਟੀ ਜਾਣ ਦੀ, ਦਿਮਾਗ ਤੋਂ ਕੰਮ ਲੈਣ ਦੀ ਲੋੜ ਹੀ ਨਹੀਂ। ਰਸ ਨਾਮ ਦਾ ਲੈਣਾ ਬਸ। ਬਾਕੀ ਰਸੇ ਛੱਡੇ ਹੋਏ ਨੇ, ਤੇ ਤਿਰਕੁਟੀ ਜਾਣ ਦੀ ਲੋੜ ਕੀ ਰਹਿ ਗਈ? ਜੇ ਰਸ ਬਦਲ ਗਿਆ, ਮਾਇਆ ਦਾ ਆ ਗਿਆ, ਥੱਲੇ ਡਿੱਪਿਆ, ਫਿਰ ਉਹ ਟੁੱਟ ਕੇ, ਫਿਰ ਹਰ ਵਿਸਰ ਗਿਆ, ਫਿਰ ਹਰ ਵਿਸਰ ਗਿਆ, ਫਿਰ ਖੁਆਰੀ ਸ਼ੁਰੂ ਹੋ ਗਈ। ਜੇ ਹਰ ਛੁੱਟ ਗਿਆ, ਹਰ ਨੂੰ ਧਿਆਨ ਟੁੱਟ ਗਿਆ, ਤਿਰਕੁਟੀ ਚਲਿਆ ਗਿਆ ਹਿਰਦੇ 'ਚੋਂ, ਫਿਰ ਗਿਆ, ਫਿਰ ਮਾਇਆ 'ਚ ਫਿਰ ਚਲਾ ਗਿਆ, ਫਿਰ ਤਾਂ ਜਾ ਵੜਿਆ ਨਰਕ 'ਚ, ਫਿਰ ਜਾ ਵੜਿਆ। ਹਾਂਜੀ, ਪੰਜ ਭੂ ਬਸ ਕਰੋ। ਇਹਨਾਂ ਨੂੰ ਬਸ ਕਰੋ। ਇਹ ਲੈ ਵੜਦੇ ਨੇ, ਇਹ ਗਿਆਨ ਇੰਦਰੇ ਨੇ ਜਿਹੜੇ ਗਿਆਨ ਇੰਦਰੇ, ਇਹੀ ਮਾਇਆ 'ਚ ਲੈ ਕੇ ਵੜਦੇ ਨੇ। ਜਿੰਨਾ ਚਿਰ ਗਿਆਨ ਇੰਦਰੇ ਨਹੀਂ ਸੀ ਕੰਮ ਕਰਦੇ, ਗਰਭ 'ਚ ਮਾਇਆ 'ਚ ਨਹੀਂ ਵੜ ਸਕਿਆ ਹੈ ਜਾ ਕੇ। ਲੋਭ ਇਹਦੇ ਵਿੱਚ ਨਹੀਂ ਸੀ, ਮੋਹ ਇਹਦੇ 'ਚ ਨਹੀਂ ਸੀ, ਕੁਛ ਵੀ ਨਹੀਂ ਸੀ ਇਹਦੇ ਵਿੱਚ। ਉਹ ਬਾਅਦ 'ਚ ਪੈਦਾ ਹੋਏ ਨੇ। ਪੈਦਾ ਕਿਹਨੇ ਕੀਤੇ? ਗਿਆਨ ਇੰਦਰਿਆਂ ਨੇ ਪੈਦਾ ਕੀਤੇ ਨੇ। ਇਹ ਰੂਪ ਔਰ ਰੰਗ ਦਾ ਜਿਹੜਾ ਇੱਛਾ ਹੈ, ਜੇ ਅੱਖਾਂ ਹੋਣਗੀਆਂ ਤਾਂ ਹੀ ਪੈਦਾ ਹੋਊ। ਅੱਖਾਂ ਹੀ ਨਹੀਂ ਹੈ, ਰੂਪ ਰੰਗ ਦਾ ਇੱਛਾ ਹੀ ਨਹੀਂ ਪੈਦਾ ਹੋ ਸਕਦੀ। ਇਸ ਕਰਕੇ ਗਿਆਨ ਇੰਦਰਿਆਂ ਨੂੰ ਬਚ ਕਰੋ, ਪੰਜਾਂ ਨੂੰ। ਇਹ ਨੇਤਰੋ ਮੇਰੇ ਹਰ ਤੁਮੇ ਜੋ ਤਰੀ ਹਰ ਬਿਨ ਵਰਨਾ ਦੇਖੋ ਕੋਈ। ਜੋ ਹਰ ਬਿਨਾਂ ਕੋਈ ਦੇਖਣਾ ਹੀ ਨਹੀਂ, ਤੇ ਬਾਕੀ ਚੀਜ਼ ਦੀ ਇੱਛਾ ਕਿਵੇਂ ਪੈਦਾ ਹੋ ਜੂ? ਲੋਭ ਕਿਵੇਂ ਪੈਦਾ ਹੋ ਜੂਗਾ? ਜੇ ਲੋਭ ਹੈ ਫਿਰ ਕਾਹਦਾ? ਇਹ ਲਾਲਚ ਹੈ ਗੁਣ ਤੋਂ ਉਚਰੂ। ਹਰ ਨੂੰ ਦੇਖ ਰਿਹਾ, ਹਰ ਨੂੰ ਕਹਿੰਦਾ ਲਾਲਚ ਹੈ ਵੀ ਤੇਰੇ ਗੁਣ ਉਚਾਰਨ ਕਰਾਂ। ਦੇਖ ਜੋ ਹਰ ਨੂੰ ਰਿਹਾ। ਇਹ ਗੱਲਾਂ ਕਿੱਥੋਂ ਆਈਆਂ ਹੋਈਆਂ ਨੇ, ਕਿਵੇਂ ਆਈਆਂ ਨੇ? ਮਾਇਆ ਨੂੰ ਦੇਖਦਾ, ਮਾਇਆ ਦਾ ਲੋਭ ਪੈਦਾ ਹੁੰਦਾ। ਜੇ ਹਰ ਨੂੰ ਦੇਖਦਾ, ਹਰ ਦਾ ਕੀ? ਹਰ ਦੇ ਗੁਣ ਗਾਉਣ ਦਾ ਲੋਭ ਹੋਊਗਾ, ਹੋਰ ਤਾਂ ਕੁਛ ਹੋ ਨਹੀਂ ਸਕਦਾ। ਵੀ ਤੇਰੇ ਗੁਣ ਗਾਵਾਂ ਜਿਹਨਾਂ ਤੂੰ ਖੁਸ਼ ਹੋਵੇਂ। ਤੈਨੂੰ ਖੁਸ਼ ਕਰਨ ਖਾਤਰ ਗੁਣੇ ਗਾ ਸਕਦਾ ਨਾ। ਹਾਂਜੀ, ਜਨਮ ਕੁਲ ਉਧਰੋ ਦਵਾਰ ਹਰ ਮਾਨੀਓ। ਜਨਮ ਕੁਲ ਉਧਰੋ, ਜਿਹੜਾ ਜਨਮ ਹੈ ਨਾ, ਅਰ ਕੁਲ ਹੈ, ਕੁਲ ਇਹਦਾ ਉਧਾਰ ਕਰੋ। ਆ ਜਿਹੜੀ ਕੁਲ ਹੈ ਆਪਣੀ, ਕੁਲ ਇੱਕੋ ਹੀ ਕੁਲ ਹੈ, ਕੁਲਾਂ ਦਾ ਉਹ ਨਹੀਂ ਹੈ। ਜਾਂ ਘੜ ਘੜ ਚ ਹਰ ਜੂਗਾ ਕੁਲ ਦੂਈ ਕਿਹਦੀ ਹੈ? ਇੱਕੋ ਕੁਲ ਹੈ। ਸਰੀਰ ਦੀਆਂ ਕੁਲਾਂ ਬਣਾ ਲੀਆਂ ਇਹਨਾਂ ਨੇ। ਜਾਂ ਇੱਕ ਪਿਤਾ ਇੱਕ ਸਕਿਆਮ ਬਾਰਕਾਂ, ਕੁਲ ਦੂਈ ਕਿਹਦੀ ਹੈ?
एक पिता, पिता कौन है? हर, घट घट में हर जू बस है, वो तो पैदा होए ने। कौ कबीर तू राम की, जे राम की अंश है भी कुल एक है, कुल एक है। ये सारी कुल का उधार करो। जिहड़ी मनुखा कुल है ये कुल का उधार करो सारी का। द्वार हरि मानियो सगल कुल जन्म कुल उधरो। हाँ, जन्म लैके अपनी कुल का जन्म लै, जन्म पदार्थ, जन्म पदार्थ नू प्राप्त करो और अपनी कुल का उधार करो। द्वार हर मानियो, द्वार हर मानियो, यही हर के द्वार की एंट्री है। ये उधार करना जन्म पदार्थ, यही हर द्वार, यही हरि के द्वार की एंट्री है। होर कोई हर के द्वार की एंट्री नहीं है। इन्होंने हरिद्वार बाहर बनाया ना, हरिद्वार ये कह रहा है, हरिद्वार जब बाहर बनाया ना, हरिद्वार यही हरिद्वार है, वो हरिद्वार नहीं हैगा। उन्होंने हरिद्वार कटे उदो अंबरसर तो है नहीं ना, हरिद्वार है। अंबरसर तो नो ही नहीं है उदो। जो तां सब सुख इतो तो तुम बंछवो हो। हाँ, जो तां सब सुख इतो तो तुम बंछवो। जेड़े जे तुसी चाहते हो, जे थोड़ी इच्छा है वंशद हो, इच्छा है कि ए लोक चर परलोक तुहानू सारे सुख मिलन। जो तां सब सुख इतो तो तुम हाँ हाँ, बंछवो। सारे सुख की प्राप्ति चाहते हो, जो इत्थे और उत्थे तुत लोक परलोक च। गुरु गोरा गुरु जप प्रानियो। ਤਾਂ ਇਹ ਕਰੋ, ਗੁਰੂ ਜਿਹੜਾ ਹੈਗਾ ਗਿਆਨ ਗੁਰੂ ਹੈ, ਉਹਨੂੰ ਆਪਣੀ ਅਗਵਾਈ ਲਓ, ਉਹ ਤੋਂ ਅਗਵਾਈ ਲਓ, ਉਹਦੀ ਰੋਸ਼ਨੀ ਚੱਲੋ। ਕਿਸੇ ਬੰਦੇ ਦੀ ਰੋਸ਼ਨੀ 'ਚ, ਕਿਸੇ ਮੱਤ ਦੀ ਰੋਸ਼ਨੀ, ਬਥੇਰੀਆਂ ਮੱਤਾਂ ਨੇ, ਬਿਲਕੁਲ ਜਾਣ ਦੀ ਲੋੜ ਨਹੀਂ। ਕਿਸੇ ਬੰਦੇ ਦੀ ਕੋਈ ਗੱਲ ਸੁਣਨ ਦੀ, ਮੰਨਣ ਦੀ ਲੋੜ ਨਹੀਂ, ਚਾਹੇ ਕੋਈ ਵੀ ਹੋਵੇ। ਕਿਸੇ ਨੇ ਕਿੰਨੀਆਂ ਤੁਹਾਨੂੰ ਕੁਝ ਵੀ ਦੱਸਿਆ ਹੋਵੇ, ਉਹਨੇ ਜੋ ਦੱਸਿਆ ਗਿਆਨ, ਉਹ ਗਿਆਨ ਦਾ ਜੇ ਦੀਵਾ ਮਜ਼ਬੂਤ ਹੈ, ਉਹ ਦੀਵੇ ਦੀ ਰੋਸ਼ਨੀ ਜਾ ਸਕਦੇ ਹੋ ਤੁਸੀਂ। ਜੇ ਤੁਹਾਡੇ ਭਰਮ ਦਾ ਨਾਸ ਹੋ ਗਿਆ, ਗਿਆਨ ਦੀ ਰੋਸ਼ਨੀ ਲੈ ਲਓ। ਬੰਦੇ ਦੀ ਮਾਨਤਾ ਨਾ ਦਿਲ 'ਚ ਰੱਖਿਓ। ਬੰਦਾ ਤਾਂ ਮਾਇਆ। ਗੁਰਬਾਣੀ ਦੇ ਵਿੱਚ ਗਿਆਨ ਹੈ ਜਿਹੜਾ, ਜਦੋਂ ਇੱਕ ਸਟੈਂਡਰਡ 'ਤੇ ਪਹੁੰਚ ਜਾਂਦਾ ਫਿਰ ਉਹਨੂੰ ਆਪ ਵੀ ਪਤਾ ਲੱਗ ਜਾਂਦਾ ਵੀ ਇੱਥੋਂ ਗਲਤੀ ਹੋਈ ਹੈ। ਟੀਕਾਕਾਰਾਂ ਨੇ ਗਲਤੀਆਂ ਕੀਤੀਆਂ ਨੇ। ਪਹਿਲਾਂ ਲੋਕ ਟੀਕਾ ਪੜ੍ਹਦੇ ਨੇ, ਪਹਿਲਾਂ ਉਹਨਾਂ ਨੂੰ ਬੜੇ ਟੀਕੇ ਚੰਗੇ ਲੱਗਦੇ ਨੇ, ਠੀਕ ਲੱਗਦੇ ਨੇ, ਪਰ ਹੌਲੀ ਹੌਲੀ ਉਹ ਦੇਖਦੇ ਨੇ ਵੀ ਟੀਕਾਕਾਰ ਵੀ ਗਲਤੀ ਕਰ ਗਏ ਕਿਤੇ ਪਿਛਲੇ, ਆਪ ਵੀ ਪਤਾ ਲੱਗ ਜਾਂਦਾ ਉਹਨੂੰ। ਹਾਂਜੀ, ਗੁਰੂ ਗੋਰਾ ਗੁਰੂ ਜਪ ਸਤਕਾਰ। ਗੁਰੂ ਗੁਰ, ਜਿਹੜਾ ਗੁਰੂ ਹੈ ਇਹੀ ਰਹਿਬਰ ਹੈ, ਇਹਦੀ ਰੋਸ਼ਨੀ ਚੱਲਣਾ। ਰਹਿਬਰ ਹੈ, ਦੀਵਾ ਹੈ, ਇਹਦੀ ਰੋਸ਼ਨੀ 'ਚ ਚੱਲਣਾ, ਨਾ ਕਿ ਕਿਸੇ ਆਦਮੀ ਦੇ ਪਿੱਛੇ ਚੱਲਣਾ। ਜੇ ਤੁਹਾਡੇ ਕੋਲ ਦੀਵਾ ਹੈ, ਜਿੱਥੇ ਜਾਓਗੇ ਉੱਥੇ ਇਕੱਲੇ ਜਾਣਾ। ਜੇ ਮਾਰ ਕੇ ਜਾਤ ਅਕੇਲਾ, ਫਿਰ ਉੱਥੇ ਰਹਿਬਰ ਕੀ ਕਰੂ ਤੁਹਾਡਾ? ਇੱਥੇ ਤਾਂ ਰਹਿਬਰ ਹੈ, ਉੱਥੇ ਰਹਿਬਰ ਕਿੱਥੋਂ ਲਿਆਓਗੇ? ਜੇ ਰਹਿਬਰ ਇਹ ਨਾਮ ਦਾ ਦੀਵਾ ਤੁਹਾਡੇ ਨਾਲੇ ਰਹਿਣਾ, ਉਹਨੂੰ ਰਹਿਬਰ ਬਣਾਓ ਜਿਹੜਾ ਨਾਲ ਰਹੂ ਤੁਹਾਡੇ ਉਸ ਵੇਲੇ ਜਿੱਥੇ ਜਾਣਾ। ਹਰ ਨਾਮ ਹਾਂ ਸੰਗ ਸੇਲਾ, ਨਾਮ ਉੱਥੇ ਸੇਲਾ। ਫਿਰ ਉੱਥੇ ਨਾਮ ਦਾ ਉਹੀ ਕਹਿੰਦਾ ਵੀ ਇਹਨੂੰ ਰਹਿਬਰ ਬਣਾਓ। ਇੱਥੇ ਵੀ ਹੁਣ ਵੀ ਰਹਿਬਰ ਉਸ ਨੂੰ ਬਣਾਉਣਾ ਅਸੀਂ। ਆਦਮੀ ਤਾਂ ਇਹਦੇ 'ਚ ਤੇਲ ਪਵਾ ਲਓ ਆਦਮੀ ਤੋਂ। ਆਦਮੀ ਦੀਵੇ ਤੇਲ ਪਾ ਸਕਦਾ, ਹੋਰ ਕੁਝ ਨਹੀਂ ਕਰ ਸਕਦਾ। ਗਿਆਨ ਤੇਲ ਹੈ, ਤੱਤ ਤੇਲ ਹੈ। ਤੇਲ ਤਾਂ ਉਹ ਪਾ ਸਕਦਾ, ਤੁਹਾਨੂੰ ਸਮਝਾ ਸਕਦਾ ਤੇਲ, ਪਰ ਦੀਵਾ ਤੁਸੀਂ ਤੁਹਾਡੇ ਹੱਥ 'ਚ ਰਹਿਣਾ। ਤੇਲ ਜਾਲਣਾ, ਦੀਵਾ ਬੁਝਣ ਨਹੀਂ ਦੇਣਾ। ਉਹ ਤਾਂ ਹੁਣ ਤੁਹਾਡੀ ਜ਼ਿੰਮੇਵਾਰੀ ਹੋਈ ਹੈ। ਇਹ ਨਹੀਂ ਨਾ ਭੱਜੇ ਜਾਂਦੇ ਅੜ ਘੰਟੇ ਪਿਆ, ਦੀਵਾ ਵੀ ਗਿਆ, ਆਪ ਵੀ ਗਿਆ। ਕਾਲੇ ਨਹੀਂ ਕਰ ਸਕਦੇ ਤੁਸੀਂ। ਸਹਿਜ ਅਵਸਥਾ 'ਚ ਹੋ ਕੇ ਦੀਵਾ ਰਹੂਗਾ, ਸਹਿਜ ਅਵਸਥਾ ਦੀਵਾ ਟਿਕਿਆ ਰਹੂਗਾ, ਜਲੂਗਾ। ਕਾਲਿਆਂ ਕੋਲ ਦੀਵੇ ਨਹੀਂ ਜਲਦੇ ਹੁੰਦੇ। ਹਾਂਜੀ, ਅਗੰਮ ਗੁਣ ਜਾਣ ਨਿਧਾਨ ਹਰ ਮਨ ਧਰੋ।
ਧਿਆਨ ਐਨਿਸ ਕਰੋ ਬਚਨ ਗੁਰ ਹਿਰਦੈ ਧਰ ਅਗੰਮ ਗੁਣ ਜਾਣ ਅਗੰਮ ਗੁਣ ਜਾਣ ਜਿਹੜੇ ਅਗੰਮੀ ਗੁਣ ਨੇ ਨਾ ਹਰ ਦੇ ਮਨੁੱਖੀ ਬੁੱਧੀ ਤੋਂ ਪਰੇ ਦੇ ਗੁਣ ਨੇ ਜਿਹੜੇ ਉਹ ਇੱਥੇ ਦੱਸੇ ਹੋਏ ਨੇ ਹਰ ਨੇ ਆਪੇ ਦੱਸੇ ਨੇ ਆਪਣੇ ਗੁਣ ਅਗੰਮ ਗੁਣ ਜਾਣ ਸਾਨੂੰ ਨਹੀਂ ਸੀ ਪਤਾ ਕਿਸੇ ਨੂੰ ਨਹੀਂ ਪਤਾ ਉਹਦੇ ਗੁਣ ਉਹਨੇ ਆਪਣੇ ਗੁਣ ਆਪੇ ਦੱਸੇ ਨੇ ਕਿਵੇਂ ਆ ਕੁਦਰਤ ਦੇ ਵਿੱਚੋਂ ਉਹਦੇ ਗੁਣੇ ਨੇ ਕੁਦਰਤ ਵਿੱਚ ਅਗੰਮ ਗੁਣ ਜਾਣ ਨਿਧਾਨ ਹਰ ਮਨ ਧਰੋ ਨਿਧਾਨ ਹਨ ਮਨ ਧਰੋ ਉਹ ਗੁਣਾਂ ਦਾ ਜਿਹੜਾ ਖਜ਼ਾਨਾ ਹੈ ਨਿਧਾਨ ਹਰੀ ਮਨ ਧਰੋ ਹਰ ਕੇ ਗੁਣਾਂ ਦਾ ਜਿਹੜਾ ਖਜ਼ਾਨਾ ਹੈ ਜਿਹੜਾ ਹਰ ਨੇ ਪਰਮੇਸ਼ਰ ਦੇ ਗੁਣਾਂ ਦਾ ਖਜ਼ਾਨਾ ਜੋ ਦੇਖ ਹੈਗਾ ਉਹ ਜਿਹੜਾ ਹੈਗਾ ਉਹਨੂੰ ਸਮਝ ਲਓ ਹਿਰਦੇ 'ਚ ਵਸਾ ਲਓ ਅਗੰਮ ਗੁਣ ਜਾਣ ਨਿਧਾਨ ਉਹ ਜਾਣ ਕੇ ਅਗੰਮ ਗੁਣਾਂ ਦਾ ਗਿਆਨ ਅਗੰਮ ਗੁਣ ਜਾਣ ਨਿਧਾਨ ਜਿਆਦਾ ਅਗੰਮ ਗੁਣਾਂ ਨੂੰ ਜਾਣ ਲੈਂਦੇ ਆ ਉਹਨਾਂ ਨੂੰ ਮਨ ਦੇ ਵਿੱਚ ਵੀ ਵਸਾਉਣਾ ਨਾ ਗੁਣ ਭੁੱਲ ਥੋੜੀ ਜਾਣੇ ਨੇ ਉਹਨਾਂ ਦਾ ਖਜ਼ਾਨਾ ਗਿਆਨ ਦਾ ਖਜ਼ਾਨਾ ਗੁਣਾਂ ਦੇ ਵਿੱਚੋਂ ਗਿਆਨ ਪ੍ਰਾਪਤ ਹੁੰਦਾ ਹੈ ਹਰੀ ਮਨ ਧਰੋ ਗੁਣ ਵਿੱਚ ਗਿਆਨ ਪ੍ਰਾਪਤ ਹੋਏ ਗੁਣ ਜਿੰਨਾ ਚਿਰ ਸਾਡੇ ਕੋਲ ਨਹੀਂ ਹੈ ਉਹਨਾਂ 'ਚ ਰੋਸ਼ਨੀ ਵੀ ਗੁਣਾਂ 'ਚੋਂ ਹੀ ਆਉਣੀ ਹੈ ਸਮਝ ਵੀ ਗੁਣਾਂ 'ਚੋਂ ਹੀ ਆਉਣੀ ਹੈ ਇਹ ਤਾਂ ਹੀਰੇ ਨੇ ਪਾਏ ਹੋਏ ਜਵਾਹਰਾਤ ਦਾ ਢੇਰ ਥਾਲ 'ਚ ਇਹਦੇ 'ਚੋਂ ਰੋਸ਼ਨੀ ਮਿਲਣੀ ਹੈ ਦੀਵਾ ਥੋੜੀ ਹੈ ਤੇਲ ਥੋੜੀ ਜਲਦਾ ਕੋਈ ਬੱਤੀ ਥੋੜੀ ਹੈ ਗੁਣਾਂ ਦੀ ਰੋਸ਼ਨੀ ਹੈ ਹਰੀ ਮਨ ਧਰੋ ਧਿਆਨ ਐਨਿਸ ਕਰੋ ਹਰੇ ਮਨ ਧਰੋ ਜਿਹੜਾ ਹਰ ਹੈ ਨਾ ਮਨ ਦੇ ਵਿੱਚ ਉਹਨੂੰ ਵਸਾਓ ਹਰ ਮਨ ਦੇ ਵਿੱਚ ਹੀ ਹੈ ਮਨ ਦੇ ਵਿੱਚ ਹੀ ਹੈ ਧਿਆਨ ਐਨਿਸ ਕਰੋ ਪਰ ਜਦ ਧਿਆਨ ਮਨ ਦੇ ਵਿੱਚ ਧਿਆਨ ਹਰ ਦੇ ਵਿੱਚ ਆਊ ਨਾ ਅੰਤਰ ਧਿਆਨ ਹੋ ਕੇ ਤਾਂ ਧਰਿਆ ਹੋਇਆ ਧਿਆਨ ਵੀ ਤਾਂ ਉੱਥੇ ਧਰੋ ਫਿਰ ਧਿਆਨ ਐਨਿਸ ਕਰੋ ਉਹਦਾ ਦਿਨ ਰਾਤ ਉਹਦੇ 'ਚ ਟਿਕਟਕੀ ਲਗਾ ਕੇ ਅੰਤਰ ਧਿਆਨ ਹੋ ਕੇ ਆਪਣੇ ਅੰਦਰ ਜਿਹੜਾ ਹਰ ਹੈ ਅੰਦਰਲਾ ਹਰ ਹੈ ਉਹਦੇ ਨਾਲ ਜੁੜੇ ਰਹੋ ਬਚਨ ਗੁਰ ਹਿਰਦੈ ਧਰ ਕਿਵੇਂ ਤੁਸੀਂ ਜੁੜੇ ਰਹੋਗੇ ਚੁੱਪ ਕਰਕੇ ਨਹੀਂ ਜੁੜ ਸਕਦੇ ਕੋਈ ਤਰੀਕਾ ਹੀ ਨਹੀਂ ਜੁੜਨ ਦਾ ਤਰੀਕਾ ਜੇ ਸ਼ਬਦ ਵਿਚਾਰ ਹੋ ਤਾਂ ਜੁੜ ਸਕਦਾ ਬਚਨ ਗੁਰ ਹਿਰਦੈ ਧਰ ਬਚਨ ਗੁਰ ਹਿਰਦੈ ਧਰ ਕਿਉਂਕਿ ਵਿਚਾਰ ਦੋ 'ਚ ਹੋ ਸਕਦੀ ਹੈ ਦਿਖਦਾ ਉਹ ਵੀ ਨਹੀਂ ਅੱਖਾਂ ਨਾਲ ਵਿਚਾਰ ਦੋ 'ਚ ਹੋ ਸਕਦੀ ਹੈ ਜਦ ਵਿਚਾਰੋਗੇ ਹਰ ਆਪੇ ਬੋਲੂਗਾ ਦੂਏ ਪਾਸੇ ਤੇ ਆਪੇ ਦਊਗਾ ਸ਼ਬਦ ਵਿਚਾਰ ਤਾਂ ਦੋ 'ਚ ਹੋ ਸਕਦੀ ਹੈ ਇਕੱਲਾ ਤਾਂ ਕਰ ਨਹੀਂ ਸਕਦਾ ਦੂਏ ਪਾਸੇ ਉਹ ਹਰੇ ਹੈ ਜਿਹੜਾ ਬੋਲਦਾ ਵਿਚਾਰ ਦੇ ਵਿੱਚ ਜਿਹੜਾ ਦੂਆ ਪਾਸਾ ਹੈ ਉਹ ਹਰੇ ਹੈ ਪਰ ਉਹਦੇ ਧਿਆਨ ਰੱਖੋ ਸ਼ਬਦ ਵਿਚਾਰ 'ਚ ਇਹ ਗੱਲ ਪੋਸੀਬਲ ਹੈ ਬਿਨਾਂ ਸ਼ਬਦ ਵਿਚਾਰ ਤੇ ਪੋਸੀਬਲ ਨਹੀਂ ਇਹ ਗੱਲ ਉਹ ਧਿਆਨ ਉਹ ਵੀ ਧਰਦਾ ਹੈ ਪਰ ਧਿਆਨ ਉਹ ਬਾਹਰ ਨੂੰ ਧਰਦਾ ਜੋਗੀ ਤਾਂ ਆਕਾਸ਼ 'ਚ ਧਿਆਨ ਧਰਦਾ ਬਾਹਰ ਆਕਾਸ਼ ਮੰਡਲ ਜੁੜਦਾ ਤਿਰਕੁੜੀ ਚੋਂ ਬਾਹਰ ਨੂੰ ਵੈਸੇ ਬਾਹਰ ਨੂੰ ਰੋਕਦਾ ਵੀ ਧਿਆਨ ਜਾਵੇ ਨਾ ਉਹ ਅੰਦਰ ਨੂੰ ਲੈ ਜਾ ਅੰਦਰ ਨੂੰ ਨਹੀਂ ਲੈ ਕੇ ਜਾਂਦਾ ਬਾਹਰ ਨੂੰ ਜਾਣ ਤੇ ਰੋਕਦਾ ਬਾਹਰ ਨੂੰ ਧਿਆਨ ਜਾਣ ਤੇ ਰੋਕਦਾ ਅੰਦਰ ਨੂੰ ਲੈ ਕੇ ਨਹੀਂ ਜਾਂਦਾ ਬਚਨ ਗੁਰ ਇੱਥੇ ਕਹਿੰਦੇ ਅੰਦਰ ਨੂੰ ਲੈ ਜਾਓ ਬਾਹਰ ਆਪੇ ਨਹੀਂ ਜਾਊ ਤਿਰਕੁੜੀ 'ਚ ਨਹੀਂ ਰੁਕਦਾ ਹੁੰਦਾ ਕਦੇ ਵੀ ਤਿਰਕੁੜੀ ਜਾਵੇ ਕਿਉਂ ਕੰਠ ਤੋਂ ਉੱਪਰ ਧਿਆਨ ਜਾਵੇ ਕਿਉਂ ਕੰਠ ਤੋਂ ਥੱਲੇ ਕਿਉਂ ਨਾ ਰਹੇ ਟਿਕਿਆ ਹਾਂ ਬਚਨ ਗੁਰ ਹਿਰਦੇ ਧਰ ਹਾਂ ਗੁਰ ਕੇ ਬਚਨ ਨੇ ਜਿਹੜੇ ਗੁਰਬਾਣੀ ਨੂੰ ਹਿਰਦੇ 'ਚ ਵਿਚਾਰਦੇ ਰਹੋ ਹਿਰਦੇ ਧਰ ਕੇ ਸਮਝਦੇ ਰਹੋ ਇਹਨੂੰ ਇਹ 'ਚੋਂ ਗਿਆਨ ਪ੍ਰਾਪਤ ਹੋਣਾ ਹੁਣ ਗੁਰੂ ਜਲ ਬਿਮਲ ਅਥਾ ਮੱਜਨ ਕਰੋ ਸੰਤ ਗੁਰ ਸਿੱਖ ਤਰੋ ਨਾਮ ਸੱਚ ਰੰਗ ਸਰ ਹੁਣ ਗੁਰੂ ਜਲ ਬਿਮਲ ਅਥਾ ਹੁਣ ਗੁਰੂ ਜਲ ਜ਼ਿਆਦਾ ਹਿਰਦੇ ਵਿੱਚ ਤੁਸੀਂ ਗੁਰਬਾਣੀ ਵਸਾ ਕੇ ਸ਼ਬਦ ਵਿਚਾਰ ਕਰਦੇ ਰਹੋਗੇ ਉਹ ਤੋਂ ਰਾਮ ਉਦਕ ਪੈਦਾ ਹੋਊਗਾ ਹੁਣ ਗੁਰੂ ਜਲ ਦਾ ਗਿਆਨ ਰਾਮ ਉਦਕ ਹੁਣ ਜਲ ਕਹਿਤਾ ਗੁਰੂ ਨੂੰ ਉਹ ਸ਼ਾਂਤੀ ਉਹਦੇ ਨਾਲੇ ਆਉਣੀ ਹੈ ਤ੍ਰਿਸ਼ਨਾ ਉਹਦੇ ਨਾਲੇ ਬੁੱਝਣੀ ਹੈ ਤ੍ਰਿਸ਼ਨਾ ਨਹੀਂ ਵੀ ਆਉਣੀ ਤ੍ਰਿਸ਼ਨਾ ਵੇਲੇ ਕੀ ਜਿਹੜੀ ਤ੍ਰਿਸ਼ਨਾ ਵਾਸਤੇ ਮਨ ਭਟਕਦਾ ਨਾ ਬਾਹਰ ਨੂੰ ਜਾਂਦਾ ਸ਼ਬਦ ਵਿਚਾਰ 'ਚ ਐਸਾ ਗਿਆਨ ਅੰਮ੍ਰਿਤ ਐਸਾ ਪੈਦਾ ਹੋ ਕੇ ਮਨ ਬਾਹਰ ਜਾਊ ਇਹਦੀ ਇੱਥੇ ਹੀ ਤ੍ਰਿਪਤੀ ਹੋ ਜੂ ਇਹਦੀ
ਜਿਹੜੀ ਤ੍ਰਿਸ਼ਨਾ ਹੈ ਮਿਟ ਜੂਗੀ, ਇਹਦੀ ਤ੍ਰਿਸ਼ਨਾ ਹੀ ਨਹੀਂ ਰਹਿਣੀ ਇਹਨੂੰ। ਹਾਂ, ਗੁਰੂ ਜਲ ਬਿਮਲ ਅਥਾ ਬਿਮਲ ਅਥਾ, ਮੱਜਨ ਕਰੋ। ਇੰਨਾ ਗੁਰੂ ਜਲ ਪ੍ਰਾਪਤ ਹੋਊਗਾ। ਇੱਕ ਤਾਂ ਉਹ 'ਚ ਮਲੀਨਤਾ ਨਹੀਂ ਹੈ, ਮਾਇਆ ਦਾ ਲੇਸ ਨਹੀਂ ਹੁੰਦਾ। ਬਿਮਲ ਹੁੰਦਾ, ਮੈਲ ਤੋਂ ਰਹਿਤ ਹੁੰਦਾ, ਉਹ ਮਾਇਆ ਤੋਂ ਰਹਿਤ ਗਿਆਨ ਹੈ। ਬਾਹਰਲਾ ਪਾਣੀ ਹੈ ਨਹੀਂ। ਬਾਹਰਲਾ ਪਾਣੀ ਕਿੱਥੇ ਹੈ? ਬਿਮਲ ਅਥਾ ਹੈ ਉਹ ਪਾਣੀ, ਇਹ ਬਿਮਲ ਹੈ ਜਲ, ਉਹ ਪਾਣੀ ਮੈਲਾ ਹੈ। ਹੁਣ ਗੁਰੂ ਜਲ ਪਾਣੀ ਮੈਲਾ ਹੈ, ਗੁਰੂ ਪਾਣੀ ਬਾਹਰਲਾ ਮੈਲਾ ਹੈ, ਇਹ ਬਿਮਲ ਹੈ। ਬਿਮਲ ਅਥਾ ਅਥਾ ਹੈ। ਔਰ ਇੰਨਾ ਪਾਣੀ ਵਰਸੂਗਾ। ਇਹ ਹੈ ਆਂਦੀ ਪਾਛੇ ਜੋ ਜਲ ਵਰਸੈ, ਜੋ ਜਲ ਵਰਸੈ, ਤੇ ਤੇਰਾ ਜਨ ਭੀਨਾ। ਹਾਂ, ਤੇ ਤੇਰਾ ਇਹ ਵਰਸ ਹੈ। ਉਹ ਆਂਦੀ ਤਾਂ ਪਹਿਲਾਂ ਗਿਆਨ ਦੀ ਆਈ ਹੈ ਨਾ। ਉਹਨੇ ਤਾਂ ਸਾਰੇ ਬਾਗ ਬੂਗ ਪੱਟ, ਸਾਰੀਆਂ ਪੱਤਾਂ ਪੁੱਤਾਂ ਢਾਤੀਆਂ, ਸਾਰੀਆਂ ਪੱਤਾਂ ਦੇ ਰੁੱਖ ਸਾਰੇ ਅਖਾੜ ਕੇ ਪਰੇ ਮਾਰੇ। ਹੁਣ ਆਂਦੀ ਪਾਛੇ ਜੋ ਜਲ ਵਰਸੇ, ਤੇ ਤੇਰਾ ਜਨ ਭੀਨਾ। ਇਹ ਹੁਣ ਅਥਾਹ ਜਲ ਵਰਸਿਆ, ਹੁਣ ਇੱਥੇ ਵਰਸੂਗਾ। ਮੱਜਨ ਕਰੋ ਸੰਤ ਗੁਰ ਸਿੱਖ ਤਰੋ। ਇੱਥੇ ਮੱਜਨ ਕਰੋ, ਇੱਥੇ ਕਰੋ ਇਸ਼ਨਾਨ, ਸਾਰੀ ਮੈਲ ਲਾਓ। ਸੰਤ ਗੁਰ ਸਿੱਖ ਤਰੋ। ਸੰਤ ਗੁਰ ਸਿੱਖ, ਤੇ ਸੰਤ ਗੁਰ ਸਿੱਖ ਹੀ ਸੰਤ ਹੈ। ਜੇ ਸੰਤ ਹੈ ਪਹਿਲਾਂ ਤਾਂ ਬਾਅਦ ਚ ਗੁਰ ਸਿੱਖ ਲੱਗੂਗਾ। ਜੇ ਕੱਲਾ ਸੰਤ ਰਹਿ ਗਿਆ, ਮਨਮੁਖ ਰਹਿ ਗਿਆ। ਜੇ ਸੰਤ ਸੀ ਪਹਿਲਾਂ, ਜੇ ਬਾਅਦ ਚ ਗੁਰ ਸਿੱਖ ਲਫ਼ਜ਼ ਨਹੀਂ ਲੱਗਿਆ, ਤਾਂ ਉਹਨੇ ਨਾ ਆ ਕੰਮ ਕੀਤਾ ਜੀ। ਜਦੋਂ ਆ ਕੰਮ ਕਰ ਲੂ ਗੁਰਬਾਣੀ ਵਾਲਾ, ਤਾਂ ਗੁਰਸਿੱਖ ਕਹੂਗਾ। ਸੰਤਾਂ ਦਾ ਇਹ ਹੀ ਨਹੀਂ ਥਿਊਰੀ, ਇਹ ਥਿਊਰੀ ਉਹ ਗੁਰਸਿੱਖਾਂ ਦੀ ਹੈ। ਇਹ ਮੱਤ ਗੁਰਸਿੱਖਾਂ ਵਾਲੀ ਮੱਤ ਹੈ, ਗਿਆਨ ਮੱਤ ਹੈ। ਤੇ ਸੰਤੇ ਕਿਉਂ ਰਹਿ ਗਏ? ਗੁਰਸਿੱਖ ਕਿਉਂ ਨਹੀਂ ਬਣੇ? ਅਸਲ 'ਚ ਉਹਦਾ ਵਿਗਾੜਨ ਆਏ, ਤੇ ਸਾਨੂੰ ਸੰਤ ਬਣਾਉਣ ਆਏ, ਤੇ ਗੁਰਸਿੱਖੀ ਛਡਾਉਣ ਆਏ ਸੀ। ਇਹ ਆਪ ਗੁਰਸਿੱਖ ਹੈ ਨਹੀਂ, ਸਾਨੂੰ ਛਡਾਉਣ ਆਏ, ਤੇ ਸੰਤ ਦਾ ਪ੍ਰਚਾਰ ਕਰਦੇ ਨੇ। ਇਹ ਤਾਂ ਸਿੱਖੀ ਛਡਾਉਣ ਆਏ, ਤੇ ਛਡਾਤੀ ਇਹਨਾਂ ਨੇ, ਛਡਾਈ ਹੋਈ ਹੈ। ਨਹੀਂ ਦੱਸਣ ਵੀ ਕੀ ਕਰਨਾ ਹੈ, ਤੇ ਨਹੀਂ ਫੌਜ ਤੁਹਾਡੀ ਕੀ ਕੀਤਾ ਤੁਸੀਂ ਆ ਕੇ, ਤੁਸੀਂ ਕੀ ਸੇਵਾ ਕੀਤੀ ਹੈ ਸੰਗਤ ਦੀ, ਸਾਬਤ ਕਰੋ। ਕਦੋਂ ਤੁਸੀਂ ਕਿਹਾ ਵੀ ਗੁਰਮਤਿ ਸਮਝੋ ਪੜੋ? ਤੁਸੀਂ ਆਪ ਕਿਉਂ ਨਹੀਂ ਸਮਝੀ? ਆਹ ਕੁਛ ਕਿਉਂ ਨਹੀਂ ਕੀਤਾ ਜਿਹੜਾ ਭੱਟ ਨੇ ਕਿਹਾ? ਕਿਹੜੀ ਪੰਕਤੀ ਹੈ ਜਿਹਨੂੰ ਲੈ ਕੇ ਤੁਸੀਂ ਚੱਲੇ ਹੋਏ ਹੋ? ਇੱਕ ਪੰਕਤੀ ਦੱਸੋ ਜਿਹਨੂੰ ਤੁਸੀਂ ਬੇਸ ਬਣਾ ਕੇ ਆਹ ਕੁਛ ਕਰਨ ਲੱਗੇ ਹੋਏ ਹੋ। ਸਾਰਾ ਕੁਛ ਕਰ ਰਹੇ ਹੋ। ਸੰਤ ਗੁਰ ਸਿੱਖ ਤਰੋ ਕਾਹਦਾ ਆ? ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਆਹ ਗੱਲ ਹੈ। ਜਦ ਸ਼ਬਦ ਨਾਲ ਪਿਆਰ ਕਰੂ ਸੰਤ ਗੁਰਸਿੱਖ ਬਣ ਜਾਊਗਾ। ਜੇ ਸ਼ਬਦ ਨਾਲ ਪਿਆਰ ਨਹੀਂ, ਫਿਰ ਸੰਤੇ ਰਹਿ ਜਾਊਗਾ। ਤਰਨਾ ਗੁਰਸਿੱਖ ਬਣ ਕੇ, ਤਰਨਾ ਤਾਂ ਗੁਰਸਿੱਖ ਬਣ ਕੇ ਹੈ। ਗੁਰਸਿੱਖ ਬਣੇ ਤਾਂ ਤਰ ਨਹੀਂ ਸਕਦਾ। ਸਾਰੇ ਡੁੱਬੇ ਹੋਏ ਨੇ ਸੰਤ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ। ਵੱਡੇ ਭਾਗ ਤਾਂ ਗੁਰਸਿੱਖ ਦੇ ਹੀ ਨੇ ਨਾ। ਤਰ ਗਿਆ ਜਿਹੜਾ ਵੱਡੇ ਭਾਗ ਨੇ, ਉਹਦੇ ਡੁੱਬੇ ਉਹਦੇ ਵੱਡੇ ਭਾਗਾਂ ਦੇ ਨੇ। ਹਾਂਜੀ, ਮੱਜਨ ਕਰੋ ਸੰਤ ਗੁਰ ਸਿੱਖ ਤਰੋ। ਭਜਨ ਕਰੋ, ਮੈਲ ਲਾਓ ਆਪਣੀ ਅੰਦਰ ਦੀ ਮਨ ਦੀ ਮੈਲ ਨੂੰ ਦੂਰ ਕਰਕੇ। ਸੰਤ ਜਿਹੜੇ ਉਹ ਸੰਤਾਂ ਦੇ ਮੈਲ ਹੁੰਦੀ ਆ। ਸੰਤਾਂ ਦਾ ਗੁਰਸਿੱਖ ਬਣਨਾ, ਸੰਤਾਂ ਦੇ ਅੰਦਰ ਮੈਲ ਹੈ, ਸਮਝਿਆ ਨਹੀਂ? ਕਹਿੰਦੇ ਮੈਲ ਲਾ ਕੇ ਗੁਰਸਿੱਖ ਬਣ ਕੇ ਧਰੋ। ਮੈਲ ਨਹੀਂ ਤਰਨ ਦੀ, ਮੈਲ ਇਹ ਡੁਬੋ ਕੇ ਰੱਖਦੀ ਹੈ। ਨਾਮ ਸੱਚ ਮੈਲ ਦਾ ਵਜਨ ਹੈ, ਮੈਲ ਦਾ ਵਜਨ ਉਹ ਲਾ ਦਿਓ ਥੱਲੇ, ਨਾ ਲੈ ਜੂ ਫਿਰ ਤਰ ਜੂ। ਨਾਮ ਸੱਚ ਰੰਗ ਸਰ। ਨਾਮ ਸੱਚ ਰੰਗ ਸਰ। ਕਾਹਦੇ ਨਾਲ ਲਾਹੋ? ਨਾਮ ਦੇ ਸੱਚ ਦੇ ਰੰਗ ਨਾਲ ਇਹ ਮੈਲ ਲਹੂਗੀ ਤਾਂ ਤਰੂਗਾ। ਨਾਮ ਸੱਚ ਰੰਗ ਸਰ। ਹਾਂ, ਨਾਮ ਦਾ ਜਿਹੜਾ ਰੰਗ ਹੈ, ਸੱਚ ਦਾ ਰੰਗ ਹੈ, ਉਹਦੇ ਨਾਲ ਮੈਲ ਲਹੂਗੀ। ਬੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਏ ਉਹ ਧੋਏ, ਪਰਿਏ ਮਤ ਪਾਪਾ ਕੇ ਸੰਗੋ ਧੋਪੇ ਨਾਮੈ ਕੇ ਰੰਗ। ਨਾਮੈ ਕੇ ਰੰਗ ਹੈ ਨਾ, ਨਾਮ ਦੇ ਨਾਲ ਧੋਤਾ ਜਾਊਗਾ, ਫਿਰ ਤਰ ਜੂਗਾ। ਧੋ ਕੇ ਤਰ ਜਾਣਾ ਆਪੇ। ਹਾਂ,
ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ। ਸਦਾ ਨਿਰਵੈਰ ਨਿਰੰਕਾਰ ਨਿਰਭੈ ਜਪੈ। ਦੇਖੋ ਨਿਰਭਉ ਜਪੈ ਤਿੰਨ। ਸਦਾ ਨਿਰਵੈਰ ਨਿਰੰਕਾਰ ਨਿਰਭਉ ਨਿਰਭੈ ਜਪੈ। ਨਿਰਵੈਰ ਨਿਰੰਕਾਰ ਤਿੰਨੇ ਚੀਜ਼ਾਂ ਜਪਣ ਵਾਲੀਆਂ ਨੇ। ਓਂਕਾਰ ਜਪਣ ਵਾਲੀ ਗੱਲ ਨਹੀਂ ਹੈ। ਸਤਨਾਮ ਅਲੱਗ ਹੈ, ਉਹ ਜਪਣ ਵਾਲੀ ਗੱਲ ਪਹਿਲਾਂ ਸੀ, ਉਹ ਪਹਿਲਾਂ ਸੀ। ਇੱਥੇ ਆ ਕੇ ਕੀ ਜਪਣਾ? ਨਿਰਵੈਰ ਵੈਰ ਵਿਰੋਧ ਛੱਡਣਾ। ਨਿਰੰਕਾਰ ਤਾਂ ਨਿਰੰਕਾਰ ਜਪੂ ਤਾਂ ਤਰੂਗਾ, ਮਾਇਆ ਤਾਂ ਡੁੱਬੂਗੀ, ਮਾਇਆ ਦੀ ਮੈਲ ਹੋਊ ਤਾਂ ਡੁੱਬੂਗਾ। ਨਿਰਵੈਰ ਨਿਰੰਕਾਰ ਨਿਰਭਉ ਨਿਰਭੈ ਜਪੈ। ਨਿਰਭੈ ਨਿਰਭਉ ਜਪੈ। ਨਿਰਭਉ ਜਪੈ। ਨਿਰਭਉ ਹੋਣ ਵਾਸਤੇ ਤੁਹਾਨੂੰ ਵੈਰ ਵਿਰੋਧ ਛੱਡਣਾ ਪਊਗਾ। ਜਿਹੜਾ ਵੈਰ ਵਿਰੋਧ ਮਨ 'ਚ ਪਾਲੀ ਬੈਠਾ ਹੈ ਉਹ ਨਿਰਭੈ ਹੋ ਹੀ ਨਹੀਂ ਸਕਦਾ। ਉਹਨੂੰ ਸਿਕਿਉਰਿਟੀ ਗਾਰਡ ਰੱਖਣੇ ਪੈਣਗੇ। ਜਿਹੜਾ ਪੰਜਾਬ ਦੀ ਗੱਲ ਕਰੂਗਾ ਉਹਨੂੰ ਹਰਿਆਣੇ ਵਾਲੇ ਚੰਗਾ ਨਹੀਂ ਸਮਝਣਗੇ, ਹਿਮਾਚਲ ਵਾਲੇ ਚੰਗਾ ਨਹੀਂ ਸਮਝਣਗੇ, ਜੰਮੂ ਕਸ਼ਮੀਰ ਵਾਲੇ ਗਵਾਂਢੀ ਆ, ਰਾਜਸਥਾਨ ਵਾਲੇ ਕੋਈ ਵੀ ਨਹੀਂ ਚੰਗਾ ਸਮਝੂਗਾ। ਜੇ ਇੰਡੀਆ ਹਿੰਦੁਸਤਾਨ ਦੀ ਗੱਲ ਕਰੂ ਪਾਕਿਸਤਾਨ ਵਾਲੇ ਚੰਗਾ ਨਹੀਂ ਸਮਝਣਗੇ, ਬੰਗਲਾਦੇਸ਼ ਵਾਲੇ ਚੰਗਾ ਨਹੀਂ ਸਮਝਣਗੇ, ਚਾਈਨਾ ਵਾਲਿਆਂ ਨਾਲ ਦੁਸ਼ਮਣੀ ਰਹੂਗੀ। ਇਹ ਲੋਕ ਦੁਸ਼ਮਣੀ ਪੈਦਾ ਕਰਦੇ ਨੇ ਸਾਰੇ। ਮਾਇਆ ਦੀ ਪਕੜ ਦੁਸ਼ਮਣੀ ਪੈਦਾ ਕਰਦੀ ਹੈ। ਇਹਨਾਂ ਨੇ ਆਪਣੇ ਲਾਲਚ ਵਾਸਤੇ ਦੁਨੀਆ ਨੂੰ ਉਹਦੇ ਮੂੰਹ 'ਚ ਪਾਇਆ ਹੋਇਆ ਹੈ, ਮੌਤ ਦੇ ਮੂੰਹ 'ਚ। ਆਪਣੇ ਆਪਣੇ ਰਾਜ ਕਰਕੇ, ਆਪਣੇ ਕਰਕੇ ਵੀ ਸਾਡਾ ਆਹ ਦੇਸ਼ ਅਸੀਂ ਉਹ ਕਰਨਾ, ਲੋਕਾਂ ਨੂੰ ਮੌਤ ਦੇ ਮੂੰਹ 'ਚ ਫਸਾਇਆ ਹੋਇਆ ਨਾ ਲੋਕਾਂ ਨੇ। ਜੇ ਨਿਰਭਉ ਨਿਰੰਕਾਰ ਨਿਰਵੈਰਤਾ ਆ ਜਾਵੇ, ਇੱਕੋ ਹੀ ਦੇਸ਼, ਇੱਕੋ ਹੀ ਰਾਜ, ਇੱਕੋ ਹੀ ਹੋ ਜੂ ਸਭ, ਇੱਕੋ ਹੀ ਧਰਮ, ਕੋਈ ਵੈਰ ਵਿਰੋਧ ਨਹੀਂ ਕਿਸੇ ਦਾ, ਕੋਈ ਸਿਕਿਉਰਿਟੀ ਗਾਰਡ ਦੀ ਕਿਸੇ ਨੂੰ ਕੋਈ ਲੋੜ ਨਹੀਂ, ਫੌਜਾਂ ਦੀ ਲੋੜ ਨਹੀਂ, ਪੁਲਿਸ ਦੀ ਲੋੜ ਨਹੀਂ। ਇਹੋ ਜਿਹਾ ਕੋਈ ਸੱਚਖੰਡ 'ਚ ਹੈਗਾ? ਸੱਚਖੰਡ 'ਚ ਇਹੋ ਜਿਹਾ ਹੀ ਕੁਛ ਹੈ। ਉੱਥੇ ਦੂਈ ਕੋਈ ਚੀਜ਼ ਹੈ ਨਹੀਂ, ਕੋਈ ਮਹਿਕਮਾ ਪੁਲਿਸ ਦਾ ਉੱਥੇ ਹੈ ਹੀ ਨਹੀਂ। ਇੱਥੇ ਕਾਹਤੇ ਹੈ? ਸਾਰਾ ਗੰਦ ਉੱਥੇ ਦਾ ਇੱਥੇ ਹੈ। ਉੱਥੇ ਦਾ ਜਿੰਨਾ ਗੰਦ ਸੀ, ਜਿਨ੍ਹਾਂ ਦੇ ਅੰਦਰ ਮੈਲ ਸੀ, ਮਲੀਨ ਬੁੱਧੀ ਵਾਲੇ ਸਾਰੇ ਇੱਥੇ ਭੇਜਤੇ ਵੀ ਤੁਸੀਂ ਉੱਥੇ ਰਹੋ। ਅਸੀਂ ਤਾਂ ਭਗਤ ਬਣੇ ਬੈਠੇ ਹਾਂ, ਇੱਥੇ ਬੜੇ ਬੜੇ ਮਹਾਂਪੁਰਸ਼ ਬਣੀ ਬੈਠੇ ਹਾਂ। ਟੋਟਲ ਮਲੀਨ ਬੁੱਧੀ ਇੱਥੇ ਕੱਲੀ ਹੋਈ ਹੈ। ਨਿਰਮਲ ਬੁੱਧ ਹੋਣ ਦਾ ਪ੍ਰਚਾਰ ਕੋਈ ਵੀ ਨਹੀਂ ਕਰਦਾ। ਜੇ ਮੰਨੇ ਮੇਰੀ ਬੁੱਧੀ ਮਲੀਨ ਹੈ, ਮੈਨੂੰ ਉੱਥੋਂ ਕੱਢਿਆ ਹੋਇਆ, ਤਾਂ ਨਿਰਮਲ ਬੁੱਧ ਦਾ ਪ੍ਰਚਾਰ ਕਰੇ। ਉਹ ਤਾਂ ਕਹਿੰਦੇ ਅਸੀਂ ਮਹਾਂਪੁਰਸ਼ਾਂ ਜਪਦੇ ਹੀ, ਤੇ ਜਪਦੇ ਹੀ ਮਹਾਂਪੁਰਸ਼ ਨੇ। ਇਹੀ ਮੱਤਾਂ ਨੇ। ਹੋਮੇ ਦਾ ਕਰਕੇ ਸਾਰਾ ਰੌਲਾ ਇੱਥੇ। ਹੋਮੇ ਦੇ ਵਿੱਚ ਹੋਮੇ ਨਾਵਾਂ ਨਾਲ ਵਿਰੋਧ ਹੈ। ਹੋਮੇ ਦਾ ਹੀ ਨਾ, ਉਹਨਾਂ ਦਾ ਤਾਂ ਹੁਕਮ ਨਾਲੇ ਵਿਰੋਧ ਹੈ, ਪਰਮੇਸ਼ਰ ਨਾਲੇ ਵਿਰੋਧ ਹੈ ਉਹਨਾਂ ਦਾ। ਤਾਂ ਹੋਮੇ ਨਾਵਾਂ ਨਾਲ ਵਿਰੋਧ ਹੈ। ਦੋਏ ਨਾ ਬਸੇ ਇਕਠਾਏ, ਤਾਂ ਹੀ ਅੱਡ ਕੀਤੇ ਨੇ ਇੱਥੇ, ਤਾਂ ਹੀ ਕੀਤੇ ਨੇ ਇੱਥੇ ਭੇਜੇ ਨੇ ਦੁੱਖਾਂ ਦੇ ਘਰ 'ਚ। ਸੱਚਖੰਡ ਰਹਿਣ ਦੇ ਕਾਬਲ ਨਹੀਂ ਹਨ ਇਹ। ਕਿਹੜਾ ਕਾਬਲ ਹੈ ਇਹਨਾਂ 'ਚੋਂ? ਜਿਹੜਾ ਕਾਬਲ ਹੈ ਉਹ ਬੈਰ ਵਿਰੋਧ, ਗੁਰਮੁਖ ਬੈਰ ਵਿਰੋਧ ਮਿਟਾਵਾ। ਗੁਰਮੁਖ ਸਗਲੀ ਗਣਤ ਮਿਟਾਵਾ। ਗੁਰਮੁਖ ਆਏ ਜਾਏ ਨਿਸੰਗ। ਗੁਰਮੁਖ ਦੀਆਂ ਪੌੜੀਆਂ 4 ਨੇ ਉੱਥੇ ਸਿੱਧਾ ਗੋਸ਼ਟ ਦੇ ਵਿੱਚ। ਉਹਦੀ ਖੇੜੇ ਹੋਰ, ਗੁਰਮੁਖ ਦੀ ਤਾਂ ਉਲਟੀ ਚਾਲ ਹੈ। ਉਹਦੀ ਤਾਂ ਸਾਖਤਾ ਨਾ ਉਲਟੀ ਹੈ, ਸਾਖਤ ਸਿਉ ਕਰ ਉਲਟੀ ਰਹੇ। ਹਾਂਜੀ। ਪ੍ਰੇਮ ਗੁਰ ਸ਼ਬਦ ਰਸ ਕਰਤ ਦ੍ਰਿੜ ਭਗਤੀ ਹਰ। ਪ੍ਰੇਮ ਗੁਰ ਸ਼ਬਦ ਰਸ, ਜਿਹੜਾ ਗੁਰ ਸ਼ਬਦ ਦਾ ਰਸ ਹੈ, ਗੁਰਬਾਣੀ ਦਾ ਪ੍ਰੇਮ ਰਸ ਹੈ। ਇਹ 'ਚ ਪ੍ਰੇਮ ਰਸ ਹੈਗਾ। ਜਿਹਨੂੰ ਸਮਝ ਕੇ ਸਹਿਜ ਅਵਸਥਾ 'ਚ ਹੋ ਕੇ ਇਹਨੂੰ ਸਮਝੇ, ਇਹ 'ਚ ਪ੍ਰੇਮ ਰਸ ਹੈਗਾ। ਇਹ 'ਚ ਪ੍ਰੇਮ ਰਸ ਦੀ ਪ੍ਰਾਪਤੀ ਹੈ। ਹਾਂ। ਕਰਤ ਦ੍ਰਿੜ ਭਗਤੀ ਹਰ। ਕਰਤ ਦ੍ਰਿੜ ਭਗਤੀ ਹਰ। ਦੇਖੋ, ਭਗਤ ਨੇ ਕਿਸੇ ਵੀ ਕੌਮ ਦਾ ਹੋਵੇ ਕੋਈ ਗੱਲ ਨਹੀਂ, ਕੋਈ ਦੁਨੀਆ 'ਚ ਆਦਮੀ ਨਹੀਂ ਜਿਹੜਾ ਭਗਤ ਨੂੰ ਬੁਰਾ ਕਹਿੰਦਾ ਹੋਵੇ, ਪ੍ਰੇਮ ਨਾ ਕਰਦਾ ਹੋਵੇ। ਕਿਉਂਕਿ ਇਹਨਾਂ ਨੂੰ ਕਾਹਦੇ ਕਰਦੇ ਹਨ ਲੋਕ ਪ੍ਰੇਮ? ਹੋਰ ਵੱਡੇ ਵੱਡੇ ਆਦਮੀਆਂ ਨੂੰ ਨਹੀਂ ਕਰਦੇ। ਭਗਤਾਂ 'ਚ ਖੋਟ ਹੈ ਨਹੀਂ ਸੀ।
ਭਗਤਾਂ ਦੇ ਆਪਣੇ ਮਨ 'ਚ ਪ੍ਰੇਮ ਬੀਜਿਆ ਹੋਇਆ ਸੀ, ਉਹ ਦੂਜਿਆਂ ਦੇ ਵਿੱਚ ਵੀ ਬੀਜਿਆ ਗਿਆ। ਉਹ ਪ੍ਰੇਮ ਹੈ ਬੀਜਿਆ ਉਹਨਾਂ ਨੇ ਸੰਸਾਰ 'ਚ, ਪ੍ਰੇਮ ਦਾ ਬੀਜ ਬੀਜਿਆ। ਕੋਈ ਵਿਖਿਆ ਬੀਜ ਲਵੇ, ਕੋਈ ਪ੍ਰੇਮ ਬੀਜ ਲਵੇ। ਜਿਹਨੇ ਵਿਖਿਆ ਬੀਜੀ ਹੈ, ਆ ਸਾਰੇ ਵਿਖਿਆ ਬੀਜਣ ਵਾਲੇ ਨੇ, ਬਾਦਲ ਬੁਦਲ ਉਹ ਨਹੀਂ ਜਿੰਨੇ ਵੀ ਨੇ, ਜਿਹੜੇ ਰਾਜੇ ਨੇ ਵਿਖਿਆ ਦੇ ਵਪਾਰੀ ਹੁੰਦੇ ਨੇ, ਵਿਖਿਆ ਬੀਜਦੇ ਹੁੰਦੇ ਨੇ। ਅੱਜ ਦੂਏ ਜਿਹੜੇ ਧਰਮ ਵਾਲੇ ਸਾਖਤ ਨੇ, ਸੰਤ ਨੇ, ਮਾਇਆਧਾਰੀ, ਇਹ ਵੀ ਵਿਖਿਆ ਬੀਜਦੇ ਹੁੰਦੇ ਨੇ। ਸੰਸਾਰ ਸਾਰਾ ਵਿਖਿਆ ਹੀ ਬੀਜਦਾ, ਵਿਖਿਆ ਦਾ ਵਪਾਰ ਕਰਦਾ। ਸਿਰਫ ਭਗਤ ਨੇ ਜਿਹੜੇ ਪ੍ਰੇਮ ਦਾ ਵਪਾਰ ਕਰਦੇ ਨੇ, ਨਾਮ ਦਾ ਵਪਾਰ ਕਰਦੇ ਨੇ, ਉਹਨਾਂ ਨੂੰ ਨਹੀਂ ਕੋਈ ਮਾੜਾ ਕਹਿੰਦਾ, ਕਿ ਉਹਨਾਂ ਨੇ ਪ੍ਰੇਮ ਬੀਜਿਆ। ਪ੍ਰੇਮ ਦੀ ਖੁਸ਼ਬੂ ਹੈ ਉਹਦੇ 'ਚ, ਪ੍ਰੇਮ ਦੀ ਸਮੈਲ, ਜਿਵੇਂ ਚੰਦਨ ਦੇ ਬਿਰਛ ਵਿੱਚ ਸਮੈਲ ਹੁੰਦੀ ਹੈ। ਚੰਦਨ ਸਾਰਿਆਂ ਨਾਲ ਪ੍ਰੇਮ ਕਰਦਾ, ਆਪਣੀ ਖੁਸ਼ਬੂ ਸਾਰਿਆਂ ਦੇ ਵਿੱਚ ਚਲੀ ਜਾਂਦੀ, ਉਹਦੀ ਦੇ ਦਿੰਦਾ। ਤੇ ਬਾਂਸ ਲੈਂਦਾ ਹੀ ਨਹੀਂ ਹੈ ਖੁਸ਼ਬੂ, ਉਹ ਤਾਂ ਦਿੰਦਾ ਬਾਂਸ ਨੂੰ ਵੀ। ਬਾਂਸ ਲੈਂਦਾ ਨਹੀਂ ਖੁਸ਼ਬੂ, ਉਹ ਤਾਂ ਨਹੀਂ ਕਹਿੰਦਾ ਵੀ ਨਾਲ ਹੈ। ਹਾਂਜੀ, ਕਰਤ ਦ੍ਰਿੜ ਭਗਤੀ ਹਰ, ਕਰਤ ਦ੍ਰਿੜ ਭਗਤੀ ਹਰ, ਭਗਤੀ ਨੂੰ ਦ੍ਰਿੜ ਕਰਦੇ ਨੇ ਉਹ। ਹਰ ਭਗਤੀ ਹੈ ਜਿਹੜੀ, ਹਰ ਕੀ ਭਗਤ, ਉਹਨੂੰ ਦ੍ਰਿੜ ਭਗਤੀ ਨੂੰ ਜਿਹੜੀ ਕਰਨਾ, ਇਹੀ ਗੁਰਮਤਿ ਹੈ, ਇਹੀ ਗੁਰਮੁਖਾਂ ਦਾ ਕੰਮ ਹੈ, ਗੁਰਸਿੱਖਾਂ ਦਾ। ਮੁਗਧ ਮਨ ਭਰਮ ਤਜੋ, ਮੁਗਧ ਮਨ ਭਰਮ ਤਜੋ, ਹਰ ਭਗਤੀ ਦ੍ਰਿੜ ਕਰੋ ਤੇ ਭਰਮ ਨੂੰ ਛੱਡੋ। ਹਾਂ, ਮੁਗਧ ਮਨ ਭਰਮ ਤਜੋ, ਨਾਮ ਗੁਰਮੁਖੀ ਭਜੋ, ਗੁਰੂ ਗੋਰਾ ਗੁਰੂ ਗੋਰਾ ਗੁਰੂ ਜਪ ਸਤਿਕਾਰ। ਨਾਮ ਗੁਰਮੁਖੀ ਭਜੋ। ਹੁਣ ਨਾਮ ਤਾਂ ਹੋਰ ਵੀ ਨੇ, ਇਹਦਾ ਮਤਲਬ ਹੈ ਗਿਆਨ ਤਾਂ ਹੋਰ ਵੀ ਬਹੁਤ ਨੇ, ਹਰ ਮਤ ਦਾ ਆਪਣਾ ਆਪਣਾ ਗਿਆਨ ਹੈ। ਪਰ ਆ ਗੁਰਮੁਖੀ ਜਿਹੜਾ ਗੁਰਬਾਣੀ ਦਾ ਗਿਆਨ ਹੈ ਨਾ, ਗੁਰਮੁਖਾਂ ਵਾਲਾ, ਇੱਕ ਆਦਮੀ ਦਾ ਗਿਆਨ ਨਹੀਂ ਹੈ, ਬਹੁਤਿਆਂ ਦਾ ਗਿਆਨ ਹੈ। ਇਹਦੇ ਨਾਲ ਜੁੜਨਾ ਆਪਾਂ ਨੇ, ਇਹ ਗੁਰਮੁਖੀ ਗਿਆਨ ਲੈਣਾ। ਉਹ ਬਾਕੀ ਸਿਮਰਤ ਸ਼ਾਸਤਰਾਂ ਵਾਲਾ ਗਿਆਨ ਜਿਹੜਾ ਹੋਰ ਹੈ, ਕੁਰਾਨ ਦਾ ਗਿਆਨ ਹੋਰ ਨਹੀਂ ਕੋਈ ਲੈਣਾ ਆਪਾਂ ਨੇ, ਆਹੀ ਲੈਣਾ। ਇਹ ਸਾਰਿਆਂ ਨੂੰ ਸੁਪਰੀਮ ਹੈ ਗਿਆਨ। ਮੁਗਧ ਮਨ ਭਰਮ ਤਜੋ, ਬਾਕੀ ਗਿਆਨਾਂ ਦੇ ਵਿੱਚ ਕਮੀ ਹੈ, ਦਿਸ਼ਾਹੀਨ ਨੇ ਉਹ ਕਲੀਅਰ ਨਹੀਂ ਕਰ ਰਹੇ ਸਾਰੀ ਗੱਲ। ਉਹ ਸਾਰਾ ਜਿਹੜਾ ਹੈ ਜੀਵ ਬਾਰੇ ਕਲੀਅਰ ਨਹੀਂ ਕਰ ਰਹੇ, ਨਿਰਾਕਾਰ ਬਾਰੇ ਕੁਝ ਵੀ ਸਪਸ਼ਟ ਨਹੀਂ ਉਹਨਾਂ ਦੇ ਵਿੱਚ ਹੈ ਕੁਝ ਵੀ। ਨਾਮ ਹੀ ਗੁਰਮੁਖੀ ਭਜੋ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਿਕਾਰ। ਇਹ ਨਾਮ ਗੁਰਮੁਖੀ, ਗੁਰਮੁਖੀ ਨਾਮ ਨੂੰ ਨਾਲ ਜੁੜ ਕੇ ਜਿਹੜਾ ਗੁਰੂ ਗਿਆਨ ਗੁਰੂ ਹੈ, ਉਹਦੀ ਰੋਸ਼ਨੀ 'ਚ ਚੱਲੋ, ਇਹਨੂੰ ਜਪੋ ਸਤਿਕਾਰ। ਇਹਨੂੰ ਜੇ ਜਾਣੋਗੇ, ਜਪੋਗੇ, ਤਾਂ ਹੀ ਇਹਦੀ ਰੋਸ਼ਨੀ ਚੱਲੋਗੇ। ਜਪਣ ਵਾਸਤੇ ਤਾਂ ਕਿਹਾ, ਜੇ ਜਪ ਲਓਗੇ, ਸਮਝ ਲਓਗੇ, ਤਾਂ ਹੀ ਰੋਸ਼ਨੀ ਚੱਲਿਆ ਜਾਊਗਾ। ਆਪ ਆਪਣੇ ਮਤਲਬ ਆਪ ਆਪਣਾ ਦੀਵਾ ਆਪ ਹੀ ਜਲਾਉਣਾ। ਜੇ ਤੁਹਾਡੇ ਕੋਲ ਗਿਆਨ ਹੈ ਤਾਂ ਤੁਸੀਂ ਉਹਨੂੰ ਵਰਤ ਲਓਗੇ, ਜਾਂ ਇਕੱਲੇ ਹੋਗੇ। ਜੇ ਤੁਹਾਡੇ ਕੋਲ ਹੈ ਨਹੀਂ ਤਾਂ ਫਿਰ ਇਕੱਲੇ ਜਾਂ ਜਾਣਾ, ਫਿਰ ਵਰਤੋਗੇ ਕਿਵੇਂ? ਹਾਂਜੀ, ਗੁਰੂ ਗੁਰ ਗੁਰ ਕਰੋ, ਗੁਰੂ ਹਰ ਪਾਈਐ। ਇੱਥੇ ਆ ਕੇ ਕਲੀਅਰ ਹੋਈ ਹੈ ਗੱਲ। ਗੁਰੂ ਗੁਰ ਗੁਰ ਕਰੋ, ਗੁਰੂ ਹਰ ਪਾਈਐ। ਇੱਥੇ ਆ ਕੇ ਗੱਲ ਕਲੀਅਰ ਹੋ ਗਈ। ਹੁਣ ਜਿਹੜਾ ਗੁਰੂ ਗੁਰ ਹੈ ਨਾ, ਗੁਰਬਾਣੀ ਦੇ ਵਿੱਚ ਜਿਹੜਾ ਗਿਆਨ ਗੁਰੂ ਹੈ, ਜਿਹੜਾ ਗੁਰਦੇਵ ਨੇ ਗਿਆਨ ਗੁਰੂ ਗੁਰਬਾਣੀ ਦੱਸਿਆ, ਇਹਨੂੰ ਗੁਰ ਕਰੋ, ਇਸੇ ਨੂੰ ਅਗਵਾਈ ਵਾਲਾ ਮੰਨ ਲਓ। ਗੁਰ ਕਰੋ, ਇਹਨੂੰ ਮੰਨ ਲੱਗੇ ਚੱਲੋ ਰਹਿਵਰ। ਇੱਥੇ ਆ ਕੇ ਗੱਲ ਬਿਲਕੁਲ ਚੱਕਤਾ ਪੜਦਾ ਉਹਨੇ। ਉਹ ਤੇ ਕਹਿੰਦਾ ਰਿਹਾ ਗੱਲ, ਕਹਿੰਦਾ ਰਿਹਾ ਬੁਝਾਰਤ ਦੇ ਤੌਰ ਤੇ ਕਹਿੰਦਾ ਰਿਹਾ, ਪਰ ਇੱਥੇ ਬਿਲਕੁਲ ਪੜਦਾ ਚੱਕਤਾ। ਜਿਹੜਾ ਗਿਆਨ ਗੁਰੂ ਹੈ ਨਾ ਗੁਰਬਾਣੀ ਦਾ, ਇਹਨੂੰ ਰਹਿਬਰ ਮੰਨ ਲਓ। ਇਹੀ ਰਹਿਬਰ ਆ, ਆਦਮੀ ਕੋਈ ਰਹਿਬਰ ਨਹੀਂ ਹੈ। ਆਦਮੀ 36 ਬੈਠੇ ਨੇ, ਕਿਹਨੂੰ ਬਣਾਓਗੇ ਰਹਿਬਰ? 35 ਆਦਮੀ ਨੇ, ਚੱਲ 36 ਨਾ ਸਹੀ 35 ਮੰਨ ਲਓ, ਕਿਹਨੂੰ ਰਹਿਬਰ ਬਣਾਓਗੇ ਦੱਸੋ? ਕਿਹੜੇ ਕਿਹੜੇ ਨੂੰ ਬਣਾਓਗੇ? ਸਭ ਬਕਵਾਸ ਕਰਦੇ ਨੇ। ਸ਼ਬਦ ਗੁਰੂ, ਫਲਾਨਾ ਗੁਰੂ, ਗੁਰੂ ਮਾਨਿਓ ਗ੍ਰੰਥ, ਸਭ ਬਕਵਾਸ ਹੈ। ਕੱਖ ਨਹੀਂ ਪਤਾ ਕਿਸੇ ਨੂੰ। ਕੋਈ ਕਲੀਅਰਤਾ ਕਰਕੇ ਦਿਖਾਵੇ, ਕੋਈ ਸਬਈਆ, ਕੋਈ ਬਾਣੀ, ਐਵੇਂ ਮਾਰੀ ਜਾਂਦੇ, ਸੁਣੀਆਂ ਸੁਣਾਈਆਂ ਹੋਈਆਂ ਗੱਲਾਂ।
ਉਹ ਕਹਿੰਦੇ ਜੋ ਗੁਰਬਾਣੀ ਦਾ ਗਿਆਨ ਹੈ ਇਹਨੂੰ ਪੂਰੇ ਨੂੰ ਪਹਿਲਾਂ ਤਾਂ ਸਮਝੋ, ਫਿਰ ਇਹਦੀ ਰੋਸ਼ਨੀ ਚੱਲੋ। ਕਿਸੇ ਆਦਮੀ ਦੀ ਲੋੜ ਨਹੀਂ ਤੁਹਾਨੂੰ ਹੈਗੀ ਚੱਲਣ ਦੀ। ਆਦਮੀ ਦੀ ਲੋੜ ਉਹ ਵੀ ਦਰਸ਼ਨ ਹੁੰਦੇ ਰਹਿਣਗੇ, ਜਿਵੇਂ ਉਹ ਕਹਿੰਦੇ ਸਾਨੂੰ ਨਾਨਕ ਦੇ ਦਰਸ਼ਨ ਹੋ ਗਏ। ਉਹ ਦਰਸ਼ਨ ਦਾ ਤੈਨੂੰ ਹੋ ਗਿਆ, ਤੂੰ ਗੁਰਬਾਣੀ ਦੇ ਅਰਥੇ ਪੁੱਛ ਲੈਂਦਾ, ਸਾਨੂੰ ਸਮਝਾ ਦੇ। ਨਾਨਕ ਤੋਂ ਪੁੱਛ ਕੇ ਕਿੱਡੇ ਝੂਠੇ ਬਲੈਕਮੇਲ ਨੇ ਆਦਮੀ। ਜੇ ਕੋਈ ਬਲੈਕਮੇਲਰ ਝੂਠਾ ਕਹੇ ਤਾਂ ਉਹਦਾ ਜਵਾਬ ਵੀ ਨਹੀਂ ਦਿੰਦੇ। ਫਿਰ ਆਪਣੀ ਸੰਗਤ ਨੂੰ ਕੀ ਕਹਿੰਦੇ ਜੀ, ਉਹ ਸੰਤਾਂ ਦੀ ਨਿੰਦਿਆ ਹੁੰਦੀ ਹੈ। ਸਾਰੇ ਲੋਕ ਨਿੰਦਿਆ ਕਰਦੇ ਨੇ ਸੰਤਾਂ ਦੀ ਨਿੰਦਿਆ ਨਾਲ ਦਾ ਨਿੰਦਕ ਹਮਾਰੇ ਕੱਪੜੇ ਧੋਏ ਚੱਲ। ਉਹ ਕਹਾਂ ਪਾਗਲ ਨੇ, ਉਹਨਾਂ ਦੇ ਚੇਲੇ ਵੀ ਕਿਹੜਾ ਕਹਾਂ ਸਦਾਈ ਨੇ। ਉਹਨਾਂ ਦੇ ਚੇਲੇ ਵੀ ਕੀ ਨੇ, ਮੱਥਾ ਟੇਕਣ ਵਾਲੇ ਉਹਨੂੰ ਸਦਾਈਓ ਨੇ, ਮੂਰਖੰਦ ਘੋਰ ਨੇ। ਉਹ ਮੂਰਖੰਦ ਘੋਰ ਨੇ, ਉਹ ਚੋਰ ਹਰਾਮ ਖੋਰ ਨੇ। ਦੋਹਾਂ ਦੀ ਚੰਗੀ ਵਧੀਆ ਸੈੱਟ ਬੈਠਿਆ ਹੋਇਆ ਉਹਨਾਂ ਦਾ। ਹਾਂਜੀ, ਗੁਰੂ ਗੁਰ ਕਰੋ, ਗੁਰੂ ਹਰ ਪਾਈਐ। ਗੁਰੂ ਗੁਰ, ਜਿਹੜਾ ਸਤਿਗੁਰ ਦਾ ਗਿਆਨ ਉਹਨੂੰ ਰਹਿਬਰ ਬਣਾਓ। ਸਤਿਗੁਰ ਨੂੰ ਬੰਦੇ ਨੂੰ ਰਹਿਬਰ ਨਾ ਬਣਾਓ। ਆਹ ਗੱਲ ਹੈ। ਨਾ ਤਾਂ ਬੰਦਾ ਰਹਿਬਰੀ ਕਰ ਸਕਦਾ, ਨਾ ਗੁਰੂ ਗ੍ਰੰਥ ਰਹਿਬਰੀ ਕਰ ਸਕਦਾ। ਪੋਥੀ ਰਹਿਬਰੀ ਕਰ ਸਕਦੇ, ਤੁਹਾਡੀ ਪੋਥੀ ਤੁਹਾਡੇ ਨਾਲ ਹੋਊਗੀ ਉੱਥੇ। ਇਹਦੇ ਜੋ ਵਸਤੂ ਪਾਈ ਉਹ ਲੈ ਲਓ। ਥਾਲ 'ਚ ਜਿਹੜੀ ਵਸਤੂ ਹੈ ਨਾ, ਸਤ ਸੰਤੋਖ ਵਿਚਾਰੋ। ਜੇ ਕੋ ਖਾਵੇ ਜੇ ਕੋ ਪਹੁੰਚੇ ਤਸਕਾ ਹੋਇਆ ਧਾਰੋ ਹੈ। ਖਾਓਗੇ ਕਿਵੇਂ? ਕੀ ਖਾਓਗੇ? ਕੀ ਖਾਓਗੇ ਚੋ? ਉਹ ਤਾਂ ਜੇ ਕੋਈ ਖਾਵੇ ਲਿਖਿਆ। ਫਿਰ ਤੁਸੀਂ ਕਹਿੰਦੇ ਗੁਰੂ, ਉਹ ਕਹਿੰਦੇ ਥਾਲ ਹੈ। ਥਾਲ ਹੈ ਗੁਰੂ ਹੈ। ਥਾਲ 'ਚ ਗਿਆਨ ਗੁਰੂ ਹੈ। ਇਹ ਥਾਲ ਵਿੱਚ ਗਿਆਨ ਗੁਰੂ ਹੈ। ਉਹਦੀ ਗੱਲ ਹੈ। ਸਤ ਸੰਤੋਖ ਦੀ ਵਿਚਾਰ ਹੈ। ਜੇ ਤਾਂ ਸੰਤੋਖ ਆ ਗਿਆ ਪੱਕਾ, ਨਾ ਟੁੱਟਣ ਵਾਲਾ, ਜਿੰਨਾ ਮਰਜ਼ੀ ਕੋਈ ਲੋਭ ਲਾਲਚ ਦੇਵੇ, ਫਿਰ ਤਾਂ ਥਾਲ 'ਚੋਂ ਕੁਝ ਖਾ ਕੇ ਹਜਮ ਹੋ ਗਿਆ। ਜੇ ਸੰਤੋਖ ਨਹੀਂ ਆਇਆ, ਆਓ ਫਿਰ ਮੱਥਾ ਹੀ ਟੇਕਿਆ ਜੋ ਥਾਲ ਦੇ ਦਿੱਤਾ, ਕੱਪੜਾ ਹੀ ਦਿੱਤਾ ਹੋਇਆ। ਥਾਲ 'ਚ ਨਹੀਂ ਦੇਖਿਆ ਥੱਲੇ ਕੀ ਹੈ। ਥਾਲ ਦੀ ਪੂਜਾ ਹੁੰਦੀ ਆ, ਉਹ ਪੂਜਾ ਖਾਈ ਜਾਂਦੇ ਨੇ। ਥਾਲ ਨੂੰ ਜਿਹੜਾ ਚੜਾਵਾ ਚੜ੍ਹਦਾ ਉਹ ਖਾਈ ਜਾਂਦੇ ਨੇ। ਥਾਲ 'ਚ ਕੀ ਆ ਉਹ ਨਹੀਂ ਖਾਧਾ। ਥਾਲ ਨੂੰ ਜਿਹੜਾ ਚੜਾਵਾ ਚੜ੍ਹਦਾ ਉਹ ਖਾਈ ਜਾਂਦੇ ਨੇ। ਗੁਰੂ ਹਰ ਪਾਈਐ। ਗੁਰੂ ਹਰ ਪਾਈਐ, ਜਿਹੜਾ ਗੁਰੂ ਹੈ ਉਹਦੀ ਪ੍ਰਾਪਤੀ, ਸ਼ਬਦ ਗੁਰੂ ਦੀ ਪ੍ਰਾਪਤੀ। ਗੁਰੂ ਹਰ ਪਾਈਐ, ਹਰ ਦਾ ਜਿਹੜਾ ਗੁਰੂ ਹੈ, ਜਿਹਨੂੰ ਹਰ ਗੁਰੂ ਮੰਨਦਾ ਕਹੋ, ਸ਼ਬਦ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਹਰ ਪਾਈਐ, ਹਰ ਦਾ ਗੁਰੂ ਹੈ। ਫਿਰ ਇੱਕ ਆਪਣਾ ਗੁਰੂ ਹੈ, ਇੱਕ ਹਰ ਦਾ ਗੁਰੂ ਹੈ। ਹਰ ਦਾ ਗੁਰੂ ਕੌਣ ਹੈ? ਸ਼ਬਦ। ਕਿਉਂਕਿ ਹਰ ਨਹੀਂ ਜਾਣਾ, ਜੀਵ ਨੇ ਤਾਂ ਹਰ 'ਚ ਸਮਾ ਜਾਣਾ, ਇੱਕ ਹੋ ਜਾਣਾ। ਜਾਣਾ ਕਿਹਨੇ ਅੱਗੇ? ਹਰ ਦਾ ਗੁਰੂ ਹੈ ਉਹ ਸ਼ਬਦ ਗੁਰੂ। ਆਪਣਾ ਕਿੱਥੇ ਹੈ? ਆਪਣਾ ਗਿਆਨ ਗੁਰੂ ਹੈ। ਆਪਣਾ ਦਾ ਗਿਆਨ ਗੁਰੂ ਹੈ। ਉਹਦਾ ਚੇਤਨ ਗੁਰੂ ਹੈ। ਉਹਦਾ ਸ਼ਬਦ ਗੁਰੂ ਹੈ, ਸੱਚਖੰਡ ਵਾਲਾ। ਗਾਹਾਂ ਤਾਂ ਉਹਨੇ ਜਾਣਾ ਹੈ। ਇਹ ਤਾਂ ਦੇਖੋ ਨਾ, ਜਿਹੜਾ ਬੋਹਿਤ ਵਿੱਚ ਬਹਿ ਗਿਆ ਪਤਾ ਜਾ ਕੇ, ਵਿੱਚ ਬੋਹਿਤ ਬੈਠਾ, ਗੁਰ ਕੇ ਭਾਣੇ ਜੋ ਚੱਲੇ ਭਾਈ, ਵਿੱਚ ਬਹੁਤ ਬੈਠਾ। ਵਿੱਚ ਬੋਹਿਤ ਬੈਠਾ। ਆਪਣੇ ਭਾਣੇ ਜੇ ਚੱਲੇ ਵਿਛੜ ਚੋਟਾਂ ਖਾ। ਜੇ ਗੁਰ ਕੇ ਭਾਣੇ ਚੱਲਿਆ, ਗੁਰਬਾਣੀ ਅਨੁਸਾਰ ਚੱਲਿਆ ਤਾਂ ਬਹੁਤ ਬਹਿ ਗਿਆ ਨਾ। ਤੇ ਅੱਗੇ ਡਰਾਈਵਰ ਕੌਣ ਹੈ? ਅੱਗੇ ਡਰਾਈਵਰ ਤਾਂ ਹਰ ਹੋ ਗਿਆ ਨਾ, ਗੋਰੇ ਹੋਇਆ ਡਰਾਈਵਰ। ਫਿਰ ਉਹ ਤਾਂ ਉਹਦਾ ਗੁਰੂ ਹੋਇਆ, ਆਪਣਾ ਕਾਹਦਾ ਹੋਇਆ? ਉਹ ਸਾਬਤ ਸੂਰਤ ਦਾ ਗੁਰੂ ਹੈ ਉਹ। ਜਦੋਂ ਇਹ ਅੱਧਾ ਹੈ ਨਾ, ਜਿਹੜਾ ਖੂਹ 'ਚ ਡਿੱਗਿਆ ਹੋਇਆ ਨਾ ਵਿੱਚ ਮਾਇਆ 'ਚ, ਉਹਦਾ ਤਾਂ ਗਿਆਨ ਗੁਰੂ ਆ। ਆਹ ਗੁਰਬਾਣੀ ਇਹਦਾ ਬਾਹਰ ਨਿਕਲਿਆ। ਇਹਦਾ ਖੂਹ 'ਚੋਂ ਬਾਹਰ ਕੱਢਦਾ, ਉਹਨੂੰ ਮਾਇਆ 'ਚੋਂ ਬਾਹਰ ਕੱਢਦਾ। ਤੇ ਗਾਹਾਂ ਦਾ ਉਹਨੇ ਜਾਣਾ, ਫਿਰ ਦੂਏ ਨੇ ਲੈ ਕੇ। ਗਾਹਾਂ ਦਾ ਡਰਾਈਵਰ ਉਹ ਹੈ, ਇਹ ਨਹੀਂ ਹੈਗਾ।
ਇਹਦਾ ਕੰਮ ਮੁੱਕ ਲਿਆ। ਫਿਰ ਉਹਦਾ ਗਾਹਾਂ ਦਾ ਫਿਰ ਉਹ ਹੈ, ਉਹ ਨਹੀਂ ਉਗਣਾ। ਸਤਿਗੁਰ ਦਾ ਜਨਮ ਹੋਣਾ, ਜਨਮ ਕਿਹਦਾ ਹੋਣਾ? ਸਤਿਗੁਰ ਦਾ। ਤੇ ਫਲ ਕਿਹਨੂੰ ਲੱਗਣੇ ਨੇ? ਉਹਨੂੰ। ਬੋਲਣਾ ਕਿਹਨੇ ਕਹਾ? ਉਹਨੂੰ। ਉਹਨੇ। ਗੁਰਬਾਣੀ ਕਿਹਨੇ ਰਚਣੀ? ਉਹਨੇ। ਇਹਨੇ ਕੀ ਕਰਨਾ? ਤਾਂ ਇਹਦਾ ਤਾਂ ਹੋਂਦੇ ਖਤਮ ਹੋਇਆ, ਇਹਦਾ ਚੁੱਪ ਹੈ। ਅੰਦਰਲੇ ਦਾ ਗੁਰੂ ਸ਼ਬਦ ਗੁਰੂ ਹੈ, ਤੁਰਕੀ ਬਾਣੀ ਗੁਰੂ ਹੈ। ਆ ਜਿਹੜਾ ਮਾਇਆ 'ਚ ਬੋਲਦਾ ਮਨ ਹੈ, ਇਹਦਾ ਗੁਰੂ ਗਿਆਨ ਗੁਰੂ ਹੈ। ਅੱਡ ਅੱਡ ਨੇ ਦੋ ਸਟੇਜਾਂ। ਤੇ ਉਹਨੇ ਰਹਿਬਰੀ ਕਿਹਦੀ ਲੈ ਕੇ ਚੱਲਣੀ ਹੈ? ਫਿਰ ਬਾਅਦ 'ਚ ਸਤਿਗੁਰ ਨੇ ਕਿਹਦੀ ਰਹਿਬਰੀ ਚੱਲਣਾ? ਉਹਨੇ ਪੂਰੇ ਗਿਆਨ ਦੀ ਰਹਿਬਰੀ ਚੱਲਣਾ, ਸ਼ਬਦ ਗੁਰੂ ਦੀ ਰਹਿਬਰੀ ਚੱਲਣਾ। ਪੂਰੇ ਗਿਆਨ ਦੀ ਰਹਿਬਰੀ ਔਰ ਸਤਿਗੁਰ ਉਹਦੀ ਰਹਿਬਰੀ ਕੋਈ ਗੱਲ ਹੈ। ਆ ਉਹਦਾ ਹੀ ਗਿਆਨ ਦੱਸਿਆ ਹੋਇਆ। ਹਾਂਜੀ। ਉਦਤ ਗੁਰ ਗਹਿਰ ਗੰਭੀਰ ਬੇਅੰਤ। ਜਿੱਥੇ ਦੇਖੋ ਇਹ ਜਿਹੜਾ ਗਿਆਨ ਹੈ, ਇਹਦਾ ਅਥਾਹ ਹੈ ਗਿਆਨ ਕਿਹਾ ਹੋਇਆ। ਅਥਾਹ ਹੈ ਨਾ। ਸਾਡੇ ਕੋਲ ਕਿੰਨਾ ਗਿਆਨ ਹੋਵੇ, ਅਥਾਹ ਨਹੀਂ ਹੁੰਦਾ ਉਹ। ਜਿੰਨਾ ਅਸੀਂ ਪ੍ਰਾਪਤ ਕਰ ਲਿਆ ਉਹ ਅਥਾਹ ਨਹੀਂ ਹੈ, ਉਹਦੀ ਥਾਹ ਹੈ। ਜਿੱਥੇ ਅਸੀਂ ਅੜਨਾ ਹੈ ਕਿਤੇ ਵੀ, ਉੱਥੇ ਤਾਂ ਮਤਲਬ ਹੋਰ ਚਾਹੀਦਾ ਕੁਛ। ਜਿੱਥੇ ਜਾ ਕੇ ਸਾਡੇ ਮੂਹਰੇ ਅੜਚਣ ਹੁੰਦੀ ਹੈ ਕਿਤੋਂ, ਉੱਥੇ ਆ ਕੇ ਉਹ ਸ਼ਬਦ ਗੁਰੂ ਨੇ ਫਿਰ ਸਾਨੂੰ ਰਾਹ ਦੱਸਣਾ। ਉੱਥੇ ਬਾਹ ਉਹਨੇ ਫੜਨੀ, ਜਿੱਥੇ ਅੜਚਣ ਪੈਦਾ ਹੋਣੀ ਹੈ। ਉਹਦੇ ਕੋਲ ਅਥਾਹ ਹੈ, ਸਾਡੇ ਕੋਲ ਤਾਂ ਥਾਹ ਹੈ। ਸਾਡੇ ਕੋਲ ਤਾਂ ਕਣਕਾ ਕੇ ਹੈ, ਅਥਾਹ ਤਾਂ ਉਹਦੇ ਕੋਲ ਹੈ। ਸਾਡੇ ਕੋਲ ਫਿਰ ਵੀ ਸੀਮਤ ਗਿਆਨ ਰਹਿਣਾ। ਤਿੰਨ ਲੋਕ ਦਾ ਗਿਆਨ ਸੀਮਤ ਹੈ ਇਹ। ਫਿਰ ਵੀ ਜਿੱਥੇ ਕਮੀ ਰਹਿ ਗਈ ਸਾਡੇ ਕੋਲ ਸਮਝਣ ਦੀ, ਉੱਥੇ ਅਸੀਂ ਅੜ ਜਾਣਾ। ਫਿਰ ਵੀ ਖੜਨਾ ਪੈਣਾ ਸਾਨੂੰ ਵੀ, ਇੱਥੋਂ ਕਿੱਧਰ ਨੂੰ ਨਿਕਲੀਏ। ਉਹਨੇ ਫਿਰ ਉੱਥੋਂ ਦੱਸਣਾ ਆ ਕੇ। ਉੱਥੋਂ ਸ਼ਬਦ ਗੁਰੂ ਨੇ ਤੁਹਾਨੂੰ ਅੰਦਰੇ ਅਗਵਾਈ ਦੇਣੀ ਹੈ। ਉਹ ਗੱਲ ਕਲੀਅਰ। ਉਹਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਦੇ। ਉਹ ਸ਼ਬਦ ਗੁਰੂ ਦੀ ਉੱਥੇ ਹੀ ਲੋੜ ਪੈਣੀ ਹੈ, ਜਿੱਥੇ ਇਹਨੇ ਅੜਨਾ। ਜਿੱਥੇ ਤੱਕ ਨਹੀਂ ਅੜਦਾ ਠੀਕ ਹੈ, ਜਿੱਥੇ ਤੱਕ ਨਹੀਂ ਅੜਦਾ ਠੀਕ ਹੈ। ਜਿੱਥੇ ਅੜਦਾ ਜਾ ਕੇ ਰੁਕਾਵਟ ਆਉਂਦੀ, ਉੱਥੇ ਬਾਂਹ ਫੜ ਲੈਂਦਾ ਆ ਕੇ। ਜਿੱਥੇ ਔਖਾ ਰਸਤਾ ਆਉਂਦਾ, ਉੱਥੇ ਬਾਂਹ ਫੜ ਕੇ ਚੜਾ ਦਿੰਦਾ ਨਿਆਣੇ ਨੂੰ। ਜਿੱਥੇ ਪੱਧਰਾ ਰਸਤਾ, ਨਿਆਣਾ ਭੱਜਿਆ ਜਾਂਦਾ। ਜਿੱਥੇ ਕੋਈ ਅੜਚਣ ਵਾਲੀ ਗੱਲ ਹੈ, ਉੱਥੇ ਬਾਂਹ ਫੜ ਕੇ ਟਪਾ ਦਿੰਦਾ, ਉੱਥੋਂ ਕੱਢ ਦਿੰਦਾ। ਸਾਹੀ ਗੱਲ ਹੈ। ਹਾਂਜੀ। ਉਦਤ ਗੁਰ ਗਹਿਰ ਗੰਭੀਰ ਬੇਅੰਤ। ਉਦਤ ਗੁਰ, ਉਦਤ ਗੁਰ ਗੁਰ ਗੰਭੀਰ ਬੇਅੰਤ। ਗਹਿਰ ਗੰਭੀਰ ਬੇਅੰਤ। ਜਿਹੜਾ ਗਿਆਨ ਹੈ, ਉਦਤ ਕੀ ਹੁੰਦਾ? ਉਹਦੇ ਵਿੱਚ ਜਿਵੇਂ ਜਿਹੜਾ ਲਹਿਰ ਹੈ, ਲਹਿਰ ਦੇ ਵਿੱਚ ਪਾਣੀ ਹੁੰਦਾ ਨਾ। ਜੈਸੇ ਲਹਿਰ ਮੈਂ ਉਦਤ, ਹਾਂ, ਚੱਲ ਕੇਵਲ ਜਲ ਮਾਹੀ। ਉਦਤ ਜਿਵੇਂ ਉਹ ਵਿਆਪਕ ਉਹਦੇ ਵਿੱਚ। ਹਾਂਜੀ। ਉਦਤ ਅਨਲ ਅਗਮ ਜੈਸੇ ਲਹਿਰ ਮੈਂ ਉਦਤ। ਹਾਂ। ਇਹ ਹੈ ਉਦਤ ਗੁਰ ਗਹਿਰ ਗੰਭੀਰ ਬੇਅੰਤ। ਉਦਤ ਗੁਰ ਗਹਿਰ ਗੰਭੀਰ ਬੇਅੰਤ। ਇਹਦੇ 'ਚ ਗਹਿਰ ਗੰਭੀਰ ਬੇਅੰਤ ਗੁਰ। ਇਹਦੇ 'ਚ ਐਂ ਹੈ ਜਿਵੇਂ ਲਹਿਰ ਦੇ ਵਿੱਚ ਪਾਣੀ ਹੁੰਦਾ ਹੈ। ਇਹ ਗੁਰਬਾਣੀ ਦੇ ਸ਼ਬਦਾਂ 'ਚ ਐਂ ਉਹ ਗਿਆਨ। ਜਿਵੇਂ ਇਹ ਸ਼ਬਦਾਂ ਵਿੱਚ ਗਿਆਨ ਐਂ ਸਮਝ ਲਓ ਜਿਵੇਂ ਲਹਿਰ 'ਚ ਪਾਣੀ ਹੁੰਦਾ। ਲਹਿਰ 'ਚ ਪਾਣੀ ਨਹੀਂ ਹੁੰਦਾ, ਲਹਿਰ ਚੱਲਦੀ ਨਹੀਂ। ਗੁਰਬਾਣੀ ਵੀ ਐਂ ਹੈ, ਇਹਦੇ 'ਚ ਐਂ ਗਿਆਨ ਸਮਝ ਲਓ ਜਿਵੇਂ ਲਹਿਰ 'ਚ ਪਾਣੀ ਹੁੰਦਾ। ਇਹਦੇ 'ਚ ਐਂ ਪਾਇਆ ਹੋਇਆ, ਸਮਾਇਆ ਹੋਇਆ। ਹਰੀ ਨਾਮ ਨਗ ਹੀਰ ਮਣੀ ਮਿਲਤ ਲਿਵ ਲਾਈਐ। ਹਰੀ ਨਾਮ, ਕਿਉਂਕਿ ਇਹਨੂੰ ਉਹ ਕਿਹਾ ਨਾ ਗੁਰ ਦਰਿਆ ਹੈ ਨਾ। ਗਿਆਨ ਦਾ ਦਰਿਆ ਹੈ, ਗੁਰ ਦਰਿਆ ਹੈ। ਦਰਿਆ 'ਚ ਲਹਿਰਾਂ ਵੀ ਤਾਂ ਹੁੰਦੀਆਂ ਹੀ ਨੇ ਨਾ। ਇਸ ਤਰੀਕੇ ਨਾਲ ਇਹ ਉਦਤ ਗੁਰ ਗਹਿਰ ਗੰਭੀਰ ਬੇਅੰਤ ਹਰ ਨਾਮ ਨਗ ਹੀਰ ਮਣੀ ਮਿਲਤ ਬੇਅੰਤ ਲਾਈਐ। ਨਾਮ ਜਿਹੜੇ ਰੱਖੇ ਨੇ, ਬੇਅੰਤ ਨਾਮ ਰੱਖੇ ਨੇ ਨਾ ਇਹਦੇ ਹਰੀ ਦੇ,
ਉਹ ਨਗ ਹੀਰੇ ਜਿਵੇਂ ਨੇ ਨਾ ਆਪਾਂ ਨਾਂ ਲਾ ਦਿੰਦੇ ਆ ਵੀ ਆਹ ਜੀ ਪੁਖਰਾਜ ਆਇਆ ਫਲਾਨਾ ਟਿਪਕਾ, ਉਹਦੇ ਗੁਣ ਦੇ ਹਿਸਾਬ ਨਾਲ ਕਿਸੇ ਪੱਥਰ ਦੇ ਉਹਦਾ ਨਾਂ ਰੱਖਿਆ ਹੁੰਦਾ। ਇਵੇਂ ਗੁਣਾਂ ਦੇ ਹਿਸਾਬ ਨਾਲ ਇਹਦੇ ਨਾਂ ਰੱਖੇ ਨੇ। ਇਹ ਜੇ ਸਾਰੇ ਹੀ ਗੁਣ ਹੈ। ਮਿਲਤ ਲਿਵ ਲਾਈ ਹੈ ਬਿਲਤ ਬੇਅੰਤ ਹਰੀ ਨਾਮ ਨਾਗ ਹੀਰ ਮਣੀ ਮਿਲਤ ਲਿਵ ਲਾਈ ਹੈ। ਬਿਰਤ ਲਿਵ ਲਾਈ ਹੈ। ਤੇ ਜਦੋਂ ਪ੍ਰਾਪਤੀ ਹੁੰਦੀ ਹੈ ਨਾ ਚੀਜ਼ਾਂ ਦੀ, ਨਾਗ ਹੀਰ ਮਣੀ, ਨਾਗ ਹੀਰ ਮਣੀ ਗੁਰ ਵਿੱਚ ਮੱਥ ਵਿੱਚ ਰਤਨ ਜਵਾਹਰ ਮਾਣਕ, ਇਹਦੇ ਬੜੇ ਬੜੇ ਕੀਮਤੀ ਮਤਲਬ ਹੈ ਗੁਣ ਨੇ ਜਿਹੜੇ ਉਹਨਾਂ ਦੀ ਪ੍ਰਾਪਤੀ ਹੁੰਦੀ ਹੈ। ਪ੍ਰਾਪਤੀ ਕੀ ਹੁੰਦੀ ਹੈ? ਗੁਣ ਪੈਦਾ ਹੋ ਜਾਂਦੇ ਨੇ ਸਾਡੇ ਅੰਦਰ। ਪ੍ਰਾਪਤੀ ਕੀ ਹੁੰਦੀ ਹੈ? ਆਪਣੇ ਅੰਦਰ ਗੁਣ ਪੈਦਾ ਹੋ ਜਾਂਦੇ ਨੇ, ਉਸੇ ਫੇਰ ਲਿਵ ਲੱਗਦੀ ਹੈ। ਜਦੋਂ ਆਪਣੇ ਅੰਦਰ ਉਹ ਗੁਣ ਪੈਦਾ ਹੁੰਦੇ ਨੇ ਨਾ, ਫੇਰ ਲਿਵ ਲੱਗਦੀ ਹੈ। ਸੁਣ ਕੇ ਲਿਵ ਨਹੀਂ ਲੱਗਦੀ। ਕੇਵਲ ਜੇ ਸੁਣ ਕੇ ਆਪਾਂ ਬਹਿ ਜਾਈਏ ਫਿਰ ਨਹੀਂ ਲਿਵ ਲੱਗਦੀ। ਗੁਣਾਂ 'ਚ ਲਿਵ ਤਾਂ ਲੱਗਦੀ ਹੈ ਕਿ ਆਪਣੇ ਅੰਦਰ ਪ੍ਰਾਪਤੀ ਹੋਵੇ। ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈ ਹੈ। ਫੁਨ ਫੇਰ ਕੀ ਅੱਗੇ ਕੀ? ਗੁਰੂ ਪਰਮਲ ਸਰਸ ਕਰਤ ਜਿਹੜਾ ਗੁਰੂ ਹੈ ਨਾ, ਸ਼ਬਦ ਗੁਰੂ ਹੈ, ਜਿਹੜਾ ਗਿਆਨ ਗੁਰੂ ਹੈ, ਉਹ ਇਹਦੇ ਅੰਦਰ ਪਰਮਲ ਜਿਵੇਂ ਬਾਸ ਪੈਦਾ ਹੋ ਜਾਂਦੀ ਹੈ ਨਾ ਚੰਦਨ ਦੇ ਵਿੱਚ। ਪਰਮਲ ਚੰਦਨ ਨੂੰ ਕਹਿੰਦੇ ਨੇ। ਜਿਵੇਂ ਚੰਦਨ 'ਚ ਖੁਸ਼ਬੂ ਪੈਦਾ, ਐ ਖੁਸ਼ਬੂ ਪੈਦਾ ਕਰ ਦਿੰਦਾ ਇਹਦੇ ਵਿੱਚ ਪਰਮਲ। ਸਰਸ ਕਰਤ ਕੰਚਨ ਪਰਸ ਐਸਾ ਖੁਸ਼ਬੂ ਹੈ ਜਿਹਨੂੰ ਖੁਸ਼ਬੂ ਆਉਂਦੀ ਹੈ ਉਹ ਖੁਸ਼ ਹੋ ਜਾਂਦਾ। ਐਸੀ ਗੱਲ ਕਰਦਾ ਖੁਸ਼ ਹੋ ਜਾਂਦਾ ਹਰੇਕ ਆਦਮੀ। ਜਿਵੇਂ ਚੰਦਨ ਦੀ ਖੁਸ਼ਬੂ ਨੂੰ ਕੋਈ ਵੀ ਬੁਰਾ ਨਹੀਂ ਸਮਝਦਾ, ਐਵੇਂ ਉਹਦੀ ਗੱਲ ਦਾ ਜਿਹੜਾ ਭਾਵ ਅਰਥ ਹੁੰਦਾ ਉਹਨੂੰ ਕੋਈ ਵੀ ਨਹੀਂ ਬੁਰਾ ਸਮਝਦਾ, ਕਿਸੇ ਨੂੰ ਬੁਰੀ ਨਹੀਂ ਲੱਗਦੀ। ਕੰਚਨ ਪਰਸ, ਕੰਚਨ ਪਰਸ ਉਹਦਾ ਸਪਰਸ਼ ਕੀ ਹੈ? ਜਿੱਥੇ ਸਪਰਸ਼ ਹੋ ਗਿਆ ਸੋਨਾ ਬਣ ਗਿਆ ਉਹ। ਜਿੱਥੇ ਉਹਦੀ ਸ਼ੋਅ ਪ੍ਰਾਪਤ ਹੋ ਗਈ ਹਿਰਦੇ 'ਚ, ਸਾਰਾ ਕੱਚ ਕੱਢ ਕੇ ਉਹਦੀ ਮੈਲ ਕੱਢ ਕੇ ਸੋਨਾ ਬਣ ਜਾਂਦਾ। ਜੇ ਕੋਈ ਉਹ ਸ਼ਬਦ ਨੂੰ ਮੰਨ ਲਵੇ ਨਾ, ਜੇ ਗੁਰਬਾਣੀ ਦੀ ਗੱਲ ਨੂੰ ਉਹਨੂੰ ਮੰਨ ਲਵੇ, ਸਮਝੋ ਸੋਨਾ ਬਣ ਗਿਆ। ਉਹਦੀ ਖੋਟ ਨਿਕਲ ਗਈ ਵਿੱਚੋਂ, ਖੋਟੇ ਨਿਕਲ ਜਾਂਦੀ। ਮੈਲ ਦੁਰਮਤ ਹਿਰਤ ਸ਼ਬਦ ਗੁਰ ਧਿਆਈ ਹੈ। ਉਹੀ ਦੁਰਮਤ ਮੈਲ ਕੱਢ ਦਿੰਦਾ। ਕੰਚਨ ਤਾਂ ਹੀ ਬਣੂ ਜੇ ਮੈਲ ਨਿਕਲ ਜੂ, ਖੋਟ ਨਿਕਲ ਦੁਰਮਤ ਜੂ। ਹਿਰਤ, ਦੁਰਮਤ ਦੀ ਮੈਲ ਕੱਢ ਕੇ ਕੰਚਨ ਸੋਨਾ ਬਣਾ ਦਿੰਦਾ ਉਹ। ਸ਼ਬਦ ਗੁਰ ਧਿਆਈ ਹੈ। ਸ਼ਬਦ ਗੁਰ ਨਾਲ ਜੇ ਧਿਆਨ ਉਹਦਾ ਜੁੜ ਜਵੇ, ਸੁਣਨ ਵਾਲੇ ਦਾ, ਜੇ ਸੁਣਨ ਵਾਲੇ ਦਾ ਧਿਆਨ ਵੀ ਸ਼ਬਦ ਨਾਲ ਜੁੜ ਜਵੇ, ਉਹਦੇ ਅੰਦਰੋਂ ਵੀ ਜਿਹੜੀ ਹੈ ਦੁਰਮਤ ਦੀ ਮੈਲ ਕੱਢ ਕੇ ਉਹਨੂੰ ਸੋਨਾ ਬਣਾ ਦਿੰਦਾ, ਕੰਚਨ ਬਣਾ ਦਿੰਦਾ। ਇਹ ਕਿਹਦੀ ਗੱਲ ਕਰ ਰਿਹਾ? ਇਹ ਗੱਲ ਕਰ ਰਿਹਾ ਗੁਰੂ ਅੰਗਦ ਦੇਵ ਦੀ। ਆਪਣੀ ਵੀ ਗੱਲ ਕਰ ਰਿਹਾ, ਉਹਨਾਂ ਦੇ ਅੰਦਰ ਵੀ ਤਾਂ ਸੀ ਉਹ ਦੁਰਮਤ ਸੀ। ਆਪਣੀ ਵੀ ਗੱਲ ਕਰ ਰਿਹਾ। ਪਰ ਮੂਰਤੀ ਪੂਜਾ ਵਾਲੇ ਥੋੜੀ ਜ਼ਿਆਦਾ ਹੀ ਹੁੰਦੀ ਹੈ। ਮੂਰਤੀ ਪੂਜਾ ਵਾਲਾ ਉਹਦੀ ਮਨੌਤ ਕੁਛ ਹੋਰ ਸਟ੍ਰਿਕਟ ਕਿਸਮ ਦੀ ਹੁੰਦੀ। ਅੰਮ੍ਰਿਤ ਪ੍ਰਵਾਹ ਛੁਟਕੰਤ ਸਦ ਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਹਾਈ ਹੈ। ਅੰਮ੍ਰਿਤ ਪ੍ਰਵਾਹ ਛੁਟਕੰਤ ਸਦਾ ਹਰ ਸਦਾ ਦਵਾਰ। ਅੰਮ੍ਰਿਤ ਦਾ ਪ੍ਰਵਾਹ ਸਦਾ ਹੀ ਉਹਦੇ ਮੂੰਹ ਚੋਂ ਛੁੱਟਦਾ ਰਹਿੰਦਾ। ਫਿਰ ਅੰਮ੍ਰਿਤ ਜਿਹੜੀ ਵੀ ਗੱਲ ਕਰਦਾ ਉਹ ਸੱਚ ਦੀ ਗੱਲ ਕਰਦਾ। ਅੰਮ੍ਰਿਤ ਪ੍ਰਵਾਹ ਛੁਟਕੰਤ ਸਦਾ ਦਵਾਰ, ਸਦ ਦਵਾਰ ਸਦ। ਹਾਂ, ਉਹਦੇ ਹਿਰਦੇ ਚੋਂ ਦੁਆਰਾ, ਹਿਰਦੇ ਚੋਂ ਗੱਲ ਆਉਣੀ ਹੈ, ਮੂੰਹ 'ਚ ਹੀ ਬਾਹਰ ਨਿਕਲਣੀ ਹੈ। ਮੂੰਹ ਥੋੜੀ ਅੰਮ੍ਰਿਤ ਆਉਣਾ। ਜਿਸ ਉਹਦੇ ਹਿਰਦੇ ਵਿੱਚੋਂ ਅੰਮ੍ਰਿਤ ਦਾ ਪ੍ਰਵਾਹ ਛੁੱਟਦਾ ਰਹਿੰਦਾ ਔਰ ਉਹਦਾ ਬਿਆਨ ਕਰਦਾ ਰਹਿੰਦਾ। ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਹਾਈ ਹੈ। ਜਿਹਦੇ ਗਿਆਨ ਦੇ ਵਿੱਚ ਬਿਮਲ ਗਿਆਨ, ਜਿਹਦੇ ਬਿਮਲ ਗਿਆਨ ਦੇ ਵਿੱਚ ਸੰਤ ਸਿੱਖ ਆਪਣੀ ਮੈਲ ਮਨ ਦੀ ਮੈਲ ਲਾਉਂਦੇ ਰਹਿੰਦੇ ਨੇ, ਨਹਾ ਕੇ ਆਪਣੇ ਮਨ ਦੀ ਮੈਲ ਦੂਰ ਕਰਦੇ ਰਹਿੰਦੇ ਨੇ। ਨਹਾਈਆ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ। ਨਾਮ ਨਿਰਵਾਣ ਨਿਧਾਨ। ਨਾਮ ਕੀ ਹੈ? ਨਾਮ ਉਹ ਹੈ ਜਿਹੜਾ ਕਿ ਬੋਲਿਆ ਨਹੀਂ ਜਾ ਸਕਦਾ। ਨਿਰਵਾਣ
ਔਰ ਕੰਨਾਂ ਨੂੰ ਨਹੀਂ ਸੁਣਦਾ। ਹੈ ਆਵਾਜ਼ ਹੈ ਪਰ ਕੰਨਾਂ ਨੂੰ ਨਹੀਂ ਸੁਣਦੀ। ਜਿਹੜੀ ਕੰਨਾਂ ਨੂੰ ਨਹੀਂ ਸੁਣਦੀ ਬਾਣੀ ਤਾਂ ਹੈ ਤਾਂ ਬਾਣੀ ਪਰ ਨਿਰਵਾਣੀ ਹੈ। ਨਿਰਵਾਣੀ ਤਾਂ ਕਹਿੰਦੇ ਕੰਨਾਂ ਨੂੰ ਨਹੀਂ ਸੁਣਦੀ। ਬਾਣੀ ਤਾਂ ਕਹਿੰਦੇ ਬੋਲੀ ਹੋਈ ਚੀਜ਼ ਹੈ। ਆਤਮਾ ਨੇ ਬੋਲੀ ਹੈ, ਆਤਮਾ ਨੇ ਬੋਲੀ ਹੈ। ਅਜੋਂ ਮੂੰਹ ਨਾਲ ਬੋਲ ਕੇ ਕੰਨਾਂ ਨੂੰ ਸੁਣਨ ਵਾਲੀ ਸ਼ੇਪ ਨਹੀਂ ਉਹਨੂੰ ਮਿਲੀ। ਆਤਮਾ ਦੀ ਆਵਾਜ਼ ਤਾਂ ਹੈ ਉਹ, ਪਰ ਅੱਗੇ ਦੂਈ ਪਰਾ ਬਾਣੀ ਹੋਇਆ ਉਹ। ਬਸੰਤੀ ਮੱਧਮ ਔਰ ਬੈਖਰੀ ਰੂਪ ਨਹੀਂ ਉਹਦਾ ਹੈਗਾ। ਨਾਮ ਨਿਰਵਾਣ ਜਿਹੜੀ ਪਰਾ ਬਾਣੀ ਹੈ ਨਿਰਵਾਣ, ਨਾਮ ਨਿਰਵਾਣ ਬਾਣੀ ਤਾਂ ਹੈ ਪਰ ਕੰਨਾਂ ਨੂੰ ਸੁਣਨ ਵਾਲੀ ਨਹੀਂ। ਨਾਮ ਜਿਹੜਾ ਹੈਗਾ ਨਿਰਵਾਣ ਨਿਧਾਨ, ਸਿੱਧਾ ਨਾਮ ਹੈ ਜਿਹੜਾ ਨਾ ਹੁਕਮ, ਉਹ ਨਿਰਵਾਣ ਹੈ। ਕਿਉਂਕਿ ਉਹ ਬੋਲਿਆ ਨਹੀਂ ਜਾ ਸਕਦਾ ਨਾ, ਹੁਕਮ ਆਖਿਆ ਨਹੀਂ ਜਾ ਸਕਦਾ। ਹਰੀ ਉਰ ਧਰੋ ਗੁਰੂ ਗੁਰ, ਗੁਰੂ ਗੁਰ ਗੁਰੂ ਹਰ ਪਾਈਐ। ਉਹ ਗਿਆਨ ਦਾ ਖਜ਼ਾਨਾ ਤਾਂ ਬਹੁਤ ਬੜਾ ਉਹਦੇ 'ਚ। ਨਿਰਾ ਹੀ ਉਹ ਕੀ ਹੈ, ਨਿਰਾ ਕੇ ਹੋਏ ਹੈ, ਨਿਰਾ ਹੀ ਕਿ ਹੋਇਆ, ਨਿਰਾ ਗਿਆਨ ਹੈ। ਤਤ ਨਿਰਾ ਤੱਤ ਵਸਤੂ ਹੀ ਹੈ ਉਹ, ਨਾਮ ਤੱਤ। ਗੁਰੂ ਗੁਰ ਗੁਰ ਕਰੋ, ਖਜ਼ਾਨਾ ਬਹੁਤ ਬੜਾ ਹੈ ਪਰ ਹੈਗਾ ਨਿਰਵਾਣ, ਬੋਲਣ ਤੇ ਪਰੇ ਹੈ, ਬੋਲਿਆ ਨਹੀਂ ਹੁੰਦਾ। ਉਹ ਕੰਨਾਂ ਨੂੰ ਨਹੀਂ ਸੁਣਿਆ ਜਾਂਦਾ, ਕੰਨਾਂ ਦੀ ਪਕੜ ਤੋਂ ਪਰੇ ਹੀ ਹੈ ਉਹ ਖਜ਼ਾਨਾ, ਕੰਨਾਂ ਦੀ ਪਕੜ ਤੋਂ ਪਰੇ ਹੀ ਹੈ। ਨਾਮ ਨਿਰਵਾਣ, ਨਿਧਾਨ, ਨਿਧਾਨ। ਹਰੀ ਉਰ ਧਰੋ, ਹਰੀ ਉਰ ਧਰੋ। ਇਹ ਹਰੀ ਦਾ ਜਿਹੜਾ ਹੈਗਾ ਆਪਣਾ ਜਿਹੜਾ ਹਰ ਹੈ ਉਹਦੇ ਹਿਰਦੇ 'ਚ ਰੱਖ ਲਓ ਇਹਨੂੰ। ਇਹ ਹਰ ਦੇ ਹਿਰਦੇ 'ਚ ਰਹਿੰਦਾ ਹੁੰਦਾ ਨਾਮ ਦਾ ਖਜ਼ਾਨਾ, ਬਾਹਰ ਨਹੀਂ ਆਉਂਦਾ। ਬਾਹਰ ਗੁਰਬਾਣੀ ਬਣ ਕੇ ਆਉਂਦਾ, ਬਾਹਰ ਦਾ ਬੋਲਿਆ ਜਾਊ ਜਦ ਉਹਦਾ ਵਿਖਿਆਨ ਆਊਗਾ ਬਾਹਰ, ਤਾਂ ਉਹ ਅੰਦਰ ਅੰਦਰ ਰਹਿ ਜਾਂਦਾ ਉੱਥੇ ਹੀ, ਉਹ ਨਹੀਂ ਬਾਹਰ ਆ ਸਕਦਾ। ਗੁਰੂ ਗੁਰ ਗੁਰ ਕਰੋ ਗੁਰੂ ਹਰੀ ਪਾਈਐ। ਜੋ ਸੋਝੀ ਉੱਤੋਂ ਆਈ ਹੈ ਉਹ ਤਾਂ ਹਿਰਦੇ 'ਚ ਰਹੇਗੀ। ਉਹਨੂੰ ਜਾਂ ਬੋਲਣਾ ਬੋਲ ਕੇ ਦੱਸਣਾ, ਉਹ ਫਿਰ ਗਿਆਨ ਬਣ ਜਾਣਾ। ਜੇਤਾ ਸੁਣਨਾ ਤੇਤਾ, ਜੇਤਾ ਬੋਲਣ ਤੇਤਾ ਗਿਆਨ ਹੈ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਬਿਨਾਂ ਕੰਨਾਂ ਤੇ ਸੁਣਿਆ ਇੱਥੇ ਹੈਗਾ ਦੁਸ਼ਟ 70 ਜਾ ਕੇ, ਦੁਸ਼ਟ ਮੀਤ ਜਾ ਕੇ ਇੱਕ ਸੰਬੰਧ। ਦੁਸ਼ਟ ਨੇ ਜਿਹੜੇ ਸਾਖਤ ਨੇ, ਗੁਰਮਤਿ ਨਾਲ ਵੈਰ ਵਿਰੋਧ ਕਰਨ ਵਾਲੇ ਨੇ, ਇਹਨਾਂ ਨੂੰ ਦੁਸ਼ਟ ਕਿਹਾ ਹੋਇਆ। ਦੁਸ਼ਟ ਨਿੰਦਕ, ਸਾਖਤ ਨਿੰਦਕ ਦੁਸ਼ਟ। ਸਾਖਤ ਔਰ ਨਿੰਦਕ ਹੈ ਜਿਹੜਾ ਇਹ ਦੁਸ਼ਟ ਨੇ। ਸਾਖਤ ਔਰ ਨਿੰਦਕ ਇਹ ਦੁਸ਼ਟ ਨੇ। ਗੁਰਬਾਣੀ 'ਚ ਦੁਸ਼ਟ ਇਹਨੂੰ ਕਿਹਾ ਹੋਇਆ। ਖਿਨਮਾਏ ਬਦਾਰੀਆਂ ਜਿਹੜੇ ਦੁਸ਼ਟ ਨੇ ਔਰ ਬੀਤ ਨੇ, ਦੂਏ ਸਾਡੇ ਬੀਤ ਨੇ ਸਭ, ਬਾਕੀ ਸਾਰੇ ਦੁਸ਼ਟ ਮੀਤ ਜਾ ਕੇ ਇੱਕ ਸਮਾਨ ਹੈ, ਜਿਹੜਾ ਦੋਵਾਂ ਨੂੰ ਬਰਾਬਰ ਸਮਝਦਾ। ਜੇਤਾ ਬੋਲਣ ਤੇਤਾ ਗਿਆਨ, ਜਿੰਨਾ ਬੋਲੂਗਾ ਸਾਰਾ ਗਿਆਨ ਹੋਊਗਾ, ਗੁਰਬਾਣੀ ਰਚੂਗਾ ਕਹਿੰਦੇ ਉਹ। ਜਿਹੜੇ ਉਹਨਾਂ ਨੂੰ ਵੀ ਬਰਾਬਰ ਸਮਝੂ, ਗੁਰਸਿੱਖਾਂ ਨੂੰ ਵੀ ਬਰਾਬਰ ਸਮਝੂ, ਉਹ ਗੁਰਬਾਣੀ ਉਹ ਰਚੂਗਾ, ਬਾਕੀ ਨਹੀਂ ਰਚ ਸਕਦਾ ਕੋਈ। ਉਹਨਾਂ ਨੇ ਕਿਉਂ ਨਹੀਂ ਰਚੀ ਦੋਆਂ ਨੇ? ਕਿਉਂਕਿ ਉਹ ਗੁਰੂ ਘਰ ਨੂੰ ਨਾਲ ਨਫ਼ਰਤ ਕਰਦੇ ਸੀ। ਗੁਰੂ ਘਰ ਉਹਨਾਂ ਨਾਲ ਕਰਦਾ ਨਹੀਂ ਸੀ ਨਫ਼ਰਤ। ਗੁਰੂ ਘਰ ਦੇ ਨਫ਼ਰਤ ਹੁੰਦੀ, ਗੁਰਬਾਣੀ ਰਚ ਨਹੀਂ ਸਕਦੇ। ਇਹ ਸ਼ਰਤਾਂ ਇਹੋ ਜਿਹੀਆਂ ਨੇ। ਦੁਸ਼ਟ 70 ਜਾ ਕੇ ਇੱਕ ਸਮਾਨ ਹੈ, ਜੇਤਾ ਬੋਲਣ ਤੇਤਾ ਗਿਆਨ ਹੈ। ਜੋ ਬੋਲੂਗਾ ਸਾਰਾ ਗਿਆਨ ਹੋਊਗਾ, ਪਿਆ ਗਿਆਨ ਬੋਲਿਆ ਹੋਇਆ ਉਹਨਾਂ ਦਾ। ਉਹਨਾਂ ਨੇ ਕਿਉਂ ਨਾ ਬੋਲਿਆ ਕੋਈ? ਉਹਨਾਂ ਦੀ ਤਾਂ ਫੌਜ ਹੈ, ਉਹਨਾਂ ਕੋਲ ਤਾਂ ਜ਼ਿਆਦਾ ਆਦਮੀ ਨੇ। ਕਿਸੇ ਨੇ ਕੋਈ ਪੰਕਤੀ, ਕੋਈ ਸ਼ਬਦ ਰਚਿਆ ਕਿੰਨੇ ਸਾਲਾਂ 'ਚ? ਰਾਮ ਰਾਏ ਵੀ ਰਿਹਾ, ਸਾਰੇ ਹੀ ਰਹੇ ਨੇ, ਕੋਈ ਸ਼ਬਦ ਦਿਖਾਉਣ ਕਿੱਥੇ ਰਚਿਆ? ਵਿਰੋਧ ਜ਼ਰੂਰ ਕੀਤਾ, ਪ੍ਰਾਪਤੀ ਤਾਂ ਕੁਝ ਨਹੀਂ ਹੋਈ। ਜੇਤਾ ਬੋਲਣ ਤੇਤਾ ਗਿਆਨ ਹੈ, ਜੇਤਾ ਸੁਣਨਾ ਤੇਤਾ ਨਾਮ। ਪਰ ਕੀ ਸੁਣਿਆ? ਨਾਮ। ਉਹ ਹਿਰਦੇ 'ਚ ਪਿਆ। ਉਹ ਤਾਂ ਫਿਰ ਸੁਣਿਆ ਜ਼ਰੂਰ ਨਾਮ। ਸੁਣਿਆ ਕੀ ਹੈ? ਔਰ ਜੇਤਾ ਪੇਖਣ ਤੇਤਾ ਧਿਆਨ। ਜੋ ਦੇਖਿਆ ਉਹ ਧਿਆਨ। ਧਿਆਨ ਹਿਰਦੇ 'ਚ ਹੈ।
ਹਿਰਦੇ 'ਚੋਂ ਦੇਖ ਕੇ ਸਮਝ ਕੇ ਬਾਹਰ ਬੋਲਿਆ। ਨਾਮ ਤਾਂ ਹਿਰਦੇ 'ਚ ਪਿਆ ਨਾ, ਧਿਆਨ ਹਿਰਦੇ 'ਚ ਹੈ, ਧਿਆਨ ਨਾਮ 'ਚ ਰੱਖ ਕੇ ਬੋਲਿਆ ਗਿਆਨ। ਬੋਲਿਆ ਗਿਆਨ, ਉਹ ਜਿਹੜਾ ਨਾਮ ਹੈ ਉਹ ਹਿਰਦੇ ਤੋਂ ਗਾਹਾਂ ਨਹੀਂ ਜਾ ਸਕਦਾ, ਉਹ ਹਰ ਦੇ ਖਜ਼ਾਨੇ 'ਚ ਰਹਿ ਗਿਆ ਉੱਥੇ ਹੀ। ਹਰ ਉੜ ਤਰੋ ਹਰ ਦੇ ਖਜ਼ਾਨੇ 'ਚ ਪਿਆ, ਹਰ ਦੇ ਹਿਰਦੇ 'ਚ ਪਿਆ। ਨਾਮ ਨਿਰਵਾਣ ਨਿਧਾਨ ਹਰ ਉੜ ਤਰੋ। ਹਰ ਨੂੰ ਕਿਹਾ ਔਰ ਤੂੰ ਰੱਖ ਲੈ ਇਹਨੂੰ ਹਿਰਦੇ ਵਿੱਚ। ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ। ਗੁਰੂ ਹਰ ਗੁਰ ਕਰੋ, ਗੁਰੂ ਹਰ ਪਾਈਐ। ਜੇ ਗੁਰੂ ਗਿਆਨ ਗੁਰੂ ਨੂੰ ਗੁਰੂ ਰਹਿਬਰ ਮੰਨ ਲਓਗੇ ਤਾਂ ਫਿਰ ਤੁਸੀਂ ਗੁਰੂ ਹਰ ਪਾਈਐ। ਗੁਰੂ ਹਰ ਪਾਈਏ। ਫਿਰ ਗੁਰੂ ਹਰ ਕੀ ਹੋਇਆ? ਹਰ ਵਾਲਾ ਗੁਰੂ, ਉਹ ਸ਼ਬਦ ਗੁਰੂ। ਹਰ ਵਾਲੇ ਗੁਰੂ ਦੀ ਪ੍ਰਾਪਤੀ ਤਾਂ ਹੋਊਗੀ। ਤੁਸੀਂ ਇਹਨੂੰ ਰਹਿਬਰ ਬਣਾਓ, ਹਰ ਵਾਲੇ ਗੁਰੂ ਦੀ ਫਿਰ ਪ੍ਰਾਪਤੀ ਹੈ, ਫਿਰ ਸ਼ਬਦ ਗੁਰੂ ਦੀ ਜਿਹੜਾ ਪ੍ਰਾਪਤੀ। ਨਿਰਵਾਣ ਨਾਮ ਹੈ। ਹਾਂ,